ਸਤਨਾਮ ਸ਼੍ਰੀ ਵਾਹਿਗੁਰੂ ਜੀ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕਉ, ਸਦਾ ਰਹਾਉ ਰੰਗ ਰਾਤਾ। ਨਮਸਕਾਰ ਗੁਰਦੇਵ ਕੋ, ਸਤਨਾਮ ਜਿਸ ਮੰਤਰ ਸੁਣਾਇਆ। ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਮਾਝ ਮਹੱਲਾ ਚੌਥਾ। ਮਨ ਮਾਹੀ ਮੇਰੇ ਗੋਵਿੰਦਾ, ਹਰ ਰੰਗ ਰਤਾ ਮਨ ਮਾਹੀ ਜੀਓ। ਹਰ ਰੰਗ ਨਾਲ ਨਾ ਲਖੀਐ ਮੇਰੇ ਗੋਵਿੰਦਾ, ਗੁਰ ਪੂਰਾ ਅਲਖ ਲਖਾਹੀ ਜੀਓ। ਮਨ ਮਾਹੀ ਮੇਰੇ ਗੋਵਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਸ਼ਬਦ ਸਰੂਪ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਕਿਰਪਾਲਤਾ ਦੁਆਰਾ ਜੋ ਹਜ਼ੂਰ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਧੁਰ ਕੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੈ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 173 ਤੱਕ ਪਹੁੰਚੀ ਹੋਈ ਹੈ। ਗੌੜੀ ਰਾਗ ਅੰਦਰ ਸਤਿਗੁਰਾਂ ਦੇ ਉਚਾਰੇ ਹੋਏ 66 ਸ਼ਬਦਾਂ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ। ਇਸ ਤੋਂ ਅੱਗੇ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰੀਏ ਅਤੇ ਸੁਣੀਏ। ਗੌੜੀ ਮਾਝ ਮਹੱਲਾ ਚੌਥਾ। ਗੌੜੀ ਮਾਝ ਰਾਗ ਅੰਦਰ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਬਚਨ ਫਰਮਾਉਂਦੇ ਨੇ। ਮਨ ਮਾਹੀ ਮੇਰੇ ਗੋਵਿੰਦਾ, ਹਰ ਰੰਗ ਰਤਾ ਮਨ ਮਾਹੀ ਜੀਓ। ਇਹ ਜੋ ਅੱਗੇ ਸਾਰੇ ਸ਼ਬਦ ਆ ਰਹੇ ਨੇ ਚੌਥੇ ਪਾਤਸ਼ਾਹ ਦੇ, ਇਹਨਾਂ ਸ਼ਬਦਾਂ ਦੇ ਵਿੱਚ ਸਤਿਗੁਰੂ ਜੀ ਅਕਾਲ ਪੁਰਖ ਗੋਬਿੰਦ ਪਰਮਾਤਮਾ ਨੂੰ ਮੁਖਾਤਬ ਹੋ ਕੇ ਸੰਬੋਧਨ ਕਰਦੇ ਹੋਏ ਬਚਨ ਉਚਾਰਦੇ ਹਨ, ਪਰ ਉਪਦੇਸ਼ ਸਾਨੂੰ ਸੰਸਾਰੀਆਂ ਨੂੰ ਬਖਸ਼ ਰਹੇ ਨੇ। ਜਿਸ ਤਰ੍ਹਾਂ ਜਹਾਜ਼ ਵਿੱਚ ਸਮੁੰਦਰੀ ਬੇੜੇ 'ਚ ਲੱਗੀ ਹੋਈ ਕੰਪਾਸ ਸੂਈ ਉੱਤਰੀ ਧਰੁਵ ਵਾਲੇ ਪਾਸੇ ਰਹਿੰਦੀ ਹੈ। ਜਹਾਜ਼ ਕਿਸ ਪਾਸੇ ਨੂੰ ਤੋਰਿਆ ਜਾਏ, ਉਹ ਜਿਹੜੀ ਸੂਈ ਆ ਸੂਚਕ ਹੁੰਦੀ ਹੈ ਦਿਸ਼ਾ ਦੀ। ਉਸ ਤੋਂ ਪਤਾ ਲੱਗਦਾ ਕਿ ਜਹਾਜ਼ ਸਹੀ ਮਾਰਗ 'ਤੇ ਜਾ ਰਿਹਾ ਕਿ ਨਹੀਂ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਦਰੋਂ ਜੋ ਸੁਰਤ ਹੈ ਉਹ ਹਮੇਸ਼ਾ ਅਕਾਲ ਪੁਰਖ ਦੇ ਸਨਮੁਖ ਹੈ। ਵਾਹਿਗੁਰੂ ਵਿੱਚ ਹੀ ਇਹ ਭੇਦ ਹਨ। ਸੱਚੇ ਪਾਤਸ਼ਾਹ ਕੋਈ ਜਾਚਕ ਆਉਂਦਾ, ਉਪਦੇਸ਼ ਦੀ ਜਾਚਨਾ ਕਰਦਾ, ਸਤਿਗੁਰੂ ਮਹਾਰਾਜ ਪਰਮਾਤਮਾ ਨਾਲ ਇਕਮਿਕ ਹੋਇਆਂ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਨੂੰ ਤੱਕਦੇ ਹੋਏ ਉਪਦੇਸ਼ ਬੋਲਦੇ ਹਨ। ਔਰ ਦੂਸਰੀ ਗੱਲ ਕਿ ਵਾਹਿਗੁਰੂ ਅਕਾਲ ਪੁਰਖ ਵੱਲੋਂ ਜੋ ਉਹਨਾਂ ਦੇ ਹਿਰਦੇ ਦੁਆਰਾ ਬਾਣੀ ਪ੍ਰਗਟ ਹੁੰਦੀ ਹੈ, ਸਤਿਗੁਰੂ ਜੀ ਉਹ ਮੁਖਾਰਬਿੰਦ ਤੋਂ ਬੋਲ ਕੇ ਤੇ ਲਿਖਵਾਉਂਦੇ ਨੇ। ਹਜ਼ੂਰ ਕਹਿੰਦੇ ਨੇ ਮਨ ਮਾਹੀ ਮੇਰੇ ਗੋਵਿੰਦਾ, ਹਰ ਰੰਗ ਰਤਾ ਮਨ ਮਾਹੀ ਜੀਓ। ਜਿਹੜੇ ਆਮ ਕਵੀ ਜਨ ਹਨ ਉਹ ਇੱਕ ਵਚਨ ਨੂੰ ਜੇ ਬਾਰ-ਬਾਰ ਲਿਖਿਆ ਜਾਏ ਤਾਂ ਇਹਨੂੰ ਪੁਨਰਉਕਤੀ ਦੋਸ਼ ਕਹਿੰਦੇ ਨੇ, ਪੁਨਰਉਕਤੀ ਦੋਸ਼। ਪਰ ਜੋ ਸਤਿਗੁਰੂ ਦੀ ਬਾਣੀ ਹੈ ਇਹਦੇ ਵਿੱਚ ਪੁਨਰਉਕਤੀ ਦੋਸ਼ ਨਹੀਂ ਹੈ। ਪੁਨਰਉਕਤੀ ਦਾ ਮਤਲਬ ਹੈ ਰੈਪੀਟੇਸ਼ਨ, ਦੁਬਾਰਾ ਕਿਸੇ ਬਚਨ ਨੂੰ ਦੁਹਰਾਉਣਾ। ਇਹ ਪ੍ਰੋੜਤਾ ਵਾਸਤੇ। ਜਿਵੇਂ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਸੀਸਗੰਜ ਸਾਹਿਬ ਕਥਾ ਤੋਂ ਬਾਅਦ ਇੱਕ ਪ੍ਰੇਮੀ ਬਜ਼ੁਰਗ ਪੜ੍ਹਿਆ ਲਿਖਿਆ ਮਿਲਿਆ ਸੀ। ਉਹ ਕਹਿਣ ਲੱਗਾ, ਗਿਆਨੀ ਜੀ ਜੋ ਵਾਹਿਗੁਰੂ ਬੋਲੀ ਜਾਣਾ, ਇਹੀ ਤੁਸੀਂ ਉਪਦੇਸ਼ ਸਿੱਖਿਆ ਸੰਗਤਾਂ ਨੂੰ ਸੁਣਾਉਂਦੇ ਹੋ। ਇਹ ਵਾਹਿਗੁਰੂ ਬੋਲਣਾ ਰੈਪੀਟੇਸ਼ਨ ਨੇ। ਤੁਹਾਡੀ ਕਥਾ ਦੇ ਵਿੱਚ ਵੀ ਇਹ ਦੋਸ਼ ਹੁੰਦਾ, ਇਹਨੂੰ ਵਿਦਵਾਨ ਪੁਨਰਉਕਤੀ ਦੋਸ਼ ਕਹਿੰਦੇ ਨੇ। ਤੁਸੀਂ ਕਿਸੇ ਵੀ ਬਚਨ ਨੂੰ ਕਈ ਵਾਰੀ ਦੁਹਰਾਉਂਦੇ ਹੋ। ਮਸਕੀਨ ਜੀ ਸੁਣੀ ਗਏ ਅਤੇ ਫਿਰ ਮਸਕੀਨ ਜੀ ਕਹਿਣ ਲੱਗੇ ਵੀ ਬਜ਼ੁਰਗੋ
ਤੁਸੀਂ ਗੁਰਮੁਖ ਪਿਆਰੇ ਹੋ, ਸਿਆਣੇ ਹੋ, ਵਿਦਵਾਨ ਹੋ, ਪਰ ਇਹ ਦੱਸੋ ਕਿ ਸਾਡਾ ਜੀਵਨ ਪੁਨਰੁਕਤੀ ਦੋਸ਼ 'ਤੇ ਨਹੀਂ ਖੜ੍ਹਾ, ਸਾਡਾ ਜੀਵਨ ਰੈਪੀਟੇਸ਼ਨ 'ਤੇ ਨਹੀਂ ਖੜ੍ਹਾ, ਸਾਡਾ ਜੀਵਨ ਦੁਹਰਾਓ 'ਤੇ ਨਹੀਂ ਖੜ੍ਹਾ। ਕਹਿਣ ਲੱਗੇ ਜੀ ਕਿਵੇਂ? ਕਹਿੰਦੇ ਜਦੋਂ ਤੋਂ ਹੋਸ਼ ਸੰਭਾਲੀ ਉਦੋਂ ਤੋਂ ਲੈ ਕੇ ਪ੍ਰਸ਼ਾਦਾ ਪਾਣੀ ਛਕਦੇ ਆ ਰਹੇ ਹੋ ਕਿ ਨਹੀਂ? ਇੱਕ ਦਿਨ ਪ੍ਰਸ਼ਾਦਾ ਛਕ ਲਿਆ, ਫਿਰ ਦੂਜੇ ਦਿਨ ਕਿਉਂ? ਜੇ ਦਿਹਾੜੀ 'ਚ ਇੱਕ ਵਾਰੀ ਛਕ ਲਿਆ ਦੁਪਹਿਰ ਦੇ ਸਮੇਂ, ਅਤੇ ਰਾਤ ਨੂੰ ਫਿਰ ਕਿਉਂ ਛਕਦੇ ਹੋ? ਨਾ ਬਾਰ-ਬਾਰ ਦੁਹਰਾਓ ਹੈ। ਖਾਣ ਦਾ ਦੁਹਰਾਓ ਬਾਰ-ਬਾਰ, ਜਿਹਨੂੰ ਅਸੀਂ ਛਕਣਾ ਕਹਿੰਦੇ, ਛਕਣ ਦਾ ਦੁਹਰਾਓ ਹੈ। ਫਿਰ ਉਸ ਤੋਂ ਅੱਗੇ ਥੋੜ੍ਹਾ ਜ਼ਿਆਦਾ ਦੁਹਰਾਓ ਆ ਪਾਣੀ ਪੀਣ ਦਾ। ਬਾਰ-ਬਾਰ ਪਿਆਸ ਲੱਗਦੀ, ਪਾਣੀ ਪੀਂਦੇ ਹਾਂ, ਇੱਕ ਵਾਰੀ ਪੀ ਲਈਏ ਫਿਰ ਕਿਉਂ ਪੀਣਾ? ਫਿਰ ਇਹਦੋਂ ਅੱਗੇ ਹੋਰ ਜ਼ਿਆਦਾ ਦੁਹਰਾਓ ਆ ਸਵਾਸ ਚੱਲਣ ਦਾ। ਸਾਡੇ ਸਰੀਰ 'ਚ ਸਵਾਸ ਚੱਲਦੇ ਤੇ ਸਾਡਾ ਜੀਵਨ ਹੈ। ਇੱਕ ਵਾਰੀ ਸਵਾਸ ਲੈ ਲਈਏ ਫਿਰ ਦੁਬਾਰਾ ਕਿਉਂ? ਘੜੀ ਮੁੜੀ ਸਵਾਸ ਅੰਦਰ ਅਤੇ ਸਵਾਸ ਬਾਹਰ, ਇਹ ਚੱਲਦਾ ਹੀ ਰਹੇ ਤੇ ਜੀਵਨ ਹੈ। ਜੇ ਸਵਾਸ ਹੀ ਬੰਦ ਹੋ ਜਾਏ, ਰੈਪੀਟੇਸ਼ਨ ਸਵਾਸਾਂ ਦਾ ਦੁਹਰਾਓ ਬੰਦ ਹੋ ਜਾਏ, ਤੇ ਮਨੁੱਖ ਦਾ ਸਰੀਰ ਮੁਰਦਾ, ਜੀਵਨ ਸਮਾਪਤ। ਬਜ਼ੁਰਗ ਸੋਚੀ ਪੈ ਗਏ, ਕਹਿਣ ਲੱਗੇ ਬਚਨ ਤਾਂ ਠੀਕ ਹੈ। ਤਾਂ ਕਹਿਣ ਲੱਗੇ ਜਿਵੇਂ ਸਾਡਾ ਸਰੀਰਕ ਜੀਵਨ ਸਵਾਸਾਂ 'ਤੇ ਆਧਾਰਿਤ ਹੈ, ਸਵਾਸਾਂ ਦੇ ਦੁਹਰਾਓ 'ਤੇ ਆਧਾਰਿਤ ਹੈ, ਇਸੇ ਤਰ੍ਹਾਂ ਆਤਮਿਕ ਜੀਵਨ ਦੀ ਪ੍ਰਾਪਤੀ ਲਈ ਵਾਹਿਗੁਰੂ ਦੇ ਨਾਮ ਦਾ ਦੁਹਰਾਉਣਾ ਬੜਾ ਜ਼ਰੂਰੀ ਹੈ। ਔਰ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਆਪਣੇ ਬਚਨ ਨੂੰ ਬਾਰ-ਬਾਰ ਦੁਹਰਾਉਂਦੇ ਨੇ। ਇਹਨੂੰ ਕਹਿੰਦੇ ਨੇ ਦ੍ਰਿੜਤਾ ਕਰਾਉਣੀ, ਪ੍ਰੋੜਤਾ ਕਰਨੀ ਕਿਸੇ ਬਚਨ ਦੀ, ਸਿੱਧ ਕਰਨਾ ਕਿ ਇਹੀ ਹੈ ਸਭ ਕੁਛ। ਹਜ਼ੂਰ ਕਹਿ ਰਹੇ ਨੇ ਮਨ ਮਾਹੀ ਮੇਰੇ ਗੋਵਿੰਦਾ। ਇਸ ਤਰ੍ਹਾਂ ਵਿਦਵਾਨਾਂ ਨੇ ਦੋ ਤਰ੍ਹਾਂ ਅਰਥ ਕੀਤੇ ਨੇ ਕਿ ਹੇ ਮੇਰੇ ਗੋਬਿੰਦ ਪਰਮਾਤਮਾ ਜੀ, ਜਿਨ੍ਹਾਂ ਦੇ ਉੱਪਰ ਤੁਸੀਂ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹਨਾਂ ਦੇ ਮਨ ਅੰਦਰ ਹਰ ਰੰਗ ਰੱਤਾ ਮਨ ਮਾਹੀ। ਉਹ ਮਨ ਹੀ ਮਨ ਦੇ ਅੰਦਰ ਹੇ ਹਰੀ ਜੀ ਤੁਹਾਡੇ ਪ੍ਰੇਮ ਰੰਗ ਵਿੱਚ ਰੱਤਾ ਹੋਇਆ ਹੈ। ਜਿਸ ਦੇ ਉੱਪਰ ਤੁਸੀਂ ਕਿਰਪਾ ਕੀਤੀ ਹੈ, ਉਹ ਮਨ ਦੁਆਰਾ, ਮਨ ਰਾਹੀਂ ਜਾਂ ਮਨ ਹੀ ਮਨ ਦੇ ਅੰਦਰ ਤੇਰੇ ਪ੍ਰੇਮ ਰੰਗ ਵਿੱਚ ਰੱਤਾ ਹੋਇਆ ਸੀ ਪਹਿਲਾਂ, ਹੁਣ ਵੀ ਉਹ ਰੱਤਾ ਹੋਇਆ ਜਿਸ 'ਤੇ ਤੁਸੀਂ ਕਿਰਪਾ ਕੀਤੀ। ਆਉਣ ਵਾਲੇ ਸਮੇਂ 'ਚ ਵੀ ਉਹੀ ਮਨ ਹੀ ਮਨ ਦੇ ਅੰਦਰ ਰੱਤਾ ਰੰਗਿਆ ਹੋਇਆ ਹੋਵੇਗਾ, ਜਿਸ ਦੇ ਉੱਪਰ ਤੁਸੀਂ ਕਿਰਪਾ ਕਰੋਗੇ ਤੁਹਾਡੀ ਬਖਸ਼ਿਸ਼ ਨਾਲ। ਔਰ ਇਸੇ ਪ੍ਰਕਾਰ ਗੋਵਿੰਦਾ ਪਰਮੇਸ਼ਰ ਦੀ ਅੰਸ਼ ਜਾਣ ਕੇ ਇਹਦਾ ਅਰਥ ਜਿਵੇਂ ਕੀਤਾ ਹੈ ਭਾਈ, ਪਰਮਾਤਮਾ ਅਕਾਲ ਪੁਰਖ ਸਾਰਿਆਂ ਦੇ ਮਨ ਅੰਦਰ ਹੈ ਔਰ ਰੰਗ ਰੱਤਾ ਹੈ। ਜਿਵੇਂ ਬਚਨ ਹੈ ਨਾ, ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ। ਮਨ ਅੰਦਰ ਦਾ ਮਤਲਬ ਵੀ ਇਸ ਘਟ ਹਿਰਦੇ ਦੇ ਅੰਦਰ ਹੀ ਹੈ, ਸਾਨੂੰ ਗੁਪਤ ਹੈ, ਸਾਡੇ ਮਨ ਦਾ ਸੰਬੰਧ ਨਹੀਂ ਹੈ, ਪਰ ਹੈ ਸਾਡੇ ਅੰਦਰ ਹੀ। ਉਹ ਆਪਣੇ ਰੰਗ ਵਿੱਚ ਰੱਤਾ ਹੋਇਆ ਹੈ। ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ। ਆਪਣੇ ਰੰਗ ਵਿੱਚ ਰੱਤਾ ਹੋਇਆ, ਉਸ ਦੀ ਜੋਤ ਹਰ ਥਾਂ ਹੈ। ਜਿਵੇਂ ਬਚਨ ਹਨ ਕਿ ਤ੍ਰਿਭਵਨ ਜੋਤ ਰਹੇ ਲਿਵਲਾਏ, ਸੁਨ ਮੰਡਲ ਇੱਕ ਜੋਗੀ ਬੈਸੇ। ਜਿਵੇਂ ਇੱਕ ਜੋਗੀ ਸਮਾਧੀ ਲਾ ਕੇ ਬੈਠਾ, ਅਫੁਰ ਮੰਡਲ ਦੇ ਵਿੱਚ ਪਰਮਾਤਮਾ ਹੈ। ਔਰ ਸੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ, ਨਾ ਇਸਤਰੀ ਹੈ ਨਾ ਪੁਰਖ ਹੈ, ਕਹੋ ਕਉ ਕੈਸੇ, ਕੋਈ ਦੱਸੇ ਭਾਈ ਕਿਹੋ ਜਿਹਾ ਵਾਹਿਗੁਰੂ। ਤ੍ਰਿਭਵਨ ਜੋਤ ਰਹੇ ਲਿਵਲਾਈ, ਆਪਣੇ ਸਰੂਪ ਵਿੱਚ ਆਪ ਹੀ ਲਿਵ ਲਾਈ ਹੋਈ ਹੈ, ਤਿੰਨਾਂ ਭਵਨਾਂ ਵਿੱਚ ਹੀ ਜੋਤ ਹੈ ਵਾਹਿਗੁਰੂ ਦੀ। ਸੁਰ ਨਰ ਨਾਥ ਸੱਚੇ ਸਰਣਾਈ, ਸੁਰ ਦੇਵਤੇ ਨਰ ਮਨੁੱਖ, ਵੱਡੇ ਵੱਡੇ ਨਾਥ ਮੁਨੀ ਮਹਾਤਮਾ ਜਿਨ੍ਹਾਂ ਮਨ ਨੂੰ ਨੱਥਿਆ ਹੋਇਆ, ਸਭ ਵਾਹਿਗੁਰੂ ਦੀ ਸ਼ਰਨ ਵਿੱਚ ਨੇ। ਸੋ ਇਸ ਪ੍ਰਕਾਰ ਹੇ ਗੋਬਿੰਦ ਪਰਮਾਤਮਾ ਜੀ, ਤੁਸੀਂ ਆਪਣੇ ਮਨ ਅੰਦਰ ਆਪਣੇ ਰੰਗ ਪਿਆਰ ਦੇ ਰੰਗ ਵਿੱਚ, ਆਪਣੇ ਰੰਗ ਆਨੰਦ ਦੇ ਵਿੱਚ, ਆਪਣੇ ਅੰਦਰ ਹੀ ਮਨ ਦੇ ਅੰਦਰ ਰਤੇ ਹੋਏ ਹੋ। ਹਰ ਰੰਗ ਨਾਲ ਜਿਹੜਾ ਹਰੀ ਪਰਮਾਤਮਾ ਦਾ ਆਨੰਦ ਆ ਨਾ, ਰੰਗ ਸ਼ਬਦ ਦੇ ਕਈ ਅਰਥ ਨੇ, ਜਿਵੇਂ ਰੰਗ ਗੋਰਾ ਕਾਲਾ ਪੀਲਾ ਚਿੱਟਾ, ਇਹ ਵੀ ਰੰਗ ਨੇ। ਇੱਕ ਮਨ ਦੇ ਰੰਗ ਨੇ। ਕਿਸੇ ਨੂੰ ਰੰਗ ਹੈ ਸੰਸਾਰ ਦਾ, ਕਿਸੇ ਨੂੰ ਨਿਰੰਕਾਰ ਦਾ, ਕਿਸੇ ਨੂੰ ਵਿਕਾਰਾਂ ਦਾ, ਕਿਸੇ ਨੂੰ ਲੋਭ ਦਾ, ਕਿਸੇ ਨੂੰ ਕਾਮ ਦਾ, ਕਿਸੇ ਨੂੰ ਹੰਕਾਰ ਦਾ ਰੰਗ। ਇਹ ਰੰਗ ਮਨਾਂ ਨੂੰ ਚੜ੍ਹੇ ਹੋਏ ਹਨ। ਇਸ ਪ੍ਰਕਾਰ ਰੰਗ ਦਾ ਅਰਥ ਹੈ ਪ੍ਰੇਮ, ਅਤੇ ਰੰਗ ਦਾ ਅਰਥ ਹੈ ਆਨੰਦ ਵੀ। ਸੋ ਹਰ ਰੰਗ ਨਾਲ,
ਹਰੀ ਪ੍ਰਮਾਤਮਾ ਦਾ ਜਿਹੜਾ ਆਨੰਦ ਹੈ ਨਾ, ਉਹ ਸਾਡੇ ਨਾਲ ਹੀ ਹੈ। ਘਰ ਹੁੰਦਾ ਪੁਰਖ ਨਾ ਪਛਾਣਿਆ, ਜਿਵੇਂ ਵਸਤ ਰਹੀ ਘਰ ਬਾਰ। ਘਰ ਦੇ ਵਿੱਚ ਹੀ ਵਸਤੂ ਸੀ, ਘਰ ਮੈਂ ਵਸਤ ਬਾਹਰ ਉੱਠ ਜਾਤਾ। ਵਸਤੂ ਘਰ ਅੰਦਰ ਸੀ, ਭਾਵ ਹਿਰਦੇ 'ਚ, ਅਤੇ ਮਨੁੱਖ ਬਾਹਰ ਨੂੰ ਉੱਠ ਦੌੜਦਾ, ਜੰਗਲਾਂ 'ਚ ਵੀ ਜਾਂਦਾ। ਫਰੀਦ ਨੇ ਕਿਹਾ, ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜ ਹੈ, ਵੱਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਹੇ ਫਰੀਦ ਜੀ, ਕੀ ਜੰਗਲਾਂ 'ਚ ਭੌਂਦੇ ਫਿਰਦੇ, ਬਿਰਛਾਂ ਦੇ ਕੰਡੇ ਮਿੱਧਦੇ ਫਿਰਦੇ ਹੋ। ਔਰ ਇਸ ਪ੍ਰਕਾਰ ਹਿਆਲੀ ਹੈ, ਹਿਰਦੇ ਅੰਦਰ ਤਾਂ ਵਾਹਿਗੁਰੂ ਵਸਦਾ, ਅਤੇ ਤੂੰ ਜੰਗਲ ਵਿੱਚ ਕੀ ਢੂੰਡਦਾ ਫਿਰਦਾ। ਸੋ ਇਸ ਪ੍ਰਕਾਰ ਹਰ ਰੰਗ ਨਾਲ ਹਰੀ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ, ਹਰੀ ਦਾ ਅਭੇਦਤਾ ਦਾ ਆਨੰਦ, ਹਰੀ ਦਾ ਰੰਗ ਪ੍ਰੇਮ ਤਾਂ ਤੇਰੇ ਨਾਲ ਹੀ ਹੈ। ਨਾ ਲਖੀ ਹੈ, ਪਰ ਸਾਡੇ ਜੀਵਾਂ ਦੀ ਇਹ ਪਾਇਆ ਨਹੀਂ ਹੈ। ਅਸੀਂ ਉਹ ਸਮਰੱਥਾ ਨਹੀਂ ਰੱਖਦੇ ਕਿ ਵਾਹਿਗੁਰੂ ਨੂੰ ਲਖ ਸਕੀਏ। ਲਖਣਾ ਜਾਣਨਾ, ਲਖਣਾ ਵੇਖਣਾ। ਅਲਖ ਭਾਵ ਅਦ੍ਰਿਸ਼ਟ ਹੈ, ਲਖਿਆ ਨਹੀਂ ਜਾਂਦਾ, ਵੇਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ। ਹੇ ਮੇਰੇ ਗੋਵਿੰਦਾ, ਹੇ ਅਕਾਲ ਪੁਰਖ ਜੀ, ਗੁਰ ਪੂਰਾ ਅਲਖ ਲਖਾਹੀ ਜੀ। ਪੂਰਾ ਗੁਰੂ ਇਸੇ ਵਾਸਤੇ ਚਾਹੀਦਾ, ਕਿਉਂਕਿ ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖਿਆ ਵਿਚਾਰ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪ੍ਰਗਾਸਾ, ਕਾਚੇ ਗੁਰ ਤੇ ਮੁਕਤ ਨਾ ਹੁਆ। ਪੂਰਾ ਗੁਰੂ, ਅਲਖ ਨਾ ਦਿਸਣ ਵਾਲੇ, ਨਾ ਜਾਣੇ ਜਾਣ ਵਾਲੇ ਪ੍ਰਮਾਤਮਾ ਨੂੰ ਲਿਖਾ ਹੀ ਲਿਖਾ ਦਿੰਦੇ ਨੇ, ਅਨੁਭਵ ਕਰਾ ਦਿੰਦੇ ਨੇ, ਨਿਰਗੁਣ ਦਾ ਗਿਆਨ ਬਖਸ਼ ਦਿੰਦੇ ਹਨ, ਅਤੇ ਸਰਗੁਣ ਦਾ ਧਿਆਨ ਵੀ ਪੂਰੇ ਗੁਰੂ ਰਾਹੀਂ ਪ੍ਰਾਪਤ ਹੁੰਦਾ। ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਵਿੰਦਾ, ਸਭ ਦਾਲ ਦੁੱਖ ਲਹਿ ਜਾਹੀ ਜੀਓ। ਹੇ ਮੇਰੇ ਗੋਵਿੰਦ ਪ੍ਰਮਾਤਮਾ ਅਕਾਲ ਪੁਰਖ ਜੀ, ਜਿਨ੍ਹਾਂ ਦੇ ਹਿਰਦੇ ਅੰਦਰ ਸਤਿਗੁਰੂ ਦੁਆਰਾ ਵਾਹਿਗੁਰੂ ਵਾਹਿਗੁਰੂ ਨਾਮ ਪ੍ਰਗਟ ਹੋਇਆ। ਪ੍ਰਗਾਸਿਆ ਮੈਨੇ ਨਾਮ ਦਾ ਚਾਨਣ ਹੋ ਗਿਆ ਹੈ, ਨਾਮ ਪ੍ਰਗਟ ਹੋ ਆਇਆ ਹੈ ਹਿਰਦੇ ਅੰਦਰ ਹੀ, ਪਰ ਗੁਪਤ ਹੋ ਰਿਹਾ ਸੀ। ਜਿਵੇਂ ਬਚਨ ਹਨ, ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ। ਰਾਮ ਦੇ ਨਾਮ ਦਾ ਪ੍ਰਕਾਸ਼ ਚਾਨਣ ਕਰ ਦਿਓ, ਪ੍ਰਗਟ ਕਰ ਦਿਓ। ਇਸ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਵਾਹਿਗੁਰੂ ਨਾਮ ਪ੍ਰਗਟ ਹੋਇਆ, ਹੋਰ ਜਿਹੜੀਆਂ ਧੁਨਾਂ ਹਨ ਨਾ, ਸੰਸਾਰੀ ਗੱਲਾਂ ਬਾਤਾਂ, ਰੌਲਾ ਰੱਪਾ ਅੰਦਰ ਝਮੇਲਾ ਪਿਆ ਹੋਇਆ, ਉਹ ਨਹੀਂ ਰਿਹਾ, ਅਤੇ ਵਾਹਿਗੁਰੂ ਦਾ ਨਾਮ ਪ੍ਰਗਟ ਹੋ ਗਿਆ ਹੈ। ਸਭ ਦਾਲਦ ਦੁੱਖ ਲਹਿ ਜਾਹੀ ਜੀਓ। ਉਹਨਾਂ ਦੇ ਸਾਰੇ ਦਲਿੱਦਰ, ਗਰੀਬੀ ਅਤੇ ਹੋਰ ਸਾਰੇ ਦੁੱਖ ਲਹਿ ਜਾਹੀ ਜੀਓ, ਲੈ ਜਾਂਦੇ ਹਨ ਜੀ। ਜਿਨ੍ਹਾਂ ਦੇ ਹਿਰਦੇ 'ਚ ਪ੍ਰਕਾਸ਼ ਹੋ ਜਾਏ ਵਾਹਿਗੁਰੂ ਦੇ ਨਾਮ ਦਾ, ਉਹਨਾਂ ਦੇ ਦੁੱਖ ਦਲਿੱਦਰ ਸਭ ਲੱਥ ਜਾਂਦੇ ਹਨ। ਵਾਹਿਗੁਰੂ ਦਾ ਨਾਮ ਐਡਾ ਸ਼ਕਤੀਵਾਨ ਹੈ ਕਿ ਸਾਰੇ ਦੁੱਖ ਦਲਿੱਦਰ ਮੇੜ ਦਿੰਦਾ ਹੈ। ਹਰ ਪਦ ਊਤਮ ਪਾਇਆ ਮੇਰੇ ਗੋਵਿੰਦਾ, ਵੱਡ ਭਾਗੀ ਨਾਮ ਸਮਾਹੀ ਜੀਓ। ਇੱਕ ਥੋੜ੍ਹਾ ਜਿਹਾ ਨੁਕਤਾ ਪਹਿਲਾਂ ਵੀ ਕਈ ਵਾਰੀ ਬਿਆਨ ਕੀਤਾ ਅਤੇ ਹੁਣ ਵੀ ਕਰ ਦਿੰਦਾ। ਸੰਸਾਰੀ ਲੋਕਾਂ ਦੇ, ਆਮ ਜੀਆਂ ਦੇ ਮਨਾਂ ਅੰਦਰ ਇਹ ਭੁਲੇਖਾ ਹੈ, ਉਹ ਇਹ ਬਚਨ ਵੀ ਕਰਦੇ ਨੇ ਆਮ, ਅਤੇ ਰੱਬ ਦੇ ਭਗਤਾਂ ਨੂੰ ਦੁੱਖ ਇੰਨਾ ਕਿਉਂ ਮਿਲਦਾ। ਜੇ ਰੱਬ ਦੇ ਸੱਚੇ ਭਗਤ ਹੁੰਦੇ, ਉਹਨਾਂ ਨੂੰ ਆਰਿਆਂ ਨਾਲ ਕਿਉਂ ਚੀਰਿਆ ਗਿਆ, ਉਹਨਾਂ ਦੇ ਬੰਦ ਕੱਟੇ ਗਏ, ਉਹਨਾਂ ਨੂੰ ਰੂੰ 'ਚ ਲਪੇਟ ਕੇ ਅੱਗ ਲਾ ਕੇ ਸਾੜ ਕੇ ਸ਼ਹੀਦ ਕੀਤਾ ਗਿਆ, ਉਹਨਾਂ ਦੇ ਖੋਪਰੇ ਲੱਥ ਗਏ। ਇਹ ਕੀ ਗੱਲ। ਕਈ ਵਾਰੀ ਨੁਕਤਾ ਬਿਆਨ ਕੀਤਾ, ਅਤੇ ਹੁਣ ਵੀ ਗੁਰੂ ਕੀ ਬਾਣੀ ਰਾਹੀਂ ਹੀ ਨੁਕਤਾ ਇਹ ਪ੍ਰਸ਼ਨ ਇਹਦਾ ਜਵਾਬ ਮਿਲਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਸੰਤ ਦੀ ਪਰਿਭਾਸ਼ਾ ਦੱਸ ਰਹੇ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ। ਭਗਤ ਦਾ ਇਹ ਰੁਤਬਾ ਨਹੀਂ ਵੀ ਉਹਨੂੰ ਦੁੱਖ ਨਾ ਮਿਲੇ, ਅਤੇ ਫਿਰ ਪਤਾ ਲੱਗਦਾ ਵੀ ਉਹਨੂੰ ਸਰੀਰਕ ਤੌਰ 'ਤੇ ਕੋਈ ਕਸ਼ਟ ਨਹੀਂ। ਉਂਝ ਤੇ ਕਬੀਰ ਜੀ, ਨਾਮਦੇਵ ਜੀ ਗਰੀਬ ਘਰਾਂ 'ਚ ਪੈਦਾ ਹੋਏ ਅਤੇ ਉਹ ਗਰੀਬੀ ਵਿੱਚ ਰਹੇ। ਉਹਨਾਂ ਨੇ ਮਹਿਲ ਮਾੜੀਆਂ ਨਹੀਂ ਛੱਤੇ। ਸੰਸਾਰੀ ਰਾਜਿਆਂ ਮਹਾਰਾਜਿਆਂ ਵਾਲਾ ਡੰਬਰ ਤਾਂ ਹੈ ਨਹੀਂ ਸੀ, ਆਮ ਸਧਾਰਨ ਜਿਹਾ ਜੀਵਨ ਸੀ। ਅਤੇ ਫਿਰ ਇਸ ਕਰਕੇ ਲੋਕਾਂ ਨੂੰ ਭੁਲੇਖਾ ਨਜ਼ਰ ਵਿੱਚ ਵੀ ਹੈ, ਅਤੇ ਰੱਬ ਦਾ ਨਾਮ ਜਪਣ ਵਾਲੇ ਐਡੇ ਭਲੇ ਮਾਨਸ, ਚੰਗੇ ਬੰਦੇ, ਇੰਨੀ ਸ਼ਕਤੀ ਦੱਸਦੇ ਇਹਨਾਂ ਕੋਲ, ਅਤੇ ਹੈ ਗਰੀਬੀ 'ਚ। ਇਹੀ ਤਾਂ ਫਰਕ ਹੈ, ਕਿਉਂਕਿ ਉਹ ਅਵਸਥਾ ਸਾਡੀ ਨਹੀਂ ਹੈ। ਜਿਸ ਅਵਸਥਾ 'ਚ ਉਹ ਭਗਤ ਖੇਡਦੇ ਸਨ, ਉਹ ਅਵਸਥਾ ਸੰਸਾਰੀਆਂ ਦੀ ਨਹੀਂ। ਰੱਬ ਦੇ ਪਿਆਰੇ ਦੀ ਇਹ ਨਿਸ਼ਾਨੀ ਨਹੀਂ ਕਿ ਉਹਨੂੰ ਦੁੱਖ ਨਾ ਮਿਲੇ। ਰੱਬ ਦੇ ਪਿਆਰੇ ਦੀ ਨਿਸ਼ਾਨੀ ਇਹ ਹੈ ਕਿ ਦੁੱਖ ਭਾਵੇਂ ਪਹਾੜਾਂ ਜਿੱਡੇ ਉਸ 'ਤੇ ਹੋਣ, ਜਿਨ੍ਹਾਂ ਦੁੱਖਾਂ ਨੂੰ ਵੇਖ ਕੇ ਹੀ ਅਸੀਂ ਕੰਬ ਜਾਈਏ, ਪਰ ਉਹ ਡੋਲੇ ਨਾ।
ਉਹ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ। ਵੱਡੇ ਵੱਡੇ ਸੰਤ ਭਗਤ ਹੋਏ ਨੇ, ਉਹਨਾਂ 'ਤੇ ਕਸ਼ਟ ਦੁੱਖ ਆਏ। ਸਰਮੱਧ ਫਕੀਰ 'ਤੇ ਕੈਸਾ ਕਸ਼ਟ ਆਇਆ। ਸਾਡੇ ਸਤਿਗੁਰਾਂ ਨੇ ਸਰੀਰਕ ਤੌਰ 'ਤੇ ਕਸ਼ਟ ਝੱਲ ਕੇ ਵਿਖਾਏ ਪਰ ਡੋਲੇ ਨਹੀਂ। ਸ਼ਰਤ ਇਹ ਹੈ ਕਿ ਆਮ ਸੰਸਾਰੀ ਬੰਦੇ ਦੀ ਉਂਗਲੀ 'ਤੇ ਚੀਰ ਦਿੱਤਾ ਜਾਏ ਥੋੜ੍ਹਾ ਜਿਹਾ ਕਿਸੇ ਬਲੇਡ ਦਾ, ਅਤੇ ਉਹ ਸਿਉਂ ਸੂ ਕਰਦਾ ਅਤੇ ਦਰਦ ਮਹਿਸੂਸ ਕਰਦਾ, ਰੌਲਾ ਰੱਪਾ ਪਾਉਂਦਾ, ਉਹਦੇ ਕੋਲੋਂ ਦਰਦ ਨਹੀਂ ਝੱਲੀ ਜਾਂਦੀ। ਪਰ ਜਿਹਦਾ ਬੰਦ ਕੱਟਿਆ ਗਿਆ, ਉਹਦੇ ਬਾਰੇ ਕਿਸੇ ਗ੍ਰੰਥ ਇਤਿਹਾਸ ਵਿੱਚ ਲਿਖਿਆ ਹੋਇਆ ਵੀ ਉਹਨੇ ਹਾਲ ਪਾਰਿਆ ਕੀਤੀ, ਦਵਾਈਆਂ ਦਿੱਤੀਆਂ, ਲੋਕੋ ਮੈਨੂੰ ਕੱਟ ਵੱਢ ਸੁੱਟਿਆ। ਉਹ ਭਾਈ ਮਨੀ ਸਿੰਘ ਤਾਪ ਕਹਿ ਰਿਹਾ ਸੀ ਕਿ ਬੰਦ ਇੱਕ ਇੱਕ ਪੋਟੇ ਤੋਂ ਸ਼ੁਰੂ ਹੁੰਦਾ। ਸੋ ਇਸ ਵਾਸਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਤੋਂ ਉੱਪਰ ਤੇ ਹੋਰ ਕੋਈ ਪ੍ਰਮਾਣ ਨਹੀਂ ਨਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੰਤ ਦੀ ਅਵਸਥਾ। ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ। ਕਬੀਰ ਜੀ ਨਾਮਦੇਵ ਜੀ ਨੇ ਮਹਿਲ ਮਾੜੀਆਂ ਕਿਉਂ ਨਹੀਂ ਛੱਤੇ, ਉਹਨਾਂ ਵਾਸਤੇ ਸੋਨਾ ਮਿੱਟੀ ਦੇ ਬਰਾਬਰ ਸੀ। ਉਹ ਅਵਸਥਾ ਹੀ ਐਸੀ ਹੈ। ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜੇ ਚਿਤ ਨਾ ਲਾਇਆ ਰਾਮ। ਜੇ ਧਰਤੀ ਸਭ ਕੰਚਨ ਕਰ ਦੀਜੈ ਵਿਣ ਨਾਵੈ ਅਵਰ ਨਾ ਪਾਇਆ ਰਾਮ। ਚਿੱਤ ਹੀ ਇੰਨਾ ਬੈਰਾਗੀ ਹੈ ਸੰਸਾਰ ਵੱਲੋਂ, ਚਿੱਤ ਹੀ ਇੰਨਾ ਨਿਰਾਸ਼ ਉਦਾਸ ਅਤੇ ਉਪਰਾਮ ਹੈ ਸੰਸਾਰ ਵੱਲੋਂ ਕਿ ਉਹਨਾਂ ਵਾਸਤੇ ਸੋਨਾ ਚਾਂਦੀ ਹੀਰੇ ਲਾਲ ਜਵਾਹਰਾਤ ਮਿੱਟੀ ਵਰਗੇ ਨੇ। ਉਹਨਾਂ ਸੰਸਾਰ ਦੀ ਨਾਸਵਾਨਤਾ ਨੂੰ ਸਮਝ ਲਿਆ ਹੋਇਆ। ਅੰਦਰ ਉਹਨਾਂ ਦੇ ਐਸਾ ਗਿਆਨ, ਐਸਾ ਪ੍ਰਕਾਸ਼, ਐਸਾ ਚਾਨਣ ਹੈ ਕਿ ਤੁਛ ਚੀਜ਼ ਨਾਲ ਲਗਾ ਕਿਵੇਂ ਲੱਗੇ। ਉਹਨਾਂ ਨੂੰ ਮਹਾਨ ਰਸ ਪ੍ਰਾਪਤ ਹੋਇਆ, ਮਹਾਨ ਆਨੰਦ ਪ੍ਰਾਪਤ ਹੋਇਆ। ਇਹ ਸੋਨਾ ਚਾਂਦੀ ਹੀਰੇ ਲਾਲ ਜਵਾਹਰਾਤ ਸੁੱਖ ਦੀ ਇੱਛਾ ਕਰਕੇ ਲੋਕ ਇਹਨਾਂ ਮਗਰ ਭੱਜਦੇ ਨੇ। ਮਹਿਲ ਮਾੜੀਆਂ ਛੱਤ ਲਈਏ ਅਤੇ ਅਨੇਕਾਂ ਨੌਕਰ ਚਾਕਰ ਹੋਣ, ਬੜਾ ਸੁੱਖ ਹੋਵੇਗਾ। ਇਹਦੇ ਸਰੀਰਕ ਸੁੱਖ ਹੈ, ਸਰੀਰ ਆਲਸੀ ਬਣਾਉਣਾ ਹੈ। ਆਤਮਕ ਅੰਦਰ ਮਨ ਦੇ ਸ਼ਾਂਤੀ ਟਿਕਾ ਤਾਂ ਹੈ ਨਹੀਂ। ਸੋ ਰਹੋ ਵਿਚਾਰ ਸਭ ਦੁਆਲਦ ਦੁੱਖ ਲੈ ਜਾਈ ਜੀ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਦੁੱਖਾਂ ਦਾ ਚੇਤਾ ਹੀ ਭੁਲਾ ਦਿੰਦਾ ਵਾਹਿਗੁਰੂ। ਇਹ ਹੈ ਦੁੱਖ ਦਲਿੱਦਰ ਦੂਰ ਹੋਣਾ। ਉਹ ਮੁਫਲਸ ਦੇ ਮਾਰੇ ਨਹੀਂ ਹਨ, ਸਭ ਕੁਝ ਕੋਲ ਹੁੰਦਿਆਂ ਰਿੱਧੀ ਸਿੱਧੀ ਨਿੱਧੀ ਉਹਨਾਂ ਦੇ ਚਰਨਾਂ 'ਚ ਦਾਸੀ ਬਣ ਕੇ ਖੜੀ ਹੈ, ਪਰ ਉਹ ਚਿੱਤ ਹੀ ਨਹੀਂ ਲਾਉਂਦੇ ਅੰਦਰ। ਉਹਨਾਂ ਦੇ ਅੰਦਰ ਨਾ ਦਲਿੱਦਰੀ ਹੈ, ਕੋਈ ਪ੍ਰਭਾਵ ਨਹੀਂ ਗਰੀਬੀ ਦਾ, ਕਿਸੇ ਦੁੱਖ ਦਾ ਪ੍ਰਭਾਵ ਨਹੀਂ। ਦੁੱਖ ਦਲਿੱਦਰ ਲਾ ਦਿੰਦਾ ਵਾਹਿਗੁਰੂ, ਮੇੜ ਦਿੱਤੇ। ਹਰ ਪਦ ਊਤਮ ਪਾਇਆ ਮੇਰੇ ਗੋਵਿੰਦਾ। ਹੇ ਮੇਰੇ ਗੋਬਿੰਦ ਪ੍ਰਮਾਤਮਾ, ਉਹਨਾਂ ਨੇ ਤੇਰੀ ਪ੍ਰਾਪਤੀ ਰੂਪੀ ਉੱਤਮ ਪਦਵੀ ਨੂੰ ਪ੍ਰਾਪਤ ਕੀਤਾ। ਇਹਨੂੰ ਕਹਿੰਦੇ ਨੇ ਪਰਮ ਪਦ, ਇਸ ਨੂੰ ਕਹਿੰਦੇ ਨੇ ਊਤਮ ਪਦਵੀ। ਊਤਮ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪ੍ਰਗਾਸ। ਇਹ ਉੱਤਮ ਪਦ ਹੈ, ਜਿੱਥੇ ਜਾ ਕੇ ਮੁਕਤ ਅਵਸਥਾ ਹੈ। ਹਰੀ ਅਕਾਲ ਪੁਰਖ ਦੀ ਪ੍ਰਾਪਤੀ ਦਾ ਉੱਤਮ ਪਦ, ਉੱਤਮ ਪਦਵੀ, ਉੱਤਮ ਮੁਰਤਬਾ ਉਹਨਾਂ ਨੇ ਪਾ ਲਿਆ ਹੈ। ਵੱਡ ਭਾਗੀ ਨਾਮ ਸਮਾਹੀ ਜੀਓ। ਜੋ ਵੱਡਿਆਂ ਭਾਗਾਂ ਵਾਲੇ ਹਨ, ਵੱਡ ਭਾਗੀ ਜੀਵੜੇ ਹਨ, ਉਹ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਹੀ ਸਮਾਹੀ ਸਮਾ ਜਾਂਦੇ ਹਨ। ਸਮਾਹੀ ਸਮਾ ਜਾਣਗੇ। ਨਾਮ ਦੁਆਰਾ ਉਹਨਾਂ ਨੂੰ ਸਮਾਹੀ ਸਮਾੜਾ ਆਨੰਦ ਪ੍ਰਾਪਤ ਹੋਇਆ ਹੈ। ਆਨੰਦ ਰੂਪ ਹੀ ਹੋ ਗਏ। ਨੈਣੀ ਮੇਰੇ ਪਿਆਰਿਆ, ਨੈਣੀ ਮੇਰੇ ਗੋਵਿੰਦਾ, ਕਿਨੈ ਹਰ ਪ੍ਰਭ ਡਿਠੜਾ ਨੈਣੀ ਜੀਓ। ਹੇ ਮੇਰੇ ਪਿਆਰੇ ਵਾਹਿਗੁਰੂ, ਹੇ ਮੇਰੇ ਗੋਬਿੰਦ ਪ੍ਰਮਾਤਮਾ ਜੀ, ਕਿਸੇ ਵਿਰਲੇ ਨੇ ਪਿੱਛੇ ਵੀ ਪਿਛਲੇ ਸਮੇਂ ਦੌਰਾਨ ਨੈਣਾ ਦੇ ਨਾਲ ਤੁਹਾਡਾ ਦਰਸ਼ਨ ਕੀਤਾ। ਹੁਣ ਨੈਣਾ ਦੁਆਰਾ ਦਰਸ਼ਨ ਕੀਤਾ ਹੈ ਮੇਰੇ ਗੋਬਿੰਦ ਜੀ। ਆਉਣ ਵਾਲੇ ਸਮੇਂ 'ਚ ਵੀ ਐਸਾ ਕੋਈ ਵਿਰਲਾ ਹੈ ਜੋ ਨੈਣਾ ਨਾਲ ਤੁਹਾਡਾ ਨੇਤਰਾਂ ਨਾਲ ਦਰਸ਼ਨ ਕਰੇਗਾ। ਹੁਣ ਹੋਰ ਦੂਜਾ ਅਰਥ, ਕੋਈ ਐਸਾ ਹੈ ਵਿਰਲਾ ਟਾਵਾਂ ਤੇਰਾ ਪਿਆਰਾ ਜਿਸ ਨੇ ਮਨ ਬੁੱਧ ਰੂਪੀ ਨੇਤਰਾਂ ਦੁਆਰਾ ਤੁਹਾਡਾ ਦਰਸ਼ਨ ਕੀਤਾ, ਜਿਸ ਨੇ ਵਿਰਾਗ ਅਤੇ ਵਿਵੇਕ ਰੂਪੀ ਨੇਤਰਾਂ ਨਾਲ ਦਰਸ਼ਨ ਕੀਤਾ, ਅਤੇ ਜਿਸ ਨੇ ਪ੍ਰਤੱਖ ਵੀ ਨੇਤਰ ਜਿਹੜੇ ਹਨ, ਇਹ ਚਮਦੀਆਂ ਅੱਖਾਂ, ਇਹਨਾਂ ਨਾਲ ਵੀ ਤੁਹਾਡਾ ਸਰਗੁਣ ਸਰੂਪ ਦਾ ਦਰਸ਼ਨ ਕੀਤਾ ਹੈ। ਨੈਣੀ ਮੇਰੇ ਪਿਆਰਿਆ, ਹੈ ਮੇਰੇ ਪਿਆਰਿਆ ਨੈਣਾ ਦੁਆਰਾ, ਨੈਣੀ ਮੇਰੇ ਗੋਬਿੰਦਾ, ਹੈ ਮੇਰੇ ਗੋਬਿੰਦ ਪਰਮੇਸ਼ਰ ਜੀ ਅੰਦਰ ਦੀਆਂ ਅੱਖਾਂ ਨਾਲ। ਕਿਉਂਕਿ ਨਾਨਕ ਸਿੱਖੜੀਆਂ ਬਿਆਨ ਜਿਨ੍ਹਾਂ ਸੰਦੋ ਮਾਪਰੀ, ਜਿਨ੍ਹਾਂ ਨਾਲ ਦਿਸਦਾ ਮੇਰਾ ਪਿਆਰਾ, ਉਹ ਅੱਖਾਂ ਤਾਂ ਹੋਰ ਨੇ, ਸੰਸਾਰੀ ਅੱਖਾਂ ਨਹੀਂ ਨਾ। ਜਦੋਂ ਅੰਦਰਲੀਆਂ ਅੱਖਾਂ ਖੁੱਲ੍ਹਦੀਆਂ ਹਨ ਅਤੇ ਬਾਹਰਲੀਆਂ ਅੱਖਾਂ ਵੀ ਇਹਨਾਂ ਦੀ ਦ੍ਰਿਸ਼ਟੀ ਬਦਲ ਜਾਂਦੀ ਹੈ। ਇੱਕ ਦ੍ਰਿਸ਼ਟੀ ਹੈ ਵਿਕਾਰ ਦ੍ਰਿਸ਼ਟੀ, ਸੰਸਾਰਾਕਾਰ ਦ੍ਰਿਸ਼ਟੀ, ਉਹ ਬ੍ਰਹਮਾਕਾਰ ਦ੍ਰਿਸ਼ਟੀ ਹੈ। ਉਹ ਬ੍ਰਹਮ ਨੂੰ ਹੀ ਵੇਖਦੇ ਹਨ, ਜਿੱਧਰ ਵੇਖਦੇ ਹਨ ਪਰਮਾਤਮਾ ਦੀ ਜੋਤ ਹੀ ਤੱਕਦੇ ਨੇ।
ਕਿਸੇ ਵਿਰਲੇ ਨੇ ਨਾ ਚੰਮ ਦੀਆਂ ਅੱਖਾਂ ਨਾਲ ਬਾਹਰੀ ਨੇਤਰਾਂ ਨਾਲ ਵੀ ਮੇਰਾ ਹਰ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਡਿਠੜਾ ਵੇਖਿਆ ਹੈ। ਯਾਨੀ ਕਿ ਅਵਸਥਾ ਐਸੀ ਹੈ ਕਿ ਇਹ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਇਹ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ। ਇਹ ਅਵਸਥਾ ਹੈ ਅੰਦਰ, ਕੇਵਲ ਜ਼ਬਾਨੀ ਕਲਾਮੀ ਗੱਲਾਂ ਨਹੀਂ। ਇਹ ਉਹ ਅਵਸਥਾ ਹੈ ਕਿ ਜਿਸ ਵੇਲੇ ਵਾਹਿਗੁਰੂ ਦੀ ਜੋਤ ਤੋਂ ਬਗੈਰ ਹੋਰ ਕੋਈ ਦਿਖਾਈ ਨਹੀਂ ਦਿੰਦਾ। ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਵਿੰਦਾ ਹਰ ਬਾਝੋਂ ਧਨ ਕੁਮ ਲੈਣੀ ਜੀਓ। ਹੇ ਮੇਰੇ ਗੋਬਿੰਦ ਪਰਮਾਤਮਾ ਜੀ, ਮੇਰਾ ਤਨ ਵੀ ਬਹੁਤ ਬੈਰਾਗਵਾਨ ਹੋਇਆ, ਮੇਰਾ ਮਨ ਵੀ ਬਹੁਤ ਬੈਰਾਗਵਾਨ ਹੋਇਆ। ਮਨ ਵੀ ਅਤੇ ਇੰਦਰੇ ਵੀ, ਇਹਨਾਂ ਦੀ ਦਸ਼ਾ ਬੈਰਾਗੀਆਂ ਵਾਲੀ ਹੋ ਚੁੱਕੀ ਹੈ। ਜਿਵੇਂ ਫਰੀਦ ਜੀ ਨੇ ਕਿਹਾ, ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਫ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਤੇਰੀ ਨਾਮ ਪ੍ਰਾਪਤੀ ਦੀ ਚਿੰਤਾ ਇਹ ਸਾਡਾ ਖਟੋਲਾ, ਸਾਡੀ ਚਾਰਪਾਈ, ਸਾਡਾ ਮੰਜਾ ਹੈ। ਇਸ ਮੰਜੇ ਦਾ ਵਾਣ ਕੀ ਹੈ? ਤੇਰੀ ਨਾਮ ਪ੍ਰਾਪਤੀ ਕਰਕੇ ਜਿਹੜਾ ਦੁੱਖ ਮਹਿਸੂਸ ਹੋ ਰਿਹਾ। ਹੋਰ ਸੰਸਾਰੀਆਂ ਨੂੰ ਤੇ ਦੁੱਖ ਮਹਿਸੂਸ ਹੀ ਨਹੀਂ ਹੁੰਦਾ, ਉਹਦੇ ਰੱਬ ਨੂੰ ਭੁਲਾ ਕੇ ਕਹਿੰਦੇ ਮੌਜਾਂ ਮਾਣ ਰਹੇ ਆ। ਪਰ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਨਾਲ ਸ਼ਰਧਾ ਹੈ, ਭਗਤੀ ਭਾਵਨਾ, ਇੱਕ ਮਿੰਟ ਸਕਿੰਟ ਵੀ ਵਿਸਰਦਾ ਵਾਹਿਗੁਰੂ ਦਾ ਨਾਮ, ਤੇ ਉਹ ਕਹਿੰਦੇ ਮੌਤ ਹੈ, ਦੁੱਖ ਹੈ। ਔਰ ਇਸ ਪ੍ਰਕਾਰ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਦੇ, ਤੇਰੇ ਵਿਛੋੜੇ ਦਾ ਜਿਹੜਾ ਦਰਦ ਹੈ ਨਾ, ਤਕਲੀਫ ਹੈ ਜਿਹੜੀ ਬਿਰਹੋਂ ਹੈ, ਤੀਬਰ ਤਾਂਘ ਹੈ ਤੇਰੇ ਦਰਸ਼ਨਾਂ ਦੀ, ਇਹ ਬਿਰਹੋਂ ਪੈਦਾ ਹੋਇਆ। ਇਹ ਵਿਛਾਈ ਤੇ ਰਜਾਈ ਹੈ, ਇਹ ਲੇਫਾਂ ਹਨ ਸਾਡੀਆਂ, ਇਹ ਵਿਛਾਉਣਾ ਹੈ ਸਾਡਾ। ਇਹੋ ਜਿਹਾ ਸਾਡਾ ਜੀਵਨ ਸੱਚੇ ਪਾਤਸ਼ਾਹ ਕਦੇ ਸਾਡੇ ਵੱਲ ਵੀ ਤੱਕ ਫਰੀਦ ਜੀ ਬੈਰਾਗੀ ਹੋਏ ਕਹਿ ਰਹੇ। ਔਰ ਇਸ ਪ੍ਰਕਾਰ ਦਸਮ ਪਾਤਸ਼ਾਹ ਨੂੰ ਭਾਈ ਨੰਦ ਲਾਲ ਜੀ ਕਹਿੰਦੇ, ਮੈਂ ਪੁੱਛਿਆ ਸੀ ਕਿ ਵਿਰਾਗਵਾਨਾਂ ਦੀ ਦਸ਼ਾ ਕਿਹੋ ਜਿਹੀ ਹੁੰਦੀ। ਤਾਂ ਹਜ਼ੂਰ ਨੇ ਜੋ ਕਿਹਾ ਉਹ ਭਾਈ ਨੰਦ ਲਾਲ ਜੀ ਲਿਖਦੇ ਨੇ, ਆਸ਼ਕਾਂ ਰਾ ਨਵ ਨਿਸ਼ਾਨੀ ਐ ਪਿਸਰ ਐ ਪੁੱਤਰ ਨੰਦ ਲਾਲ। ਰੱਬ ਦੇ ਆਸ਼ਕਾਂ ਦੀਆਂ 9 ਨਿਸ਼ਾਨੀਆਂ ਹਨ ਜਿਹੜੇ ਸੰਸਾਰ ਵੱਲੋਂ ਬੈਰਾਗੀ ਹੋਏ ਨੇ ਅਤੇ ਰੱਬ ਦੇ ਨਾਲ ਪ੍ਰੇਮ ਗੰਢ ਲਿਆ, ਵਾਹਿਗੁਰੂ ਦੇ ਮੁਤਲਾਸ਼ੀ ਹਨ, ਖੋਜੀ ਹਨ। ਉਹਨਾਂ ਦੀਆਂ 9 ਨਿਸ਼ਾਨੀਆਂ ਉਹਨਾਂ ਦੇ ਸਰੀਰ 'ਤੇ ਪ੍ਰਗਟ ਹੁੰਦੀਆਂ। ਆਸ਼ਕਾਂ ਰਾ ਨਵ ਨਿਸ਼ਾਨੀ ਐ ਪਿਸਰ ਆਹਾ ਸਰਦੋ ਰੰਗ ਜਰਦੋ। ਲੰਬੇ ਲੰਬੇ ਹਾਵੇ 'ਤੇ ਹੋ ਕੇ ਆਉਂਦੇ, ਠੰਡੇ ਸਾਹ ਆਉਂਦੇ ਨੇ, ਸਰਦ ਸਾਹ ਆਉਣ ਲੱਗ ਪਏ। ਰੰਗ ਜਰਦੋ, ਚਿਹਰੇ ਦਾ ਰੰਗ ਪੀਲਾ ਪੈ ਜਾਂਦਾ, ਜਰਦ ਹੋ ਜਾਂਦਾ, ਕੁਮਲਾ ਜਾਂਦਾ ਚਿਹਰਾ। ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਨੇਤਰ ਹਰ ਵਕਤ ਵਿਰਾਗ ਨਾਲ ਗਿਲੇ ਰਹਿੰਦੇ ਨੇ। ਜਿਵੇਂ ਸੰਤ ਬਾਬਾ ਅਤਰ ਸਿੰਘ ਸਾਹਿਬ ਮਸਤੂਆਣੇ ਵਾਲਿਆਂ ਦੀ ਬਹੁਤ ਜ਼ਿਆਦਾ ਵਿਰਾਗੀਆਂ ਵਾਲੀ ਅਵਸਥਾ ਸੀ, ਬਿਲਕੁਲ ਸੰਸਾਰ ਤੋਂ ਉਪਰਾਮ ਹਿਰਦਾ ਸੀ ਉਹਨਾਂ ਦਾ। ਔਰ ਕਈ ਵਾਰੀ ਉਹ ਆਪਣੇ ਨੇਤਰ ਸਾਫ਼ ਕਰਦੇ ਸਨ, ਫਿਰ ਵਿਰਾਗ ਚੱਲਦਾ ਸੀ। ਔਰ ਇਤਿਹਾਸ ਇਹ ਬਿਆਨ ਕਰਦਾ, ਜਿਨ੍ਹਾਂ ਸਤਿਗੁਰਾਂ ਦੀ ਬਾਣੀ ਆਪਾਂ ਵਿਚਾਰ ਰਹੇ ਹਾਂ, ਉਹ ਗੁਰੂ ਰਾਮਦਾਸ ਮਹਾਰਾਜ ਜਦੋਂ ਬਾਣੀ ਉਚਾਰਦੇ ਸਨ ਤੇ ਇਹ ਅਵਸਥਾ ਤਾਰੀ ਹੁੰਦੀ ਸੀ, ਮੈਂ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲਾ ਜੀ। ਨੇਤਰਾਂ 'ਚੋਂ ਵਿਰਾਗ ਦੇ, ਵਾਹਿਗੁਰੂ ਦੇ ਪ੍ਰੇਮ ਦੇ ਹੰਝੂ ਚੱਲਦੇ ਰਹਿੰਦੇ ਸਨ। ਅਤੇ ਸਿੱਖ ਹੋਰ ਚੋਲਾ ਲਿਆ ਕੇ ਕਹਿੰਦੇ ਮਹਾਰਾਜ ਚੋਲਾ ਬਦਲ ਲਓ, ਚੋਲਾ ਬਦਲਦੇ, ਫਿਰ ਬਾਣੀ ਉਚਾਰਦੇ, ਫਿਰ ਉਹੀ ਦਸ਼ਾ ਹੋ ਜਾਂਦੀ ਸੀ। ਸੋ ਇਸ ਪ੍ਰਕਾਰ ਆਸ਼ਕਾਂ ਰਾ ਨਵ ਨਿਸ਼ਾਨੀ ਹੈ ਪਿਸਰ ਆਹ ਸਰਦੋ ਰੰਗ ਜਰਦੋ ਚਸ਼ਮ ਤਰ। ਕੰਮ ਖੁਰਦ ਨੂੰ ਖਾਣਾ ਪੀਣਾ, ਭੋਜਨ ਪਾਣੀ ਦੀ ਰੁਚੀ ਘਟ ਜਾਂਦੀ ਹੈ। ਸੁਦੇ ਸਿੱਧੇ ਕੋਈ ਆਪਣੇ ਆਪ ਨੂੰ ਬੰਨ੍ਹ ਕੇ ਜ਼ਬਰਦਸਤੀ ਨਹੀਂ ਵਰਤ ਰੱਖਦੇ, ਰੋਜ਼ੇ ਰੱਖਦੇ, ਬੜੀ ਮੁਸ਼ਕਿਲ, ਇੰਝ ਨਹੀਂ, ਚੇਤੀ ਨਹੀਂ ਕਰਦਾ। ਕੰਮ ਖੁਰਦ ਨੂੰ, ਕੰਮ ਗੁਫਤ ਨੂੰ। ਗੁਫਤ ਨੂੰ ਦਾ ਮਤਲਬ ਹੈ ਬੋਲਣਾ। ਬੋਲ ਚਾਲ ਬਹੁਤ ਘੱਟ ਜਾਂਦਾ, ਸੰਸਾਰੀ ਲੋਕ ਗੱਲਾਂ ਜ਼ਿਆਦਾ ਕਰਦੇ ਨੇ, ਅਤੇ ਭਗਤ ਐਸੀ ਅਵਸਥਾ ਹੋ ਜਾਂਦੀ ਕਿ ਬੋਲਣ ਨੂੰ ਚਿੱਤ ਨਹੀਂ ਕਰਦਾ। ਓਏ ਬੇਪਰਵਾਹ ਨਾ ਬੋਲਣੀ, ਹਉ ਮਲਮਲ ਧੋਵਾਂ ਤਿਨ ਪਾਏ। ਔਰ ਇਸ ਪ੍ਰਕਾਰ ਬੋਲਣ ਨੂੰ ਚਿੱਤ ਨਹੀਂ ਕਰਦਾ। ਕੰਮ ਖੁਰਦ ਨੂੰ, ਕੰਮ ਗੁਫਤ ਨੂੰ, ਖੁਆਬਸ਼ ਹਰਾਮ, ਨੀਂਦ ਹਰਾਮ ਹੋ ਜਾਣੀ, ਯਾਨੀ ਨੀਂਦ ਬਹੁਤ ਘੱਟ ਜਾਣੀ, ਨੀਂਦ ਬਹੁਤ ਘੱਟ ਆਉਂਦੀ ਉਹਨਾਂ ਨੂੰ। ਸੋ ਇਸ ਪ੍ਰਕਾਰ ਭਾਈ ਵੀਰ ਸਿੰਘ ਨੇ ਜਦੋਂ ਲਿਖਿਆ ਵੀ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ। ਸੋ ਇਸ ਪ੍ਰਕਾਰ
ਵਸਲੋਂ ਉਰੇ ਮੁਕਾਮ ਨਾ ਕੋਈ, ਉਹ ਚਾਲ ਪਏ ਨਿਤ ਰਹਿੰਦੇ। ਵਸਲ ਤੋਂ ਉਰੇ, ਮਿਲਾਪ ਤੋਂ ਉਰੇ ਕੋਈ ਟਿਕਾਣਾ ਨਹੀਂ ਉਹ ਸਮਝਦੇ। ਇਸ ਤਰ੍ਹਾਂ ਹੀ ਭਾਈ ਜੀ ਕਹਿੰਦੇ ਨੇ, ਭਾਈ ਨੰਦ ਲਾਲ ਜੀ, ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਕਮ ਖੁਰਦਨੋਂ ਕਮ ਗੁਫਤਨੋਂ ਖੁਆਵਸ਼ ਹਰਾਮ ਇੰਤਜ਼ਾਰੀ। ਜਿਵੇਂ ਕਿਸੇ ਪਤੀ ਵਰਤਾ ਔਰਤ ਦੇ ਅੰਦਰ ਇੰਤਜ਼ਾਰ ਹੁੰਦਾ ਪਤੀ ਦਾ, ਪਰਦੇਸ ਗਏ ਪਤੀ ਦਾ, ਧਿਆਨ ਉਧਰ ਹੀ ਰਹਿੰਦਾ। ਇੰਤਜ਼ਾਰੀ, ਉਡੀਕ। ਬੇਕਰਾਰੀ, ਬੇਸਬਰੀ, ਹਿਰਦਾ ਕਰਾਰ ਨਹੀਂ ਫੜਦਾ, ਸਬਰ ਨਹੀਂ ਕਰਦਾ, ਬਾਰ-ਬਾਰ ਉਛਲ ਉਛਲ ਪੈਂਦਾ। ਇੰਤਜ਼ਾਰੀ, ਬੇਕਰਾਰੀ, ਦਸਤਸਰ, ਹੱਥਾਂ ਵਿੱਚ ਸਿਰ ਫੜ ਕੇ ਬੈਠੇ ਰਹਿੰਦੇ, ਸੋਚਾਂ ਸੋਚਦੇ ਰਹਿੰਦੇ ਨੇ ਕਦੋਂ ਵਾਹਿਗੁਰੂ ਦਾ ਮਿਲਾਪ ਹੋਵੇਗਾ। ਜੀਵਨ ਕਿਤੇ ਐਵੇਂ ਨਾ ਲੰਘ ਜਾਏ, ਜੀਵਨ ਦੀ ਲੀਲਾ ਸਮਾਪਤ ਹੋਵੇ, ਇਹਦੋਂ ਪਹਿਲਾਂ ਪਹਿਲਾਂ ਮਿਲਾਪ ਹੋ ਜਾਏ। ਸੋ ਇਸ ਪ੍ਰਕਾਰ ਮੇਰਾ ਮਨ ਤਨ ਬਹੁਤ ਵੈਰਾਗਿਆ ਮੇਰੇ ਗੋਵਿੰਦਾ। ਹੇ ਗੋਬਿੰਦ ਪਰਮਾਤਮਾ ਜੀ, ਮੇਰਾ ਮਨ ਵੀ ਬਹੁਤ ਵੈਰਾਗਵਾਨ ਹੋਇਆ, ਮੇਰਾ ਤਨ ਇੰਦਰੇ ਇਹ ਵੀ ਬਹੁਤ ਵੈਰਾਗਵਾਨ ਹੋਏ ਰਹਿੰਦੇ ਨੇ। ਹਰ ਬਾਝੋਂ ਧਨ ਕੁਮ ਲੈਣੀ ਜੀ। ਹਰੀ ਅਕਾਲ ਪੁਰਖ ਜੀ, ਤੁਹਾਡੇ ਦਰਸ਼ਨਾਂ ਤੋਂ ਬਾਝੋਂ ਬਗੈਰ, ਤੁਹਾਡੀ ਪ੍ਰਾਪਤੀ ਤੋਂ ਬਗੈਰ ਇਹ ਜਿੰਦ, ਇਹ ਜੀਵ ਰੂਪੀ ਧਨ ਇਸਤਰੀ ਕੁਮ ਲੈਣੀ ਜੀ, ਕੁਮਲਾ ਗਈ ਹੈ। ਜਿਵੇਂ ਖੇਤੀ ਕੁਮਲਾ ਜਾਂਦੀ ਹੈ ਨਾ ਪਾਣੀ ਤੋਂ ਬਗੈਰ, ਸੋ ਇਸ ਪ੍ਰਕਾਰ ਜਲ ਬਿਨ ਸਾਖ ਕੁਮਲਾਵਤੀ। ਸੰਤ ਜਨਾਂ ਮਿਲ ਪਾਇਆ ਮੇਰੇ ਗੋਵਿੰਦਾ, ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ। ਜਿਹੜੇ ਰੱਬ ਦੇ ਸੰਤ ਨੇ ਨਾ, ਸ਼ਾਂਤ ਆਤਮਾ, ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ ਕਰਕੇ ਵਾਹਿਗੁਰੂ ਦੇ ਚਰਨਾਂ ਨਾਲ ਜੋੜਿਆ ਹੋਇਆ, ਸੰਤ ਜਨ ਸੇਵਕ ਵਾਹਿਗੁਰੂ ਦੇ, ਉਹਨਾਂ ਦੀ ਸੰਗਤ 'ਚ ਮਿਲ ਕੇ ਜਿਸ ਨੇ ਵੀ ਪਾਇਆ ਉਸ ਨੇ ਸੰਗਤ 'ਚ ਮਿਲ ਕੇ ਪਾਇਆ। ਸੰਤ ਜਨਾਂ, ਗੁਰਮੁਖ ਜਨਾਂ ਦੀ ਸੰਗਤ 'ਚ ਮਿਲ ਕੇ ਪਾਇਆ ਹੈ ਮੇਰੇ ਗੋਬਿੰਦ ਪਰਮਾਤਮਾ ਨੂੰ। ਹੇ ਮੇਰੇ ਗੋਬਿੰਦਾ, ਜਿਸ ਨੇ ਵੀ ਤੈਨੂੰ ਪ੍ਰਾਪਤ ਕੀਤਾ, ਤੇਰੇ ਸੰਤ ਜਨਾਂ ਦੀ, ਤੇਰੇ ਨਾਲ ਮਿਲੇ ਹੋਏ ਸੰਤ ਜਨਾਂ ਦੀ ਸੰਗਤ 'ਚ ਮਿਲ ਕੇ ਪਾਇਆ। ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ। ਮੇਰਾ ਜੋ ਹਰੀ ਪ੍ਰਭੂ ਹੈ, ਸੱਜਣ ਹੈ, ਸੈਣੀ ਸਾਥੀ ਹੈ ਲੋਕ ਪਰਲੋਕ ਦਾ, ਸਦਾ ਨਾਲ ਰਹਿਣ ਵਾਲਾ, ਉਸ ਨੂੰ ਪ੍ਰਾਪਤ ਕੀਤਾ ਸੰਤ ਜਨਾਂ ਦੀ ਸੰਗਤ 'ਚ। ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ, ਮੈਂ ਸੁਖ ਵਿਹਾਣੀ ਰਹਿਣੀ ਜੀਓ। ਅਤੇ ਉਹਦੀ ਇਹ ਅਵਸਥਾ, ਉਹ ਕਹਿੰਦਾ ਭਾਈ ਜਗਤ ਨੂੰ ਜੀਵਨ ਦੇਣ ਵਾਲਾ, ਸਾਰੇ ਜਗਤ ਦਾ ਜੀਵਨ ਰੂਪ ਮੇਰਾ ਗੋਬਿੰਦ ਪਰਮੇਸ਼ਰ, ਮੇਰਾ ਹਰੀ ਹੁਣ ਆ ਮਿਲਿਆ ਹੈ। ਅਤੇ ਮੇਰੀ ਜਾਂ ਮੈਂ ਇਸ ਜੀਵ ਨੇ ਸੁਖ ਵਿਹਾਣੀ ਰਹਿਣੀ ਜੀਓ। ਮੈਂ ਸੁਖ ਦੇ ਸਹਿਤ ਆਪਣੀ ਜ਼ਿੰਦਗੀ ਰੂਪੀ ਰਹਿਣੀ ਰਾਤ ਵਿਹਾਣੀ ਬਤੀਤ ਕੀਤੀ ਹੈ ਜਾਂ ਬਤੀਤ ਕਰ ਰਿਹਾ ਹਾਂ। ਮੈਂ ਮਿਲ ਹੋ ਸੰਤ ਮੇਰਾ ਹਰ ਪ੍ਰਭ ਸੱਜਣ। ਹੈ ਸੰਤ ਜਨੋ, ਮੇਰਾ ਹਰੀ ਪ੍ਰਭੂ ਜੋ ਸੱਜਣ ਹੈ ਲੋਕ ਪਰਲੋਕ ਦਾ, ਹੈ ਸੰਤ ਜਨੋ, ਮੈਨੂੰ ਉਹਦੇ ਨਾਲ ਮਿਲਾ ਦਿਓ। ਮੈਂ ਮਨ ਤਨ ਭੁੱਖ ਲਗਾਈਆ ਜੀਓ। ਮੈਂ ਸੰਤ ਜਨਾਂ ਦੀ ਸੰਗਤ ਕਰਕੇ ਮਨ ਅਤੇ ਤਨ ਦੋਵਾਂ ਦੇ ਅੰਦਰ ਤੀਬਰ ਤਾਂਘ, ਇਹ ਭੁੱਖ, ਲਗਾਤਾਰੀ ਜਿਹੜੀ ਇੱਛਾ ਹੈ, ਇਹ ਭੁੱਖ ਲੱਗੀ ਹੋਈ ਹੈ ਮਨ ਦੇ ਅੰਦਰ ਵੀ ਤਨ ਅੰਦਰ ਵੀ। ਹਉ ਰਹਿ ਨਾ ਸਕੋਂ ਬਿਨ ਦੇਖੇ ਮੇਰੇ ਪ੍ਰੀਤਮ। ਹੇ ਮੇਰੇ ਪ੍ਰੀਤਮ, ਪ੍ਰੀਤਮ ਪ੍ਰੇਮ ਭਗਤ ਕੇ ਦਾਤੇ, ਭਗਤਾਂ ਦੇ ਪ੍ਰੀਤ ਕਰਨ ਯੋਗ ਮੇਰੇ ਪ੍ਰੀਤਮ ਜੀ, ਮੈਂ ਤੁਹਾਡੇ ਦਰਸ਼ਨ ਕਰਨ ਤੋਂ ਬਗੈਰ ਹੁਣ ਨਹੀਂ ਰਹਿ ਸਕਦਾ। ਮੈਂ ਅੰਤਰ ਬਿਰੋਂ ਹਰ ਲਾਈਆ ਜੀਓ। ਮੇਰੇ ਅੰਦਰ ਹਰੀ ਪ੍ਰਮਾਤਮਾ ਅਕਾਲ ਪੁਰਖ ਜੀ, ਤੁਸਾਂ ਆਪ ਹੀ ਬਿਰਹੋਂ ਉਤਕੰਠਾ ਤੀਬਰ ਤਾਂਘ ਮਿਲਾਪ ਦੀ ਇੱਛਾ ਲਾ ਦਿੱਤੀ ਹੈ। ਹਰ ਰਾਇਆ ਮੇਰਾ ਸੱਜਣ ਪਿਆਰਾ। ਮੇਰਾ ਜੋ ਸੱਜਣ ਹੈ, ਮੇਰਾ ਜੋ ਪਿਆਰਾ ਹੈ, ਉਹ ਹਰੀ ਰਾਜਾ ਹੈ। ਗੁਰ ਮੇਲੇ ਮੇਰਾ ਮਨ ਜੀਵਾਈਆ ਜੀਓ। ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਮੇਲ ਦੇਣ ਐਸੇ ਵਾਹਿਗੁਰੂ ਨਾਲ, ਤਾਂ ਮੇਰਾ ਮਨ ਜਿਉਂਦਿਆਂ ਜਾਗਦਿਆਂ ਜੀਆਂ ਚਾਹੁੰਦਾ, ਤਾਂ ਮੇਰਾ ਮਨ ਜੀਵਤ ਹੁੰਦਾ, ਨਹੀਂ ਤਾਂ ਮੇਰੀ ਮੌਤ ਹੋ ਜਾਏਗੀ। ਮੇਰੇ ਮਨ ਤਨ ਆਸਾ ਪੂਰੀਆਂ ਮੇਰੇ ਗੋਵਿੰਦਾ, ਹਰ ਮਿਲਿਆ ਮਨ ਵਧਾਈਆਂ ਜੀਓ। ਮੇਰੇ ਮਨ ਅਤੇ ਮੇਰੇ ਤਨ ਦੇ ਅੰਦਰ ਜਿਹੜੀ ਆਸਾ ਸੀ, ਇੱਛਾ ਸੀ, ਹੇ ਮੇਰੇ ਗੋਬਿੰਦ ਪਰਮਾਤਮਾ ਜੀ, ਉਹ ਆਸਾ ਸਾਰੀਆਂ ਪੂਰੀਆਂ ਹੋ ਗਈਆਂ ਹਨ। ਹਰ ਮਿਲਿਆ, ਜਦੋਂ ਹਰੀ ਮਿਲ ਪਿਆ, ਮਨ ਵਧਾਈਆਂ ਜੀਓ, ਤਾਂ ਮੇਰੇ ਮਨ ਹੀ ਮਨ ਅੰਦਰ ਬੜੀਆਂ ਮੁਬਾਰਕਾਂ ਵਾਲੀ ਅਵਸਥਾ ਬਣੀ। ਜਿਵੇਂ ਲੋਕ ਵਧਾਈਆਂ ਦਿੰਦੇ, ਖੁਸ਼ੀ ਮਿਲਦੀ ਹੈ ਨਾ, ਵਧਾਈਆਂ ਦਾ ਅਰਥ ਅਸਲ ਵਿੱਚ ਖੁਸ਼ੀ ਹੈ। ਮੇਰੇ ਅੰਦਰ ਬਹੁਤ ਜ਼ਿਆਦੀਆਂ ਵਧਾਈਆਂ ਵੱਜ ਗਈਆਂ, ਮਨ ਵੱਜੀਆਂ ਵਧਾਈਆਂ।
ਵਧਾਈਆਂ ਖੁਸ਼ੀਆਂ ਪ੍ਰਗਟ ਹੋ ਗਈਆਂ ਹਨ। ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ, ਹਾਂ ਤੁਧ ਵਿਟੜਿਓ ਸਦਵਾਰੀ ਜੀਓ। ਪਿੱਛੇ ਵੀ ਹੁਣ ਵੀ ਤੇ ਅੱਗੇ ਨੂੰ ਮੈਂ ਵਾਰਨੇ ਫੇਰਨੇ ਜਾਵਾਂਗੀ। ਮੈਂ ਮਨ ਕਰਕੇ ਵਾਰੀ, ਮੈਂ ਤਨ ਕਰਕੇ ਵਾਰੀ, ਹੇ ਮੇਰੇ ਪਿਆਰਿਆ ਹੇ ਮੇਰੇ ਗੋਵਿੰਦਾ, ਮੈਂ ਬਾਣੀ ਕਰਕੇ ਬਚਨਾਂ ਦੁਆਰਾ ਵੀ ਤੁਧ ਵਿਟੜਿਓ, ਤੁਹਾਡੇ ਉੱਪਰੋਂ ਸਦ ਵਾਰੀ, ਸਦ ਸੈਂਕੜੇ ਵਾਰ, ਸਦ ਹਮੇਸ਼ਾ ਹਮੇਸ਼ਾ, ਸਦ ਸਦੀਵ ਕਾਲ ਲਈ ਮੈਂ ਵਾਰੀ ਜਾਂਦੀ ਹਾਂ, ਕੁਰਬਾਨ ਜਾਂਦੀ ਹਾਂ। ਮੇਰਾ ਮਨ ਤਨ ਪ੍ਰੇਮ ਪ੍ਰਮ ਕਾ ਮੇਰੇ ਗੋਵਿੰਦਾ, ਮੇਰੇ ਮਨ ਅੰਦਰ ਮੇਰੇ ਤਨ ਅੰਦਰ, ਹੇ ਮੇਰੇ ਗੋਬਿੰਦ ਪਰਮਾਤਮਾ ਜੀ, ਜੋ ਮੇਰਾ ਪ੍ਰੇਮ ਸਰੂਪ ਹੈ ਨਾ ਵਾਹਿਗੁਰੂ ਮੇਰਾ ਪਤੀ, ਉਸ ਪਿਰਮ ਦਾ, ਉਸ ਪਤੀ ਦਾ ਪ੍ਰੇਮ ਜਾਗਿਆ ਹੋਇਆ। ਹਰ ਪੂੰਜੀ ਰਾਖ ਹਮਾਰੀ ਜੀਓ, ਹੇ ਮੇਰੇ ਗੋਬਿੰਦ ਪਰਮੇਸ਼ਰ ਜੀ, ਮੇਰੀ ਜਿਹੜੀ ਇਹ ਪੂੰਜੀ ਹੈ ਨਾ, ਰਾਸ ਪੂੰਜੀ, ਜਿਹੜਾ ਮੇਰਾ ਇਹ ਸਰਮਾਇਆ ਹੈ ਪ੍ਰੇਮ ਦਾ, ਇਹਦੀ ਰੱਖਿਆ ਤੁਸਾਂ ਕਰਨੀ। ਭਾਵ ਬਖਸ਼ਿਸ਼ ਕਰੋ ਕਿ ਇਹ ਪੂੰਜੀ ਮੇਰੇ ਅੰਦਰ ਰਵੇ, ਇਹ ਪ੍ਰੇਮ ਦੀ ਪੂੰਜੀ ਕਿਤੇ ਚਲੀ ਨਾ ਜਾਏ, ਮੇਰੇ ਪਾਸੋਂ ਨਿਕਲ ਨਾ ਜਾਏ ਹਿਰਦੇ 'ਚੋਂ, ਜਿਵੇਂ ਖਜ਼ਾਨੇ 'ਚੋਂ ਕੋਈ ਵਸਤੂ ਨਿਕਲ ਜਾਂਦੀ ਹੈ। ਇਹਦੀ ਰੱਖਿਆ ਤੁਸਾਂ ਕਰਨੀ, ਇਹ ਮੇਰਾ ਪ੍ਰੇਮ ਬਣਾਈ ਰੱਖਣਾ। ਸਤਿਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ, ਹੇ ਮੇਰੇ ਗੋਬਿੰਦ ਪਰਮਾਤਮਾ ਜੀ, ਮੇਰੇ ਪੂਰੇ ਸਤਿਗੁਰੂ ਜੋ ਵਿਚੋਲੇ ਹਨ ਉਹਨਾਂ ਨਾਲ ਮੇਰਾ ਮਿਲਾਪ ਕਰਾਓ। ਹਰ ਮੇਲੇ ਕਰ ਰਹਿਬਾਰੀ ਜੀਓ, ਜਿਹੜਾ ਸਤਿਗੁਰੂ ਮੇਰੀ ਰਾਹਬਰੀ ਕਰਕੇ, ਰਹਿਬਰੀ ਰਾਹਬਰੀ ਅਗਵਾਈ, ਇਹ ਸ਼ਬਦ ਨੇ ਰਹਿਬਾਰੀ ਸ਼ਬਦ ਦੇ ਅਰਥ ਨੇ। ਹਰ ਮੇਲੇ ਕਰ ਰਹਿਬਾਰੀ ਜੀਓ, ਮੇਰੀ ਰਹਿਬਰੀ ਕਰਕੇ, ਮੇਰੀ ਅਗਵਾਈ ਕਰਕੇ, ਮੇਰਾ ਆਗੂ ਬਣ ਕੇ, ਮੇਰਾ ਰਹਿਬਣ ਬਣ ਕੇ, ਰਹਿਬਰੀ ਕਰਕੇ ਮੈਨੂੰ ਮੇਲ ਦਵੇ ਵਾਹਿਗੁਰੂ ਪਰਮਾਤਮਾ ਨਾਲ। ਉਹ ਸਤਿਗੁਰੂ ਵਿਸ਼ਟ ਵਿਚੋਲੇ ਮੈਨੂੰ ਮਿਲਾ ਦਿਓ। ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ, ਜਨ ਨਾਨਕ ਸਰਣ ਤੁਮਾਰੀ ਜੀਓ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕਿ ਹੇ ਮੇਰੇ ਗੋਬਿੰਦ ਪਰਮਾਤਮਾ ਜੀ, ਜੋ ਹਰੀ ਨਾਮ ਹੈ, ਜੋ ਤੇਰਾ ਵਾਹਿਗੁਰੂ ਵਾਹਿਗੁਰੂ ਨਾਮ ਹੈ, ਉਹ ਸਤਿਗੁਰੂ ਦੀ ਦਇਆ ਕਰਕੇ ਮੈਂ ਪ੍ਰਾਪਤ ਕੀਤਾ ਹੈ। ਅਤੇ ਇਸ ਵਾਸਤੇ ਹੁਣ ਸਦਾ ਹੀ ਇਹ ਜਨ ਸੇਵਕ ਤੁਹਾਡੀ ਸ਼ਰਨ ਵਿੱਚ ਹੈ। ਆਪਣੇ ਆਪ ਨੂੰ ਕਹਿ ਰਹੇ ਨੇ ਕਿ ਮੈਂ ਜਨ ਸੇਵਕ ਸਦਾ ਹੀ ਤੁਹਾਡੀ ਸ਼ਰਨ ਵਿੱਚ ਹੀ ਪਿਆ ਹੋਇਆ ਹਾਂ। ਗੌੜੀ ਮਾਝ ਮਹੱਲਾ ਚੌਥਾ। ਗੌੜੀ ਮਾਝ ਦੇ ਅੰਦਰ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਅਗਲਾ ਸ਼ਬਦ ਉਚਾਰਦੇ ਨੇ। ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਹੇ ਮੇਰੇ ਗੋਬਿੰਦ ਪਰਮਾਤਮਾ ਜੀ, ਤੁਸੀਂ ਹੋ ਚੋਜੀ। ਚੋਜੀ ਦਾ ਅਰਥ ਹੈ ਚੋਜ ਕਰਨ ਵਾਲਾ। ਚੋਜੀ ਦਾ ਅਰਥ ਹੈ ਮੌਜੀ, ਆਪਣੀ ਮੌਜ ਆਪਣੀ ਮਰਜ਼ੀ ਨਾਲ ਕਈ ਤਰ੍ਹਾਂ ਦੇ ਕੌਤਕ ਕਰਨ ਵਾਲਾ। ਚੋਜੀ ਮੇਰੇ ਪਿਆਰੇ, ਹੈ ਮੇਰੇ ਪਿਆਰੇ ਜੀ, ਤੁਸੀਂ ਹਮੇਸ਼ਾ ਚੋਜੀ ਹੋ। ਆਪਣੀ ਮਨ ਇੱਛਾ ਨਾਲ, ਮਨ ਮਰਜ਼ੀ ਨਾਲ ਕੌਤਕ ਕਰਨ ਵਾਲੇ, ਆਪਣੀ ਮੌਜ ਵਿੱਚ ਸਭ ਕੁਝ ਕਰਨ ਕਰਾਉਣ ਵਾਲੇ। ਹਰ ਪ੍ਰਭ ਮੇਰਾ ਚੋਜੀ ਜੀਓ। ਮੇਰਾ ਹਰੀ ਪ੍ਰਭੂ ਅਕਾਲ ਪੁਰਖ ਸਦਾ ਵਾਸਤੇ ਚੋਜੀ, ਪਿੱਛੇ ਵੀ ਚੋਜੀ ਸੀ, ਚੋਜ ਕਰਦਾ ਆਇਆ, ਹੁਣ ਵੀ ਕਰ ਰਿਹਾ, ਆਉਣ ਵਾਲੇ ਸਮੇਂ 'ਚ ਵੀ ਉਹ ਚੋਜੀ ਹੋਵੇਗਾ। ਆਪਣੀ ਸੁਤੰਤਰਤਾ, ਆਪਣੀ ਮੌਜ, ਆਪਣੀ ਮਰਜ਼ੀ ਨਾਲ ਚੋਜ ਕਰਦਾ, ਕੌਤਕ ਕਰਦਾ। ਹਰ ਆਪੇ ਕਾਨ ਉਪਾਏ ਦਾ ਮੇਰੇ ਗੋਵਿੰਦਾ, ਹਰੀ ਅਕਾਲ ਪੁਰਖ, ਹੇ ਮੇਰੇ ਗੋਬਿੰਦ ਪਰਮੇਸ਼ਰ ਜੀ, ਤੁਸੀਂ ਹਰੀ ਹੋ। ਆਪ ਹੀ ਤੁਸੀਂ ਕਾਨ ਕ੍ਰਿਸ਼ਨ ਨੂੰ ਉਪਾਏ ਦਾ ਪੈਦਾ ਕਰਦੇ ਹੋ। ਹਰ ਆਪੇ ਗੋਪੀ ਖੋਜੀ ਜੀਓ। ਅਤੇ ਹੇ ਹਰੀ ਜੀ, ਆਪ ਹੀ ਤੁਸੀਂ ਜਿਹੜੀ ਗੋਪੀ ਸੀ, ਗੋਪੀ ਗਵਾਲਣ ਬਣ ਕੇ ਅਤੇ ਕ੍ਰਿਸ਼ਨ ਜੀ ਦੀ ਖੋਜ ਕਰਦੀ ਫਿਰਦੀ। ਗੋਪੀਆਂ 3160 ਮੰਨੀਆਂ ਗਈਆਂ ਕ੍ਰਿਸ਼ਨ ਜੀ ਦੀਆਂ। ਕਹਿੰਦੇ ਉਹ ਗੋਪੀਆਂ ਦੇ ਅੰਦਰ ਵੀ ਤੁਸੀਂ ਬੈਠੇ। ਉਹ ਗੋਪੀ ਰੂਪ ਹੋ ਕੇ ਮਹਾਰਾਜ ਤੁਸੀਂ ਕ੍ਰਿਸ਼ਨ ਸਰੂਪ ਦੀ ਖੋਜ ਕਰਨ ਵਾਲੇ ਵੀ ਆਪ ਹੋ, ਕਿਉਂਕਿ ਸਾਰਿਆਂ ਵਿੱਚ ਤੁਸੀਂ ਸੀ। ਕ੍ਰਿਸ਼ਨ ਦੇ ਵਿੱਚ ਵੀ ਤੁਸੀਂ ਸੀ, ਗੋਪੀਆਂ ਵਿੱਚ ਵੀ ਤੁਸੀਂ ਸੀ। ਹਰ ਆਪੇ ਸਭ ਘਟ ਭੋਗਦਾ ਮੇਰੇ ਗੋ। ਭਾਵ ਹੁਣ ਮੈਨੂੰ ਹੋਰ ਕੋਈ ਦਿਖਾਈ ਨਹੀਂ ਦਿੰਦਾ, ਸਭ ਪਾਸੇ ਤੁਸੀਂ ਹੀ ਤੁਸੀਂ ਹੋ। ਹਰੀ ਅਕਾਲ ਪੁਰਖ ਆਪ ਹੀ ਸਾਰੇ ਘਟਾਂ ਹਿਰਦਿਆਂ 'ਚ ਸਾਰੇ ਪਦਾਰਥਾਂ ਨੂੰ ਭੋਗਦਾ ਹੈ। ਹੇ ਮੇਰੇ ਗੋਬਿੰਦ ਪਰਮੇਸ਼ਰ ਜੀ, ਜਿਵੇਂ ਸਾਡੇ ਵਿੱਚ ਵੀ ਪ੍ਰਮਾਤਮਾ ਦੀ ਜੋਤ ਵੇਖਦੇ ਹੋਏ ਸਤਿਗੁਰੂ ਕਹਿ ਰਹੇ ਨੇ, ਹੇ ਭਾਈ ਜੀ, ਆਪੇ ਰਸੀਆ ਭੋਗੀ ਜੀਓ। ਆਪ ਹੀ ਸਾਰੇ ਰਸਾਂ ਕਸਾਂ ਨੂੰ ਮਾਨਣ ਵਾਲਾ ਰਸੀਆ, ਆਪ ਹੀ ਸਾਰੇ ਭੋਗਾਂ ਨੂੰ ਭੋਗਣ ਵਾਲਾ, ਪਦਾਰਥਾਂ ਨੂੰ ਭੋਗਣ ਵਾਲਾ ਹੋ ਕੇ ਭੋਗੀ ਖੁਆਰਿਆ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਜੋਗੀਆਂ ਦੇ ਅੰਦਰ ਜੋਗੀ ਬਣਿਆ ਹੋਇਆ, ਭੋਗੀਆਂ ਅੰਦਰ ਭੋਗੀ, ਪਰ ਹੈ ਨਿਰਲੇਪ।
ਹਰ ਸੁਜਾਨ ਨਾ ਭੁੱਲਈ ਮੇਰੇ ਗੋਵਿੰਦਾ। ਹਰੀ ਪ੍ਰਮਾਤਮਾ ਬਹੁਤ ਸੁਜਾਨ ਦਾਨਾ ਚਤੁਰ ਸਿਆਣਾ ਸਮਝ ਵਾਲਾ ਹੈ। ਹੇ ਮੇਰੇ ਗੋਵਿੰਦਾ, ਹੇ ਮੇਰੇ ਭਾਈ, ਅਥਵਾ ਹੇ ਮੇਰੇ ਗੋਵਿੰਦ, ਹੇ ਹਰੀ ਅਕਾਲ ਪੁਰਖ ਜੀ, ਤੁਸੀਂ ਸੁਜਾਨ ਹੋ, ਨਹੀਂ ਭੁੱਲਦੇ। ਆਪੇ ਸਤਿਗੁਰ ਜੋਗੀ ਜੀਓ, ਤੇ ਤੁਸੀਂ ਆਪ ਹੀ ਆਪਣੇ ਸਰੂਪ ਵਿੱਚ ਜੁੜੇ ਹੋਏ ਸਤਿਗੁਰੂ ਸਰੂਪ ਹੋ। ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਕਿਹਾ ਨਾ, ਅਸਲੀ ਜੋਗੀ ਸਤਿਗੁਰੂ ਹਨ, ਜੋ ਪਰਮੇਸ਼ਰ ਵਿੱਚ ਅਵਿਰਲ ਮਿਲਾਪ ਹਾਸਲ ਕਰਕੇ ਵਾਹਿਗੁਰੂ ਵਿੱਚ ਜੁੜੇ ਹੋਏ ਨੇ ਸਦਾ ਦੇ। ਆਪੇ ਜਗਤ ਉਪਾਏ ਦਾ ਮੇਰੇ ਗੋਵਿੰਦਾ। ਇਹ ਮੇਰੇ ਗੋਬਿੰਦ ਪ੍ਰਮਾਤਮਾ ਜੀ, ਤੁਸੀਂ ਆਪ ਹੀ ਜਗਤ ਨੂੰ ਰਚਦੇ ਹੋ। ਹਰ ਆਪ ਖੇਲੈ ਬਹੁ ਰੰਗੀ ਜੀਓ। ਬਹੁਤੇ ਰੰਗ ਧਾਰਨ ਕਰਕੇ ਅਨੇਕਾਂ ਰੰਗਾਂ ਵਿੱਚ ਆਪ ਹੀ ਹਰੀ ਅਕਾਲ ਪੁਰਖ ਜੀ ਖੇਡਦੇ ਹਨ। ਵਾਹਿਗੁਰੂ ਜੀ ਖੇਲੈ ਇੱਕ ਵਚਨ, ਮਤਲਬ ਇੱਕੋ ਇੱਕ ਪ੍ਰਮਾਤਮਾ ਹੀ ਖੇਡਦਾ ਪਿਆ ਸਾਰੇ ਰੰਗਾਂ ਰੂਪਾਂ ਆਕਾਰਾਂ 'ਚ। ਇੱਕ ਨਾ ਭੋਗ ਭੋਗਾਏ ਦਾ ਮੇਰੇ ਗੋਵਿੰਦਾ। ਇੱਕ ਨਾ ਦੇ ਤਾਈਂ ਭੋਗਣ ਵਾਲੇ ਜਿਹੜੇ ਪਦਾਰਥ ਨੇ ਉਹਨਾਂ ਦੇ ਭੋਗ ਭੋਗਾਉਂਦਾ ਹੈ ਵਾਹਿਗੁਰੂ। ਇੱਕ ਨਗਨ ਫਿਰ ਹੈ ਨੰਗ ਨੰਗੀ ਜੀਓ। ਇੱਕ ਉਹਨਾਂ ਨੂੰ ਤਾਂ ਖੁੱਲ੍ਹੇ ਭੋਗ ਪਦਾਰਥ ਬਖਸ਼ੇ ਹੋਏ ਨੇ, ਉਹ ਬੜੇ ਖੁੱਲ੍ਹੇ ਭੋਗ ਭੋਗਦੇ ਨੇ, ਪਰਮਾਤਮਾ ਹੀ ਭੁਗਤਾ ਰਿਹਾ। ਅਤੇ ਇੱਕ ਨਗਨ ਫਿਰ ਹੈ ਨੰਗ ਨੰਗੀ ਜੀਓ। ਇੱਕ ਨੰਗੇ ਹੋਏ ਤੁਰੇ ਫਿਰਦੇ ਨੇ, ਅਤੇ ਹਮੇਸ਼ਾ ਨੰਗ ਹੀ ਨੰਗ ਦੇ ਵਿੱਚ। ਇੱਕ ਨੰਗ ਭੁੱਖ ਹੈ, ਨੰਗ ਕੱਪੜਾ ਨਾ ਪਾਉਣ ਨੂੰ ਮਿਲਣਾ ਅਤੇ ਖਾਣ ਨੂੰ ਪਦਾਰਥ ਨਾ ਮਿਲਣਾ, ਉਹਨੂੰ ਕਹਿੰਦੇ ਨੰਗ ਭੁੱਖ ਫਲਾਣੇ ਦੇ ਘਰ 'ਚ ਛਾਈ ਹੋਈ। ਇਸ ਤਰ੍ਹਾਂ ਉਹ ਨੰਗ ਹੀ ਰਹਿੰਦੇ ਨੇ। ਸੋ ਇਸ ਤਰ੍ਹਾਂ ਨੰਗਾਂ ਵਿੱਚੋਂ ਨੰਗੀ ਬਣ ਕੇ ਤੁਰੇ ਫਿਰਦੇ ਨੇ, ਅਤ ਗਰੀਬ, ਨਾ ਕੱਪੜਾ ਪਹਿਨਣ ਨੂੰ ਮਿਲਦਾ, ਨਾ ਖਾਣ ਨੂੰ ਕੁਛ ਮਿਲਦਾ। ਆਪੇ ਜਗਤ ਉਪਾਏ ਦਾ ਮੇਰੇ ਗੋਵਿੰਦਾ। ਹਰ ਦਾਨ ਦੇਵੈ ਸਭ ਮੰਗੀ ਜੀਓ। ਹੇ ਮੇਰੇ ਗੋਬਿੰਦ ਪ੍ਰਮਾਤਮਾ ਜੀ, ਤੁਸੀਂ ਆਪ ਹੀ ਸਾਰੇ ਜਗਤ ਨੂੰ ਰਚਦੇ ਹੋ। ਸਾਰੇ ਸ੍ਰਿਸ਼ਟੀ ਦੇ ਜੀਵ ਤੁਹਾਥੋਂ ਦਾਤਾਂ ਮੰਗਦੇ ਨੇ, ਅਤੇ ਹਰੀ ਜੀ ਤੁਸੀਂ ਸਾਰਿਆਂ ਨੂੰ ਦਾਨ ਦਿੰਦੇ। ਅਥਵਾ ਹੇ ਮੇਰੇ ਭਾਈ ਗੋਵਿੰਦਾ, ਗੋਬਿੰਦ ਸਰੂਪ ਭਾਈ ਪ੍ਰਮਾਤਮਾ ਦੇ ਪਿਆਰਿਓ, ਹਰੀ ਅਕਾਲ ਪੁਰਖ ਆਪ ਹੀ ਜਗਤ ਉਪਾਏ ਦਾ ਰਚਦਾ ਹੈ, ਅਤੇ ਹਰੀ ਆਪ ਹੀ ਦਾਨ ਦਿੰਦਾ ਹੈ। ਅਤੇ ਬਾਕੀ ਸਾਰੇ ਸ੍ਰਿਸ਼ਟੀ ਦੇ ਜੀਵ ਦਾਨ ਦਿੰਦੇ ਨੇ, ਉਹ ਤਾਂ ਮੰਗਦੇ ਨੇ, ਸਾਰੇ ਮੰਗਤੇ ਨੇ। ਭਗਤਾ ਨਾਮ ਆਧਾਰ ਹੈ ਮੇਰੇ ਗੋਵਿੰਦਾ। ਹਰ ਕਥਾ ਮੰਗਹਿ ਹਰ ਚੰਗੀ ਜੀਓ। ਬਾਕੀ ਸੰਸਾਰ ਦੇ ਜੀਵ ਤੇ ਹੋਰ ਦਾਤਾਂ ਮੰਗਦੇ ਨੇ, ਪਰ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਭਗਤ ਹਨ, ਹੇ ਮੇਰੇ ਗੋਬਿੰਦ ਜੀ, ਉਹਨਾਂ ਨੂੰ ਆਸਰਾ ਸਿਰਫ ਵਾਹਿਗੁਰੂ ਜੀ ਦੇ ਨਾਮ ਦਾ ਹੀ ਹੈ। ਹਰ ਕਥਾ ਮੰਗੇ ਹਰ ਚੰਗੀ ਜੀਓ। ਹਰੀ ਕਥਾ ਜੋ ਪਰਮਾਤਮਾ ਦੇ ਸਰੂਪ ਤੇ ਤਟਸਥੀ ਲੱਛਣਾਂ ਦਾ ਬਿਆਨ ਕਰਨ ਵਾਲੀ, ਪਰਮਾਤਮਾ ਦੀ ਸਿਫਤ ਸਲਾਹ ਦੀ ਕਥਾ ਹੈ ਹਰੀ ਜੀ, ਜੋ ਸਭ ਤੋਂ ਚੰਗੀ ਉਹਨਾਂ ਨੂੰ ਲੱਗਦੀ ਹੈ। ਉਹ ਚੰਗੀ ਜਾਣ ਕੇ ਕਥਾ ਮੰਗਦੇ, ਤੁਹਾਡੀ ਵਡਿਆਈ ਮੰਗਦੇ ਨੇ, ਤੁਹਾਡੀ ਸਿਫਤੋ ਸਿਫਾਤ ਮੰਗਦੇ ਨੇ। ਹਰ ਆਪੇ ਭਗਤ ਕਰਾਏ ਦਾ ਮੇਰੇ ਗੋਵਿੰਦਾ। ਹੇ ਮੇਰੇ ਗੋਬਿੰਦ ਜੀ, ਹਰੀ ਅਕਾਲ ਪੁਰਖ ਪਰਮਾਤਮਾ ਆਪ ਹੀ ਆਪਣੀ ਭਗਤੀ ਕਰਾਉਂਦਾ ਹੈ। ਹਰ ਭਗਤਾ ਲੋਚ ਮਨ ਪੂਰੀ ਜੀਓ। ਅਤੇ ਹਰੀ ਦੇ ਭਗਤਾਂ ਦੀ ਜਿਹੜੀ ਲੋਚ ਇੱਛਾ ਹੈ ਮਨ ਅੰਦਰ, ਉਹਨੂੰ ਪੂਰੀ ਕਰਨ ਵਾਲਾ ਵਾਹਿਗੁਰੂ ਆਪ ਹੈ। ਭਗਤਾਂ ਦੀ ਲੋਚਾ ਇੱਛਾ ਜੋ ਮਨ ਅੰਦਰ ਹੈ, ਉਹਨੂੰ ਪੂਰੀ ਵੀ ਵਾਹਿਗੁਰੂ ਜੀ ਹੀ ਕਰਦੇ ਨੇ। ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ। ਰਵ ਰਹਿਆ ਨਹੀਂ ਦੂਰੀ ਜੀਓ। ਹੇ ਮੇਰੇ ਗੋਬਿੰਦ ਜੀ, ਹਰੀ ਅਕਾਲ ਪੁਰਖ ਪਰਮਾਤਮਾ ਆਪ ਹੀ ਜਲਾਂ ਵਿੱਚ, ਆਪ ਹੀ ਥਲਾਂ ਖੁਸ਼ਕ ਧਰਤੀ ਦੇ ਉੱਪਰ, ਅਤੇ ਆਪ ਹੀ ਵਾਹਿਗੁਰੂ ਪਰਮਾਤਮਾ ਵਰਤ ਰਿਹਾ। ਰਵ ਰਹਿਆ, ਅਭੇਦ ਹੋ ਰਿਹਾ, ਵਿਆਪਕ ਹੋ ਰਿਹਾ, ਨਹੀਂ ਦੂਰੀ ਜੀ। ਪਰਮਾਤਮਾ ਕਿਧਰੇ ਦੂਰ ਨਹੀਂ, ਸਤਵੇਂ ਅਸਮਾਨ 'ਤੇ ਘਰ ਬਣਾ ਕੇ ਬੈਠਾ ਹੋਇਆ। ਜਲਾਂ ਵਿੱਚ ਵੀ ਥਲਾਂ ਵਿੱਚ ਵੀ ਸਭ ਪਾਸੇ ਵਾਹਿਗੁਰੂ ਜੀ ਹੀ ਵਰਤ ਰਹੇ ਹਨ। ਅਭੇਦ ਹੋ ਰਹੇ, ਭਰਪੂਰ ਹੋ ਰਹੇ, ਵਿਆਪਕ ਹੋ ਰਹੇ। ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦ। ਹੇ ਮੇਰੇ ਗੋਬਿੰਦ ਜੀ, ਹਰੀ ਅਕਾਲ ਪੁਰਖ ਅੰਦਰ ਵੀ ਅਤੇ ਬਾਹਰ ਵੀ ਆਪ ਹੀ ਆਪ ਹੈ। ਹਰ ਆਪ ਰਹਿਆ ਭਰਪੂਰੀ ਜੀਓ। ਹਰੀ ਪਰਮਾਤਮਾ ਆਪ ਹੀ ਸਾਰੇ ਪਾਸੇ ਭਰਪੂਰ ਹੋ ਰਿਹਾ, ਪੂਰਨ ਹੋ ਰਿਹਾ ਹੈ, ਸਮਾਇਆ ਹੈ। ਹਰ ਆਤਮ ਰਾਮ ਪਸਾਰਿਆ ਮੇਰੇ ਗੋਵਿੰਦਾ। ਹੇ ਮੇਰੇ ਗੋਵਿੰਦਾ, ਹੇ ਗੋਬਿੰਦ ਪਰਮੇਸ਼ਰ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਸਰੂਪ ਜੀ, ਤੁਸਾਂ ਆਤਮ ਰਾਮ ਪਸਾਰਿਆ। ਆਪਣੇ ਆਪ ਤੋਂ ਹੀ ਰਾਮ ਜੀ ਇਹ ਸਾਰਾ ਪਸਾਰਾ ਖਲਾਰਾ ਜਿਹੜਾ ਸੰਸਾਰ ਦਾ ਪਸਾਰਿਆ, ਸਭਨਾਂ ਦੀ ਆਤਮਾ ਰੂਪ ਆਪ ਹੀ ਬਣੇ ਹੋਏ ਹੋ। ਹਰ ਵੇਖਿਆ ਆਪ ਹਦੂਰੀ ਜੀਓ। ਹਰੀ ਪਰਮਾਤਮਾ ਆਪ ਹੀ ਸਾਰੇ ਸੰਸਾਰ ਦੀ ਸਾਰ ਸੰਭਾਲ ਵੀ ਕਰ ਰਿਹਾ, ਆਪਣੀ ਹਜ਼ੂਰੀ ਵਿੱਚ ਹੀ ਰੱਖਦਾ ਸਾਰਿਆਂ ਨੂੰ। ਹਦੂਰੀ ਭਾਵ ਬਿਲਕੁਲ ਨੇੜੇ।
ਹਰੀ ਪ੍ਰਮਾਤਮਾ ਹਦੂਰੀ ਬਿਲਕੁਲ ਨੇੜੇ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜੂਰ ਹੈ। ਹਜੂਰ ਸ਼ਬਦ ਤੋਂ ਥਾਂ 'ਤੇ ਦੱਦਾ ਵਰਤਿਆ ਹਦੂਰੀ। ਹਰ ਅੰਤਰ ਵਾਜਾ ਪਾਉਣ ਹੈ ਮੇਰੇ ਗੋਵਿੰਦਾ। ਹਰੀ ਪ੍ਰਮਾਤਮਾ ਸਾਰਿਆਂ ਜੀਆਂ ਦੇ ਅੰਦਰ ਜਿਹੜਾ ਸਵਾਸਾਂ ਦਾ ਵਾਜਾ ਵੱਜ ਰਿਹਾ ਇਹਨੂੰ ਵਜਾਉਣ ਵਾਲਾ ਆਪ ਹੀ ਹੈ। ਹਰ ਆਪ ਵਜਾਏ ਤਿਉ ਵਾਜਾ ਜੀਓ। ਜੀਵ ਜਿਹੜੇ ਹਨ ਇਹ ਵਾਜੇ ਨੇ ਅਤੇ ਪਰਮਾਤਮਾ ਆਪ ਵਜਾਉਂਦਾ ਅਤੇ ਉਸ ਤਰ੍ਹਾਂ ਜੀਆਂ ਦੇ ਅੰਦਰ ਵਾਜਾ ਵੱਜਦਾ ਹੈ। ਸਵਾਸ ਵੀ ਆਪ ਚਲਾ ਰਿਹਾ ਅਤੇ ਇਹਨਾਂ ਸਵਾਸਾਂ ਰਾਹੀਂ ਜਿਹੜੀ ਬੋਲ ਚਾਲ ਗੱਲਬਾਤ ਹੋ ਰਹੀ ਉਹ ਵੀ ਆਪ ਹੀ ਵਜਾ ਰਿਹਾ। ਪਰਮਾਤਮਾ ਵਜੰਤਰੀ ਹੈ, ਜੀਵ ਵਾਜਾ ਹੈ। ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ। ਹੇ ਮੇਰੇ ਗੋਬਿੰਦ ਪਰਮਾਤਮਾ ਜੀ, ਹਰੀ ਪਰਮਾਤਮਾ ਦਾ ਜੋ ਨਾਮ ਹੈ ਸਾਰਿਆਂ ਜੀਆਂ ਦੇ ਅੰਦਰ ਉਹ ਨਿਧਾਨ ਖਜ਼ਾਨਾ ਮੌਜੂਦ ਹੈ। ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਓ। ਪਰ ਗੁਰੂ ਦੇ ਸ਼ਬਦ ਰਾਹੀਂ ਹਰੀ ਪਰਮਾਤਮਾ ਗਾਜੈ ਪ੍ਰਗਟ ਹੁੰਦਾ ਹੈ, ਗੱਜਦਾ ਹੈ, ਪ੍ਰਗਟ ਹੋ ਜਾਂਦਾ ਹੈ ਵਾਹਿਗੁਰੂ ਦਾ ਸਰੂਪ, ਵਾਹਿਗੁਰੂ ਦਾ ਗਿਆਨ। ਪਰਮਾਤਮਾ ਦਾ ਨਾਮ ਗਾਜੈ ਪ੍ਰਗਟ ਹੁੰਦਾ ਗੁਰੂ ਦੇ ਸ਼ਬਦ ਰਾਹੀਂ। ਗੁਰੂ ਦੇ ਉਪਦੇਸ਼ ਤੋਂ ਬਗੈਰ ਹਰੀ ਪ੍ਰਭੂ ਪਰਮਾਤਮਾ ਪ੍ਰਗਟ ਨਹੀਂ ਹੁੰਦਾ ਹੈ। ਆਪੇ ਸਰਣ ਪਵਾਏ ਦਾ ਮੇਰੇ ਗੋਵਿੰਦਾ, ਹਰ ਭਗਤ ਜਨਾ ਰਾਖ ਲਾਜੈ ਜੀਓ। ਹਰੀ ਪਰਮਾਤਮਾ ਆਪ ਹੀ ਐਸੀਆਂ ਵਿਧੀਆਂ ਬਣਾ ਕੇ, ਐਸੀ ਸਮੱਤ ਬਖਸ਼ ਕੇ ਆਪਣੀ ਸ਼ਰਨ ਵਿੱਚ ਪਵਾਉਣ ਵਾਲਾ ਆਪ ਹੀ ਹੈ, ਅਥਵਾ ਗੁਰੂ ਸਾਹਿਬ ਦੀ ਸ਼ਰਨ 'ਚ ਪਾਉਣ ਵਾਲਾ ਵੀ ਆਪ ਹੀ ਹੈ। ਹਰ ਭਗਤ ਜਨਾ ਰਾਖ ਲਾਜੈ ਜੀ। ਹਰੀ ਪਰਮਾਤਮਾ ਆਪਣੇ ਭਗਤ ਜਨਾਂ ਦੀ ਲੱਜਾ ਰੱਖਦਾ ਹੈ। ਹਰ ਭਗਤ ਜਨਾ ਰਾਖ ਲਾਜੈ। ਹੇ ਵਾਹਿਗੁਰੂ ਜੀ, ਤੁਸੀਂ ਭਗਤਾਂ ਦੀ ਲੱਜਾ ਰੱਖ ਲਓ, ਅਥਵਾ ਵਾਹਿਗੁਰੂ ਜੀ ਹੀ ਪੈਜ ਰੱਖਦੇ ਨੇ। ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ, ਜਨ ਨਾਨਕ ਨਾਮ ਸਿੱਧ ਕਾਜੈ ਜੀਓ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕਿ ਇਸ ਜੀਵਨ ਦਾ ਮਨੋਰਥ ਹੈ ਇੱਕ ਕਾਰਜ ਸਿੱਧ ਕਰਨਾ। ਉਹ ਹੈ ਵਾਹਿਗੁਰੂ ਦੇ ਨਾਮ ਦੁਆਰਾ ਵਾਹਿਗੁਰੂ ਵਿੱਚ ਅਭੇਦ ਹੋਣਾ। ਅਤੇ ਇਹ ਕਾਰਜ ਸਿੱਧ ਕਰਨ ਵਾਸਤੇ ਵਡਭਾਗੀ ਮਨੁੱਖ ਜਿਹੜੇ ਹਨ ਉਹਨਾਂ ਦੇ ਤਾਂ ਹੀ ਦਾਤ ਮਿਲੀ ਆ, ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਚੰਗੇ ਨਿਸ਼ਕਾਮ ਕਰਮ ਹਨ, ਭਾਗ ਸਵੱਲੇ ਹਨ। ਵਡਭਾਗੀ ਮਿਲ ਸੰਗਤੀ, ਵੱਡਿਆਂ ਭਾਗਾਂ ਕਰਕੇ ਸੰਗਤ ਵਿੱਚ ਮਿਲ ਕੇ, ਹੇ ਮੇਰੇ ਗੋਬਿੰਦ ਪਰਮੇਸ਼ਰ ਜੀ, ਜਨ ਨਾਨਕ ਨਾਮ ਸਿੱਧ ਕਾਜੈ ਜੀਓ। ਉਹਨਾਂ ਜਨਾਂ ਨੇ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਨਾਮ ਨਾਲ ਜੁੜ ਕੇ ਆਪਣੇ ਜੀਵਨ ਦਾ ਮਨੋਰਥ ਰੂਪੀ ਕਾਰਜ ਸਿੱਧ ਕਰ ਲਿਆ ਹੈ ਜੀ। ਉਹਨਾਂ ਨੇ ਆਪਣੇ ਜੀਵਨ ਦਾ ਕਾਰਜ ਸਿੱਧ ਕਰ ਲਿਆ ਜਿਸ ਵਾਸਤੇ ਉਹ ਆਏ ਸਨ। ਜਿਸ ਜਲ ਨਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਸਤਿਗੁਰਾਂ ਕੋਲੋਂ ਪ੍ਰਾਪਤ ਕਰਕੇ ਨਾਮ ਦੀ ਦਾਤ ਉਹਨਾਂ ਨੇ ਜੀਵਨ ਦਾ ਕਾਰਜ ਸਿੱਧ ਕਰ ਲਿਆ। ਗੌੜੀ ਮਾਝ ਮਹੱਲਾ ਚੌਥਾ। ਗੌੜੀ ਮਾਝ ਰਾਗਣੀ ਅੰਦਰ ਸਤਿਗੁਰੂ ਰਾਮਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਮੈਂ ਹਰ ਨਾਮ ਮੈਂ ਹਰ ਬਿਰਹੁ ਲਗਾਈ ਜੀਓ। ਮੇਰੇ ਅੰਦਰ ਹਰੀ ਪਰਮਾਤਮਾ ਅਕਾਲ ਪੁਰਖ ਦੇ ਨਾਮ ਦੀ, ਹਰੀ ਪਰਮਾਤਮਾ ਨੇ ਬਿਰਹੁ ਵਿਛੋੜੇ ਦੀ ਪੀੜਾ ਲਗਾ ਦਿੱਤੀ ਹੈ। ਮੇਰਾ ਹਰ ਪ੍ਰਭ ਮਿੱਤ ਮਿਲੈ ਸੁਖ ਪਾਈ ਜੀਓ। ਹੁਣ ਮੇਰੀ ਇਹੋ ਜਿਹੀ ਅਵਸਥਾ ਹੈ ਕਿ ਮੇਰਾ ਹਰੀ ਪ੍ਰਭੂ ਮਿੱਤਰ ਜੋ ਲੋਕ ਪ੍ਰਲੋਕ ਦਾ ਹੈ, ਉਹ ਜੇ ਮੈਨੂੰ ਮਿਲਦਾ ਹੈ ਤਾਂ ਮੈਂ ਸੁਖ ਪ੍ਰਾਪਤ ਕਰਦਾ ਹਾਂ। ਜੇ ਵਾਹਿਗੁਰੂ ਦਾ ਮਿਲਾਪ ਨਹੀਂ ਹੁੰਦਾ, ਵਿਛੋੜਾ ਪੈਂਦਾ, ਤਾਂ ਮੈਨੂੰ ਸੁਖ ਕੋਈ ਨਹੀਂ ਹੁੰਦਾ। ਚਾਰ ਪਹਿਰ ਚੋਂ ਜੁਗ ਹੈ ਸਮਾਨੇ, ਰਹਿਣ ਭਈ ਤਵ ਅੰਤ ਨਾ ਜਾਣੇ। ਰੱਬ ਦੇ ਪਿਆਰਿਆਂ ਦੀ ਅਵਸਥਾ ਹੈ ਕਿ ਚਾਰ ਪਹਿਰ ਚਾਰ ਜੁਗਾਂ ਸਮੇਤ ਬਤੀਤ ਹੁੰਦਾ ਨਾ। ਰਾਤ ਪੈਂਦੀ ਹੈ ਅਤੇ ਅੰਤ ਹੀ ਨਹੀਂ ਆਉਂਦਾ, ਕਿੰਨਾ ਲੰਮਾ ਸਮਾਂ ਰਾਤ ਦਾ। ਇਸ ਤਰ੍ਹਾਂ ਇੱਕ ਪਲ ਖਿਨ ਬਿਸਰ ਹੈ, ਜੇ ਸੁਆਮੀ ਜਾਣੋ ਬਰਛ 85। ਇੱਕ ਪਲ ਖਿਨ ਮਾਤਰ ਵੀ ਤੁਸੀਂ ਵਿਸਰਦੇ ਹੋ ਅਤੇ ਮਾਨੋ 50 ਸਾਲ ਗੁਜ਼ਰ ਗਏ। ਸੋ ਇਸ ਪ੍ਰਕਾਰ ਮੇਰਾ ਹਰ ਪ੍ਰਭ ਮਿੱਤ ਮਿਲੈ ਸੁਖ ਪਾਈ ਜੀਓ। ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਓ। ਹੇ ਮੇਰੀ ਮਾਂ ਅਥਵਾ ਮਾਤਾ ਪਿਤਾ ਰੂਪ ਸਤਿਗੁਰੂ ਜੀ, ਅਥਵਾ ਬ੍ਰਹਮ ਗਿਆਨੀ ਮਾਤਾ ਦੀ ਨਿਆਈ ਮਹਾਂਪੁਰਸ਼ੋ, ਹਰੀ ਪ੍ਰਭੂ ਅਕਾਲ ਪੁਰਖ ਦਾ ਜੇ ਦਰਸ਼ਨ ਮੈਂ ਦੇਖਾਂ ਤਾਂ ਮੈਂ ਜਿਉਂਦੀ ਹਾਂ। ਹੇ ਮੇਰੀ ਮਾਈ, ਤਾਂ ਮੈਂ ਜਿਉਂਦਾ ਹਾਂ। ਮੇਰਾ ਨਾਮ ਸਖਾ ਹਰ ਭਾਈ ਜੀਓ। ਹੁਣ ਤਾਂ ਇਹੋ ਜਿਹੀ ਅਵਸਥਾ ਹੈ ਕਿ ਵਾਹਿਗੁਰੂ ਦਾ ਨਾਮ ਹੀ ਮੇਰਾ ਸਖਾ ਮਿੱਤਰ ਹੈ ਅਤੇ ਵਾਹਿਗੁਰੂ ਪਰਮਾਤਮਾ ਹੀ ਮੇਰਾ ਸਕਾ ਭਰਾ ਹੈ। ਭਰਾ ਸਹਾਈ ਹੁੰਦੇ ਨੇ, ਮਿੱਤਰ ਸਹਾਈ ਹੁੰਦੇ ਨੇ ਨਾ। ਕਹਿੰਦੇ ਹੁਣ ਵਾਹਿਗੁਰੂ ਦਾ ਨਾਮ ਹੀ ਮਿੱਤਰ ਬਣ ਗਿਆ, ਵਾਹਿਗੁਰੂ ਦਾ ਨਾਮ ਹੀ ਭਰਾ ਹੈ। ਗੁਣ ਗਾਵੋ ਸੰਤ ਜੀਓ ਮੇਰੇ ਹਰ ਪ੍ਰਭ ਕੇ ਜੀਓ। ਐ ਰੱਬ ਦੇ ਸੰਤ ਜਨੋ,
ਆਓ ਮੇਰੇ ਪਾਸ ਬੈਠ ਕੇ ਮੇਰੇ ਹਰੀ ਪ੍ਰਭੂ ਜੀ ਦੇ ਗੁਣ ਗਾ ਗਾ ਕੇ ਮੈਨੂੰ ਸੁਣਾਓ। ਜਪ ਗੁਰਮੁਖ ਨਾਮ ਜੀਓ, ਭਾਗ ਵਡੇਰੇ ਜੀਓ। ਗੁਰਾਂ ਦੇ ਸਨਮੁਖ ਹੋ ਕੇ ਨਾਮ ਜਪੀਏ ਨਾ ਜੀ, ਤੇ ਭਾਗ ਵੱਡੇ ਹੋ ਜਾਂਦੇ ਹਨ ਜੀਓ, ਵਡੇਰੇ ਭਾਗ ਬਣ ਜਾਂਦੇ ਨੇ। ਨਾਮ ਜਪਦਿਆਂ ਜਪਦਿਆਂ ਭਾਗ ਵੱਡੇ ਹੋ ਜਾਂਦੇ ਨੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜਿਵੇਂ ਬਚਨ ਕੀਤਾ, ਧੰਨ ਧੰਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ। ਧੰਨ ਧੰਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆ। ਧੰਨ ਧੰਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਧੰਨ ਧੰਨ ਭਾਗ ਤਿਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆ। ਹਰ ਹਰ ਨਾਮ ਜੀਓ, ਪ੍ਰਾਣ ਹਰ ਮੇਰੇ ਜੀਓ। ਜੋ ਵਾਹਿਗੁਰੂ ਵਾਹਿਗੁਰੂ ਨਾਮ ਹੈ ਨਾ ਜੀ, ਪ੍ਰਾਣ ਹਰ ਮੇਰੇ। ਹੇ ਹਰੀ ਜੀ, ਮੇਰੇ ਇਹ ਪ੍ਰਾਣ ਰੂਪ ਹੈ, ਮੇਰੇ ਸਵਾਸਾਂ ਦਾ ਭਾਵ ਆਸਰਾ ਹੈ। ਇਹ ਨਾਮ ਹੀ ਮੈਂ ਸਮਝਦਾ ਮੇਰੇ ਸਵਾਸ ਨੇ। ਫਿਰ ਬਹੁੜ ਨਾ ਭਵਜਲ ਫੇਰੇ ਜੀਓ। ਤੇ ਜੇ ਅਵਸਥਾ ਬਣ ਗਈ ਤੇ ਫਿਰ ਬਹੁੜੋ ਦੁਬਾਰਾ। ਭਵਜਲ ਵਿੱਚ ਫੇਰੇ ਨਹੀਂ ਵੱਜਣਗੇ। ਭਵਜਲ ਸੰਸਾਰ ਦੇ ਅੰਦਰ ਬਾਰ-ਬਾਰ ਆਉਣਾ ਨਹੀਂ ਪਏਗਾ। ਗੁਰ ਸ਼ਬਦੀ ਪਾਈਐ ਹਰ ਪ੍ਰੀਤਮ ਰਾਓ ਜੀਓ। ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਹਰੀ ਅਕਾਲ ਪੁਰਖ ਜੋ ਪ੍ਰੀਤ ਕਰਨ ਯੋਗ ਹੈ, ਜੋ ਪ੍ਰੀਤ ਦੀ ਕਦਰ ਕਰਨ ਵਾਲਾ, ਤੇ ਰਾਓ ਰਾਜਾ ਜੋ ਹੈ ਨਾ ਵਾਹਿਗੁਰੂ, ਗੁਰੂ ਦੇ ਸ਼ਬਦ ਉਪਦੇਸ਼ ਰਾਹੀਂ, ਗੁਰੂ ਕੀ ਬਾਣੀ ਰਾਹੀਂ ਪ੍ਰਾਪਤ ਕੀਤਾ ਜਾਂਦਾ। ਵੱਡ ਭਾਗੀ ਜਪ ਨਾਉ ਜੀਓ। ਜਪ ਕੇ ਨਾ ਜੀ ਨਾਂ ਵਾਹਿਗੁਰੂ ਜੀ ਦਾ ਵੱਡ ਭਾਗੀ ਬਣ ਜਾਈਦਾ। ਮੇਰਾ ਮਨ ਤਨ ਵੱਡੜੀ ਗੋਬਿੰਦ ਪ੍ਰਭ ਆਸਾ ਜੀਓ। ਮੇਰੇ ਮਨ ਵਿੱਚ ਵੀ ਮੇਰੇ ਤਨ ਵਿੱਚ ਵੀ ਗੋਬਿੰਦ ਪਰਮਾਤਮਾ ਪ੍ਰਭੂ ਸਰਬ ਸ਼ਕਤੀਮਾਨ ਰੱਖਿਅਕ ਸਰੂਪ ਉਸ ਵਾਹਿਗੁਰੂ ਜੀ ਦੇ ਮਿਲਣ ਦੀ ਵੱਡੀ ਆਸ ਹੈ। ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾਂ। ਵੱਡੀ ਆਸ। ਹਰ ਮੇਲੋ ਸੰਤ ਜੀਓ, ਗੋਬਿੰਦ ਪ੍ਰਭ ਪਾਸਾ ਜੀਓ। ਹੇ ਸੰਤ ਜਨੋ, ਸੰਤ ਸਰੂਪ ਸਤਿਗੁਰੂ ਜੀ, ਹਰੀ ਅਕਾਲ ਪੁਰਖ ਦੇ ਨਾਲ ਮੇਲ ਦਿਓ ਜੀ। ਗੋਬਿੰਦ ਪ੍ਰਭੂ ਨਾਲ ਮੇਲ ਦਿਓ ਜੋ ਪਾਸਾ ਪਾਸ ਹੀ ਵਸਦਾ ਹੈ, ਪਰ ਮੇਰਾ ਮਿਲਾਪ ਨਹੀਂ। ਜਿਹਦੇ ਬਾਰੇ ਤੁਸੀਂ ਦੱਸਿਆ ਕਿ ਬਿਲਕੁਲ ਨੇੜੇ ਵਸਦਾ, ਉਹ ਜੋ ਪਾਸ ਹੀ ਵਸਣ ਵਾਲਾ ਹੈ। ਹੇ ਸਤਿਗੁਰੂ ਜੀ, ਹੇ ਵਾਹਿਗੁਰੂ ਦੇ ਪਿਆਰੇ ਸੰਤ ਜਨੋ, ਮੈਨੂੰ ਉਸ ਗੋਬਿੰਦ ਪ੍ਰਭੂ ਦੇ ਨਾਲ ਮੇਲ ਦਿਓ। ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ। ਸਤਿਗੁਰੂ ਜੀ ਦੀ ਦਿੱਤੀ ਮਤ ਸਿੱਖਿਆ ਦੁਆਰਾ ਨਾਮ ਦਾ ਸਦਾ ਵਾਸਤੇ ਪ੍ਰਗਾਸ਼ ਹੁੰਦਾ, ਅਥਵਾ ਸਤਿਗੁਰੂ ਦੁਆਰਾ ਸਤਿਗੁਰੂ ਜੀ ਮਤ ਬੁੱਧੀ ਦੇ ਅੰਦਰ ਨਾਮ ਦਾ ਸਦਾ ਵਾਸਤੇ ਪ੍ਰਕਾਸ਼ ਕਰਨ ਵਾਲੇ, ਚਾਨਣ ਕਰਨ ਵਾਲੇ, ਨਾਮ ਨੂੰ ਪ੍ਰਗਟ ਕਰਨ ਵਾਲੇ ਹਨ ਜੀ। ਜਨ ਨਾਨਕ ਪੂਰੇ ਅੜੀ ਮਨ ਆਸਾ ਜੀਓ। ਜਦੋਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਤਾਂ ਉਹਨਾਂ ਜਨਾਂ ਦੀ ਜਿਹੜੀ ਮਨ ਅੰਦਰ ਆਸਾ ਸੀ ਉਹ ਪੂਰੇ ਅੜੀ ਪੂਰੀ ਹੋ ਗਈ। ਉਹ ਆਸਾ ਪੂਰੀ ਹੋ ਗਈ, ਸਿਰੇ ਚੜ੍ਹ ਗਈ ਭਾਵ। ਗੌੜੀ ਮਾਝ ਮਹੱਲਾ ਚੌਥਾ। ਗੌੜੀ ਮਾਝ ਰਾਗਣੀ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਬਚਨ ਫਰਮਾ ਰਹੇ ਨੇ, ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾਂ ਜੀਓ। ਮੇਰਾ ਬਿਰਹੀ, ਜਿਸ ਦੀ ਮੈਨੂੰ ਤਾਂਘ ਹੈ, ਐਸਾ ਜਿਹੜਾ ਪਿਆਰ ਵਾਲਾ ਨਾਮ ਹੈ ਨਾ ਵਾਹਿਗੁਰੂ ਜੀ ਦਾ, ਉਹ ਮਿਲੇ ਤਾਂ ਮੈਂ ਜਿਉਂਦਾ ਹਾਂ, ਤਾਂ ਮੈਨੂੰ ਜੀਵਨ ਪ੍ਰਾਪਤ ਹੁੰਦਾ ਹੈ। ਜਿਸ ਨਾਮ ਦੀ ਮੈਨੂੰ ਤਾਂਘ ਹੈ, ਜਿਸ ਨਾਮ ਵਾਸਤੇ ਮੈਂ ਲੋਚਦਾ ਹਾਂ, ਉਹ ਵਾਹਿਗੁਰੂ ਜੀ ਦਾ ਨਾਮ ਮੈਨੂੰ ਪ੍ਰਾਪਤ ਹੋ ਜਾਏ ਤਾਂ ਮੇਰੀ ਜ਼ਿੰਦਗੀ ਹੈ, ਨਹੀਂ ਤਾਂ ਮੇਰੀ ਮੌਤ ਹੈ। ਮਨ ਅੰਦਰ ਅੰਮ੍ਰਿਤ ਗੁਰਮਤਿ ਹਰ ਲੀਵਾ ਜੀ। ਮਨ ਹੀ ਮਨ ਦੇ ਅੰਦਰ ਗੁਰੂ ਦੀ ਮਤ ਸਿੱਖਿਆ ਦੁਆਰਾ ਹਰੀ ਦਾ ਜੋ ਨਾਮ ਅੰਮ੍ਰਿਤ ਹੈ ਉਹ ਮੈਂ ਲੀਵਾ ਪ੍ਰਾਪਤ ਕਰ ਲਵਾਂ, ਜਾਂ ਮੈਂ ਪ੍ਰਾਪਤ ਕਰਦਾ ਹਾਂ। ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾ ਜੀਓ। ਤੇ ਮਨ ਹਰੀ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰਤੜਾ ਰਤਿਆ ਹੋਇਆ ਹੋਵੇ ਤੇ ਤਾਂ ਫਿਰ ਹਰੀ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦਾ ਰਸ ਸਦਾ ਵਾਸਤੇ ਮੈਂ ਪੀਂਦਾ ਰਹਾਂ। ਹਰ ਪਾਇੜਾ ਮਨ ਜੀਵਾ ਜੀਓ। ਹਰੀ ਪਰਮਾਤਮਾ ਨੂੰ ਪਾ ਲਿਆ ਹੈ ਮਨ ਅੰਦਰ, ਇਸ ਕਰਕੇ ਹੁਣ ਮੈਂ ਜਿਉਂਦਿਆਂ 'ਚ ਹੋ ਗਿਆ, ਆਤਮਿਕ ਜੀਵਨ ਜਿਉਣ ਲੱਗ ਪਿਆ ਹਾਂ। ਮੇਰਾ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ। ਮੇਰੇ ਮਨ ਤੇ ਤਨ ਦੇ ਅੰਦਰ ਵਾਹਿਗੁਰੂ ਦਾ ਪ੍ਰੇਮ ਰੂਪੀ ਬਾਣ ਤੀਰ ਵੱਜ ਗਿਆ ਹੈ। ਰਾਮ ਭਗਤ ਅਣਿਆਲੇ ਤੀਰ, ਰਾਮ ਦੀ ਭਗਤੀ ਦੇ ਅਣੀਆਂ ਵਾਲੇ ਤੀਰ ਕਹਿੰਦੇ ਹਿਰਦੇ 'ਚ ਵੱਜ ਗਏ ਹਨ। ਸੋ ਇਸ ਪ੍ਰਕਾਰ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜੀਓ। ਮੇਰਾ ਪ੍ਰੀਤਮ
ਪਿਆਰ ਕਰਨ ਯੋਗ ਮਿੱਤਰ ਲੋਕ ਪਰਲੋਕ ਦਾ। ਹਰੀ ਪੁਰਖ ਪੂਰਨ ਹੈ ਦੁੱਖਾਂ ਨੂੰ ਹਰਨ ਵਾਲਾ, ਸੁਜਾਨ ਬਹੁਤ ਜ਼ਿਆਦਾ ਸਮਝਦਾਰ ਸਿਆਣਾ ਦਾਨਾ ਪ੍ਰਧਾਨਾ ਜਾਣਕਾਰ ਵਾਹਿਗੁਰੂ ਅੰਦਰ ਦੀਆਂ ਜਾਣਨ ਵਾਲਾ। ਗੁਰ ਮੇਲੇ ਸੰਤ ਹਰ ਸੁਗੜ ਸੁਜਾਨ ਜੀਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਲਦੇ ਹਨ ਰੱਬ ਦੇ ਸੰਤਾਂ ਨੂੰ। ਗੁਰ ਮੇਲੇ ਸੰਤ ਹਰ ਸੁਗੜ ਸੁਜਾਨ, ਹਰੀ ਪ੍ਰਮਾਤਮਾ ਦੇ ਸੰਤ ਜੋ ਹਰੀ ਸੁਗੜ ਘਾੜਤਾਂ ਨੂੰ ਘਾੜਨ ਵਿੱਚ ਸਿਆਣਾ ਹੈ, ਸ੍ਰੇਸ਼ਟ ਘਾੜਤਾਂ ਘੜਨ ਵਾਲਾ, ਸ੍ਰੇਸ਼ਟ ਸਮਝਦਾਰ ਜਾਣਕਾਰ ਜੋ ਵਾਹਿਗੁਰੂ ਹੈ। ਉਹਨੇ ਮੇਰੇ ਤਾਈਂ ਪੂਰੇ ਸਤਿਗੁਰੂ ਜੋ ਸੰਤ ਹਨ ਮੇਲ ਦਿੱਤੇ ਹਨ। ਗੁਰ ਮੇਲੇ ਸੰਤ ਹਰ ਸੁਗੜ ਸੁਜਾਨ ਜੀ। ਉਹ ਸੁਗੜ ਸਿਆਣੇ ਵਾਹਿਗੁਰੂ ਨੇ ਸਤਿਗੁਰੂ ਮਹਾਰਾਜ ਤੇ ਵਾਹਿਗੁਰੂ ਦੇ ਪਿਆਰੇ ਸੰਤ, ਆਪਣੇ ਪਿਆਰੇ ਸੰਤ ਮਿਲਾਏ। ਹਉ ਨਾਮ ਵਿਟੋਂ ਕੁਰਬਾਨ, ਜਿਸ ਕਰਕੇ ਮੈਨੂੰ ਨਾਮ ਦੀ ਮਹਾਨਤਾ ਦਾ ਪਤਾ ਲੱਗ ਗਿਆ ਤੇ ਹੁਣ ਮੈਂ ਵਾਹਿਗੁਰੂ ਦੇ ਨਾਮ ਤੋਂ ਹੀ ਕੁਰਬਾਨ ਜਾਂਦਾ। ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਓ। ਹਉ ਹਰ ਹਰ ਸੱਜਣ, ਹਰੀ ਹਰੀ ਪ੍ਰਮਾਤਮਾ ਜੋ ਸੱਜਣ ਹੈ ਲੋਕ ਪਰਲੋਕ ਦਾ, ਹਰੀ ਜੋ ਮਿੱਤਰ ਹੈ ਦਸਾਈ ਜੀਓ। ਪੰਥ ਦਸਾਵਾ ਨਿਤ ਖੜੀ, ਦਸਾਵਾ ਦਾ ਅਰਥ ਇੱਥੇ ਹੈ ਦਸਾਈ ਪੁੱਛਣਾ। ਮੈਂ ਉਸ ਹਰੀ ਪ੍ਰਮਾਤਮਾ ਮਿੱਤਰ ਬਾਰੇ ਪੁੱਛਦੀ ਫਿਰਦੀ ਹਾਂ। ਹਰ ਦੱਸੋ ਸੰਤੋ ਜੀ ਹਰ ਖੋਜ ਪਵਾਈ ਜੀਓ। ਹੇ ਰੱਬ ਦੇ ਸੰਤ ਜਨੋ ਦੱਸੋ ਉਸ ਵਾਹਿਗੁਰੂ ਬਾਰੇ, ਹਰ ਖੋਜ ਪਵਾਈ ਜੀਓ। ਮੈਂ ਹਰੀ ਪ੍ਰਮਾਤਮਾ ਦੀ ਖੋਜ ਵਿੱਚ ਪਿਆ ਹੋਇਆ ਹਾਂ, ਮੈਨੂੰ ਉਸ ਖੋਜ ਵਿੱਚ ਪਾ ਦਿਓ। ਮੈਨੂੰ ਦੱਸੋ ਕਿਸ ਪਾਸੇ ਵਾਹਿਗੁਰੂ ਰਹਿੰਦਾ, ਕਿਵੇਂ ਮਿਲਿਆ ਜਾ ਸਕਦਾ, ਵਾਹਿਗੁਰੂ ਦੀ ਖੋਜ ਵਿੱਚ ਮੈਨੂੰ ਪਾ ਦਿਓ। ਸਤਿਗੁਰ ਤੁਠੜਾ ਦੱਸੇ ਹਰ ਪਾਈ ਜੀਓ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਤੁੱਠ ਪੈਂਦੇ ਨੇ, ਪ੍ਰਸੰਨ ਚਿੱਤ ਹੋ ਕੇ ਦੱਸਦੇ ਨੇ, ਤਾਂ ਫਿਰ ਹਰੀ ਪ੍ਰਮਾਤਮਾ ਨੂੰ ਪਾ ਲਈਦਾ ਹੈ ਜੀ। ਹਰ ਨਾਮੇ ਨਾਮ ਸਮਾਈ ਜੀਓ। ਸਤਿਗੁਰੂ ਤੁੱਠ ਕੇ ਪ੍ਰਸੰਨ ਹੋ ਕੇ ਦੱਸਦੇ ਨੇ ਹਰੀ ਨੂੰ ਪਾ ਲਿਆ ਹੈ, ਤਾਂ ਹਰ ਨਾਮੇ ਨਾਮ ਸਮਾਈ। ਫਿਰ ਹਰੀ ਪ੍ਰਮਾਤਮਾ ਦੇ ਨਾਮ ਹੀ ਨਾਮ ਦੇ ਅੰਦਰ ਬਿਰਤੀ ਸਮਾ ਜਾਂਦੀ ਹੈ, ਜਿੰਦ ਸਮਾ ਜਾਂਦੀ ਹੈ, ਸਮਾਈ ਹੋ ਜਾਂਦੀ, ਲੀਨ ਹੋ ਜਾਏਗੀ। ਮੈਂ ਵੇਦਨ ਪ੍ਰੇਮ ਹਰ ਬਿਰਹੋਂ ਲਗਾਈ ਜੀਓ। ਵੇਦਨ ਦਾ ਅਰਥ ਹੈ ਪੀੜਾ, ਬਿਰਹੋਂ ਤੀਬਰ ਤਾਂਘ। ਮੇਰੇ ਤਾਈਂ ਪਰਮਾਤਮਾ ਦੇ ਪ੍ਰੇਮ ਤੇ ਵੇਦਨ ਪੀੜਾ ਤੇ ਹਰੀ ਪ੍ਰਮਾਤਮਾ ਨਾਲ ਬਿਰਹੋਂ ਲਗਾਓ, ਤੀਬਰ ਤਾਂਘ ਲਗਾ ਦਿੱਤੀ ਹੈ। ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀ। ਮੈਂ ਆਪਣੇ ਹਿਰਦੇ ਅੰਦਰ ਬਿਰਹੋਂ ਪੈਦਾ ਕਰ ਲਿਆ ਸੀ, ਉਤਕੰਠਾ ਪੈਦਾ ਕਰ ਲਈ ਸੀ, ਵਿਛੋੜੇ ਦਾ ਦੁੱਖ ਦਰਦ ਪੈਦਾ ਹੋ ਗਿਆ ਸੀ, ਜਾਂ ਗੁਰੂ ਸਾਹਿਬ ਨੇ ਮੇਰੇ ਅੰਦਰ ਇਹ ਲਾ ਦਿੱਤਾ। ਉਹ ਵੇਦਨ ਪੀੜਾ, ਉਹ ਪ੍ਰੇਮ, ਹਰੀ ਪ੍ਰਮਾਤਮਾ ਦੇ ਵਿਛੋੜੇ ਦਾ ਸੱਲ। ਫਿਰ ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀ। ਗੁਰੂ ਸਾਹਿਬ ਜੀ ਨੇ ਸ਼ਰਧਾ ਪੂਰੀ ਕਰਕੇ, ਸ਼ਰਧਾ ਦੇ ਅਨੁਸਾਰ ਬਖਸ਼ਿਸ਼ ਕੀਤੀ ਤੇ ਅੰਮ੍ਰਿਤ ਮੁਖ ਪਾਈ ਜੀ। ਜਿਹੜਾ ਵਾਹਿਗੁਰੂ ਜੀ ਦਾ ਨਾਮ ਰੂਪੀ ਅੰਮ੍ਰਿਤ ਹੈ ਮੇਰੇ ਮੁਖ ਵਿੱਚ ਪਾ ਦਿੱਤਾ ਹੈ। ਹਰ ਹੋ ਦਇਆਲ ਹਰ ਨਾਮ ਧਿਆਈ ਜੀਓ। ਹੇ ਹਰੀ ਅਕਾਲ ਪੁਰਖ ਜੀ, ਤੁਹਾਡੇ ਚਰਨਾਂ 'ਚ ਹੁਣ ਬੇਨਤੀ ਹੈ, ਤੁਸੀਂ ਦਿਆਲੂ ਕਿਰਪਾਲੂ ਹੋ, ਤਾਂ ਕਿ ਮੈਂ ਤੁਹਾਡੇ ਹਰੀ ਨਾਮ ਨੂੰ, ਤੁਹਾਡੇ ਨਾਮ ਨੂੰ, ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਂਦਾ ਰਹਾਂ, ਸਿਮਰਦਾ ਰਹਾਂ ਜੀ। ਜਨ ਨਾਨਕ ਹਰ ਰਸ ਪਾਈ ਜੀਓ। ਹੇ ਸੱਚੇ ਪਾਤਸ਼ਾਹ, ਇਹ ਜਨ ਸੇਵਕ ਹੇ ਹਰੀ ਜੀ ਤੁਹਾਡੇ ਨਾਮ ਰਸ ਨੂੰ ਪ੍ਰਾਪਤ ਕਰ ਲਵੇ। ਤੁਸੀਂ ਬਖਸ਼ਿਸ਼ ਕਰੋ ਤੇ ਤੁਹਾਡੇ ਨਾਮ ਦਾ ਰਸ ਮੈਂ ਪ੍ਰਾਪਤ ਕਰ ਲਵਾਂ। ਤੁਹਾਡੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦਾ। ਮਹੱਲਾ ਪੰਜਵਾਂ। ਗੌੜੀ ਗਵਾਰੇਰੀ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਰਾਗਣੀ ਦੀ ਵੰਨਗੀ ਹੈ ਗਵਾਰੇਰੀ। ਪੰਚਮ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਆਰੰਭ ਹੋ ਰਹੇ ਨੇ। ਚੌਪਦੇ, ਚਾਰ ਚਾਰ ਪਦਿਆਂ ਵਾਲੇ, ਚਾਰ ਚਾਰ ਚਰਨਾਂ ਵਾਲੇ ਸ਼ਬਦ ਇੱਥੋਂ ਆਰੰਭ ਹੁੰਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਸਭਨਾਂ ਦਾ ਪ੍ਰਕਾਸ਼ਕ, ਸਤ ਚੇਤਨ ਆਨੰਦ ਸਰੂਪ, ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਮਿਲਦਾ ਹੈ। ਕਿਨ ਬਿਦ ਕੁਸ਼ਲ ਹੋਤ ਮੇਰੇ ਭਾਈ। ਪ੍ਰਸ਼ਨਵਾਚਕ ਬਚਨ ਹੈ ਜੋ ਪਹਿਲੀ ਰਹਾਉ ਦੀਆਂ ਇਹ ਦੋ ਪੰਕਤੀਆਂ ਨੇ ਨਾ, ਰਹਾਉ ਪਹਿਲੇ ਵਿੱਚ ਪ੍ਰਸ਼ਨਵਾਚਕ ਬਚਨ ਹੈ। ਕਈ ਵਾਰੀ ਸਤਿਗੁਰਾਂ ਨੇ ਇੱਕ ਇੱਕ ਸ਼ਬਦ ਵਿੱਚ ਦੋ ਦੋ ਰਹਾਉ ਉਚਾਰਨ ਕੀਤੇ ਨੇ। ਕਈਆਂ ਸ਼ਬਦਾਂ ਚਾਰ ਚਾਰ ਰਹਾਉ ਵੀ ਹਨ, ਜਿਵੇਂ ਜੀਓ ਡਰਤ ਹੈ ਆਪਣਾ, ਉਹਦੇ ਚਾਰ ਰਹਾਉ। ਸੋ ਇੱਥੇ ਵੀ ਸਤਿਗੁਰੂ ਮਹਾਰਾਜ ਪਹਿਲੀਆਂ ਜੋ ਰਹਾਉ ਦੀਆਂ ਪੰਕਤੀਆਂ ਨੇ, ਇਹਨਾਂ 'ਚ ਪ੍ਰਸ਼ਨ
ਵਾਚਕ ਬਚਨ ਉਚਾਰਦੇ ਹਨ ਅਤੇ ਅਖੀਰਲੀਆਂ ਰਹਾਉ ਦੀਆਂ ਪੰਕਤੀਆਂ 'ਚ ਖੁਲਾਸਾ ਕਰਕੇ ਅਤੇ ਫਿਰ ਉੱਥੇ ਜਾ ਕੇ ਇਸ ਪ੍ਰਸ਼ਨ ਦਾ ਜਵਾਬ ਦਿੱਤਾ ਰਹਾਉ ਦੀਆਂ ਪੰਕਤੀਆਂ ਵਿੱਚ। ਕਿਨ ਬਿਧ ਕੁਸ਼ਲ ਹੋਤ ਮੇਰੇ ਭਾਈ, ਜਿਵੇਂ ਬਚਨ ਹਨ, ਮੋਕੋ ਕੁਸ਼ਲ ਬਤਾਵੋ ਕੋਈ, ਹੇ ਭਾਈ ਮੈਨੂੰ ਕੋਈ ਦੱਸੋ ਵੀ ਕੁਸ਼ਲ ਸੁਖ ਆਨੰਦ ਹੁੰਦਾ ਕੀ ਹੈ। ਕੁਸ਼ਲ ਕੁਸ਼ਲ ਕਰਤੇ ਜਗ ਬਿਨਸੈ, ਕੁਸ਼ਲ ਵੀ ਕੈਸੇ ਹੋਈ। ਸਾਰਾ ਜਗਤ ਤੇ ਕਹਿੰਦਾ ਵੀ ਸੁਖ ਮਿਲੇ ਸੁਖ ਮਿਲੇ, ਸੁਖ ਆਨੰਦ ਹੈ ਹੀ ਨਹੀਂ, ਕੁਸ਼ਲ ਕੈਸੇ ਹੋ ਗਿਆ, ਸੁਖ ਆਨੰਦ ਤਾਂ ਮਿਲਿਆ ਹੀ ਨਹੀਂ। ਇਸੇ ਤਰ੍ਹਾਂ ਇੱਥੇ ਕਹਿ ਰਹੇ ਨੇ ਕਿਨ ਬਿਧ ਕੁਸ਼ਲ ਹੋਤ ਮੇਰੇ ਭਾਈ, ਹੇ ਮੇਰੇ ਭਾਈ ਭਰਾ, ਹੇ ਰੱਬ ਦੀ ਅੰਸ਼, ਹੇ ਰੱਬ ਦੇ ਬੰਦਿਓ, ਕਿਨ ਬਿਧ ਕਿਸ ਵਿਧੀ ਦੇ ਨਾਲ ਕੁਸ਼ਲ ਸੁਖ ਆਤਮਕ ਆਨੰਦ ਹੋਤ ਹੁੰਦਾ ਹੈ। ਕਿਉ ਪਾਈਐ ਹਰ ਰਾਮ ਸਹਾਈ, ਜਿਹੜਾ ਸਹਾਇਤਾ ਕਰਨ ਵਾਲਾ ਨਾ ਦੋਵਾਂ ਜਹਾਨਾਂ 'ਚ ਰਾਮ ਰਮਿਆ ਹੋਇਆ ਹਰੀ ਪਰਮਾਤਮਾ, ਉਸ ਨੂੰ ਕਿਸ ਤਰ੍ਹਾਂ ਪ੍ਰਾਪਤ ਕਰੀਏ। ਪ੍ਰਾਪਤ ਹੋਵੇ ਅਤੇ ਸੁਖ ਆਨੰਦ ਹੋਵੇ ਨਾ। ਰਹਾਓ ਕੁਸ਼ਲ ਨਾ ਗ੍ਰਹਿ ਮੇਰੀ ਸਭ ਮਾਇਆ, ਜਿਹੜਾ ਮਨੁੱਖ ਨੇ ਇੱਥੇ ਸੁਖ ਕਲਪਿਆ ਨਾ ਭਈ ਘਰ ਮੇਰਾ ਬਣ ਗਿਆ ਅਤੇ ਮਾਇਆ ਮੇਰੀ ਹੈਗੀ ਹੈ ਮੇਰੇ ਪਾਸ, ਇਹ ਘਰ ਨੂੰ ਮੇਰਾ ਸਮਝਣਾ, ਮਾਇਆ ਨੂੰ ਮੇਰੀ ਸਮਝਣਾ, ਇਸ ਸਮਝ ਵਿੱਚ ਵੀ ਸੁਖ ਨਹੀਂ ਹੈ, ਇਹ ਸੁਖ ਨਹੀਂ ਹੈ। ਉੱਚੇ ਮੰਦਰ ਸੁੰਦਰ ਛਾਇਆ, ਉੱਚੇ ਉੱਚੇ ਮਹਾਨ ਪੱਕੇ ਮੰਦਰਾਂ ਮਕਾਨਾਂ 'ਚ ਰਹਿਣਾ, ਉੱਚੀਆਂ ਅਟਾਰੀਆਂ ਹੋਣ, ਸੋ ਬੜੇ ਬੜੇ ਮੰਡਪੇ ਹੋਣ, ਬੰਗਲੇ ਹੋਣ ਬਣੇ ਹੋਏ, ਅਤੇ ਸੁੰਦਰ ਛਾਇਆ, ਬੜੇ ਬੜੇ ਸੁੰਦਰ ਬਿਰਛ ਬੂਟਿਆਂ ਦੀ ਛਾਂ ਹੋਵੇ, ਸੰਘਣੀ ਛਾਂ ਮਾਨਣ ਨੂੰ। ਝੂਠੇ ਲਾਲਚ ਜਨਮ ਗਵਾਇਆ, ਇਹ ਸਾਰੇ ਹੀ ਲਾਲਚ ਝੂਠੇ ਹਨ, ਇਹਨਾਂ 'ਚ ਪੈ ਕੇ ਮਨੁੱਖ ਨੇ ਆਪਣਾ ਜਨਮ ਹੀ ਗਵਾ ਲਿਆ, ਕਿਉਂਕਿ ਇੱਥੇ ਤਾਂ ਸਦਾ ਰਹਿਣਾ ਹੀ ਨਹੀਂ, ਇਸ ਦੁਨੀਆ 'ਚ ਨਾ ਮੰਦਰਾਂ 'ਚ ਇਹਨਾਂ ਛਾਵਾਂ ਥੱਲੇ ਤਾਂ ਰਹਿਣਾ ਹੀ ਨਹੀਂ। ਹਜ਼ੂਰ ਕਹਿੰਦੇ ਨੇ ਹਸਤੀ ਘੋੜੇ ਦੇਖ ਵਿਗਾਸਾ, ਕਿਸੇ ਦੇ ਕੋਲ ਸਵਾਰੀਆਂ ਬਹੁਤੀਆਂ ਹਨ, ਹਾਥੀ ਹਨ, ਘੋੜੇ ਹਨ, ਅੱਜ ਕੱਲ੍ਹ ਗੱਡੀਆਂ ਮੋਟਰਾਂ ਜਹਾਜ਼ ਹਨ, ਦੇਖ ਦੇਖ ਕੇ ਵਿਗਾਸਾ ਖੁਸ਼ ਹੋਇਆ, ਖਿੜਿਆ ਬੰਦਾ। ਵਿਗਾਸ ਦਾ ਅਰਥ ਹੈ ਖੁਸ਼ ਹੋਣਾ, ਪ੍ਰਸੰਨ ਹੋਣਾ, ਖਿੜ ਜਾਣਾ। ਲਸ਼ਕਰ ਜੋੜੇ ਨੇਵ ਖਵਾਸਾ, ਕਿਸੇ ਨੇ ਫੌਜਾਂ ਬਹੁਤੀਆਂ ਇਕੱਠੀਆਂ ਕਰ ਲਈਆਂ, ਲਸ਼ਕਰ ਨਾਮ ਸਿਪਾਹੀਆਂ ਦਾ, ਫੌਜ ਦਾ, ਅਤੇ ਨੇਵ ਸਲਾਹਕਾਰ ਨਾਇਬ ਰੱਖ ਲਏ, ਸਲਾਹਕਾਰ, ਅਤੇ ਖਵਾਸਾ ਸ਼ਾਹੀ ਨੌਕਰਾਂ ਦਾ ਨਾਮ। ਗਲ ਜੀਵੜੀ ਹਉਮੈ ਕੇ ਫਾਸਾ, ਇਹ ਸਾਰੀਆਂ ਗਲ 'ਚ ਰੱਸੀਆਂ ਹੀ ਪਾ ਲਈਆਂ ਆਪਣੇ ਗਲ 'ਚ, ਅਤੇ ਹਉਮੈ ਦਾ ਫਾਹਾ ਪਾ ਲਿਆ। ਹੰਗਤਾ ਦਾ ਹਉਮੈ ਹੀ ਵਧੀ ਨਾ, ਮੇਰੇ ਕੋਲ ਇੰਨੀਆਂ ਫੌਜਾਂ ਹਨ, ਮੇਰੇ ਸਲਾਹਕਾਰ ਬੜੇ ਸਿਆਣੇ, ਮੇਰੇ ਸ਼ਾਹੀ ਨੌਕਰ ਬੜੇ ਹਨ, ਇਹ ਜਿੰਨੇ ਹਾਥੀ ਘੋੜੇ ਗੱਡੀਆਂ ਮਹਿਲ ਸਵਾਰੀਆਂ ਮਾਰੇ, ਕਹਿੰਦੇ ਗਲ 'ਚ ਰੱਸੀਆਂ ਪਾ ਲਈਆਂ ਤੂੰ, ਹਉਮੈ ਹੰਗਤਾ ਵਧਾਈ ਇਹਨਾਂ ਨੇ, ਹਉਮੈ ਦਾ ਫਾਹਾ ਪੈ ਗਿਆ। ਰਾਜ ਕਮਾਵੈ ਦਹਿ ਦਿਸ ਸਾਰੀ, ਜੇ ਕੋਈ ਮਨੁੱਖ ਰਾਜ ਕਮਾਉਂਦਾ ਹੈ ਦਸਾਂ ਦਿਸ਼ਾ 'ਚ ਸਾਰੀ ਧਰਤੀ ਦਾ, ਮਾਣੈ ਰੰਗ ਭੋਗ ਬਹੁ ਨਾਰੀ, ਅਨੇਕਾਂ ਰੰਗ ਰਲੀਆਂ ਤਮਾਸ਼ੇ ਵੇਖਦਾ ਮਾਣਦਾ, ਭੋਗ ਪਦਾਰਥ ਭੋਗਣ ਵਾਲੇ ਰਸ ਕਸ ਸ਼ਰਾਬਾਂ ਫਲਾਂਟੀ ਇਹ ਭੋਗਦਾ, ਅਤੇ ਬਹੁ ਨਾਰੀ ਬਹੁਤੀਆਂ ਰਾਣੀਆਂ ਇਸਤਰੀਆਂ ਬਣਾ ਕੇ ਅਤੇ ਉਹਨਾਂ ਦੀ ਪ੍ਰਾਪਤੀ ਮਿਲਾਪ ਦਾ ਸੁੱਖ ਵੀ ਮਾਣਦਾ। ਜਿਉ ਨਰਪਤ ਸੁਪਨੇ ਭਿਖਾਰੀ, ਅਤੇ ਮਹਾਰਾਜ ਕਹਿੰਦੇ ਨੇ ਜਦੋਂ ਮਰਨਾ ਨਾ ਇੰਝ ਹੀ ਹੋਣਾ ਜਿਵੇਂ ਕੋਈ ਨਰਪਤ ਨਰਾਂ ਦਾ ਪਤੀ ਰਾਜਾ ਸੁੱਤਾ ਪਿਆ ਸੁਪਨੇ 'ਚ ਭਿਖਾਰੀ ਬਣ ਗਿਆ। ਇੱਕ ਭਜਨ ਵੀ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ, ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਪਈ ਹਮਾਰੀ। ਸਾਡੀ ਇਹ ਹਾਲਤ ਹੀ ਹੈ, ਜਦੋਂ ਸੁਪਨਾ ਆਉਂਦਾ ਮਨੁੱਖ ਨੂੰ ਅਤੇ ਉਦੋਂ ਸਾਰਾ ਕੁਝ ਸੁਪਨੇ ਵਿੱਚ ਜੋ ਵਾਪਰਦਾ ਸੱਚਾ ਹੀ ਪ੍ਰਤੀਤ ਹੁੰਦਾ, ਅਤੇ ਜਦੋਂ ਜਾਗ ਖੁੱਲ੍ਹਦੀ ਹੈ ਅਤੇ ਫਿਰ ਸੁਪਨਾ ਬੁਲਾ ਜਾਂਦਾ। ਹੁਣ ਅਸੀਂ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਹਾਂ, ਅਤੇ ਹੈ ਸਾਰਾ ਸੰਸਾਰ ਸੁਪਨਾ ਹੀ, ਜੋ ਕੁਝ ਵੀ ਸਾਨੂੰ ਪ੍ਰਾਪਤ ਹੋਇਆ ਸੁਪਨਾ। ਸੁਪਨਰੀ ਸੰਸਾਰ ਮਿਥਨੀ ਵਿਸਥਾਰ, ਸਖੀ ਕਾਇ ਮੋਹ ਮੋਹਲੀ ਪ੍ਰੀਤ ਹਿਰਦੈ ਮੇਲ। ਸੁਪਨੇ ਜਿਉਂ ਜਗ ਪਛਾਣ ਕਾਹੇ ਪਰ ਕਰਤਮਾ, ਇਹ ਸੁਪਨੇ ਦੀ ਨਿਆਈ ਹੈ ਸੰਸਾਰ। ਔਰ ਰਾਜੇ ਜਨਕ ਨੂੰ ਵੀ ਸੁੱਤਿਆਂ ਪਿਆਂ ਸੁਪਨਾ ਆਇਆ ਸੀ ਅਤੇ ਭਿਖਾਰੀ ਬਣ ਗਿਆ ਸੀ। ਫਿਰ ਉਹ ਜਾਗਿਆ ਅਤੇ ਕਹਿਣ ਲੱਗਾ ਇਹ ਸੱਚਾ ਕਿ ਉਹ ਸੱਚਾ, ਇਹ ਪ੍ਰਸ਼ਨ ਪੁੱਛੀ ਜਾਂਦਾ ਸੀ ਸਾਧੂਆਂ ਸੰਤਾਂ ਨੂੰ। ਫਿਰ ਅਸ਼ਟਾਵਕਰ ਨੇ ਦੱਸਿਆ ਵੀ ਨਾ ਇਹ ਸੱਚਾ ਅਤੇ ਨਾ ਉਹ ਸੱਚਾ, ਤੈਨੂੰ ਸੁਪਨਾ ਆਇਆ ਸੀ, ਤੂੰ ਇਸ ਭਰਮ 'ਚ ਪਿਆ ਹੋਇਆ ਵੀ ਉਹ ਸੱਚਾ ਕਿ ਸੱਚਾ, ਇਹ ਖੇਡ ਭਰਮ ਦੂਰ ਕਰ। ਨਾ ਉਹ ਸੁਪਨਾ ਹੀ ਸੱਚਾ ਸੀ ਅਤੇ ਨਾ ਇਹ ਸੰਸਾਰ ਰਾਜ ਭਾਗ ਜਿਹੜਾ ਪ੍ਰਾਪਤ ਹੈ ਇਹ ਸੱਚਾ ਹੈ।
ਜਿਵੇਂ ਕੋਈ ਨਰਪਤ ਰਾਜਾ ਸੁਪਨੇ 'ਚ ਭਿਖਾਰੀ ਬਣ ਜਾਂਦਾ, ਇਸ ਤਰ੍ਹਾਂ ਦੀ ਹਾਲਤ ਹੀ ਹੈ। ਏਕ ਕੁਸ਼ਲ ਮੋਕੋ ਸਤਿਗੁਰੂ ਬਤਾਇਆ, ਮੈਨੂੰ ਮੇਰੇ ਸਤਿਗੁਰੂ ਨੇ ਇੱਕ ਸੁਖ ਆਨੰਦ ਦੱਸਿਆ ਹੈ। ਉਹ ਕੀ ਹੈ? ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ। ਵਾਹਿਗੁਰੂ ਦਾ ਭਾਣਾ ਰਜਾ, ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਮੰਨਣਾ, ਰੱਬ ਦੇ ਹੁਕਮ ਵਿੱਚ ਚੱਲਣਾ ਮਰਜ਼ੀ ਅਨੁਸਾਰ। ਹਰੀ ਜੋ ਕੁਛ ਕਰਦਾ ਹੈ ਉਹ ਹਰੀ ਦੀਆਂ ਭਗਤਾਂ ਨੂੰ ਪਾਇਆ। ਚੰਗਾ ਲੱਗਾ ਵੀ ਵਾਹਿਗੁਰੂ ਨਾਲੋਂ ਅਸੀਂ ਸਿਆਣੇ ਨੇ, ਜੋ ਕੁਛ ਵਾਹਿਗੁਰੂ ਕਰਦਾ ਹੈ ਉਹ ਸਭ ਠੀਕ ਹੈ। ਇੱਥੇ ਸੁੱਖ ਹੈ। ਜਨ ਨਾਨਕ ਹਉਮੈ ਮਾਰ ਸਮਾਇਆ। ਫਿਰ ਉਹ ਜਨ ਜਿਹੜਾ ਹੈ ਨਾ ਇਸ ਅਵਸਥਾ ਵਾਲਾ, ਉਹ ਆਪਣੇ ਅੰਦਰੋਂ ਹਉਮੈ ਮਾਰ ਕੇ ਉਹ ਕਹਿੰਦਾ ਮੈਂ ਨਹੀਂ ਸੀ ਕੁਛ ਵੀ ਕੀਤਾ, ਨਾ ਕਰ ਰਿਹਾ ਨਾ ਕਰਨਾ। ਜੋ ਕੁਛ ਪਿੱਛੇ ਕੀਤਾ, ਜੋ ਹੁਣ ਕਰ ਰਿਹਾ, ਜੋ ਅੱਗੇ ਨੂੰ ਕਰਨਾ, ਉਹ ਵਾਹਿਗੁਰੂ ਕਰ ਰਿਹਾ, ਅਤੇ ਜੋ ਉਹ ਕਰਦਾ ਉਹ ਸਹੀ ਹੈ, ਗਲਤ ਨਹੀਂ। ਇਸ ਤਰ੍ਹਾਂ ਹੰਗਤਾ ਮਾਰ ਕੇ ਉਹ ਜਨ ਵਾਹਿਗੁਰੂ ਵਿੱਚ ਸਮਾ ਗਿਆ। ਇਨ ਬਿਦ ਕੁਸ਼ਲ ਹੋਤ ਮੇਰੇ ਭਾਈ, ਹੇ ਮੇਰੇ ਭਾਈ ਭਰਾਤਾ ਜੀ, ਇਸ ਵਿਧੀ ਦੇ ਨਾਲ, ਇਸ ਢੰਗ ਤਰੀਕੇ ਨਾਲ, ਇਸ ਤਰ੍ਹਾਂ ਦੀ ਜੀਵਨ ਜਾਚ ਧਾਰਨ ਕਰਨ ਦੇ ਨਾਲ ਕੁਸ਼ਲ ਹੋਤ ਅਸਲ ਸੁਖ ਪ੍ਰਾਪਤ ਹੁੰਦਾ, ਅਸਲ ਆਨੰਦ ਪ੍ਰਾਪਤ ਹੁੰਦਾ। ਇਉਂ ਪਾਈ ਹੈ ਹਰ ਰਾਮ ਸਹਾਈ। ਅਤੇ ਇਸ ਤਰ੍ਹਾਂ ਪ੍ਰਾਪਤ ਕਰੀਦਾ ਹੈ ਹਰੀ ਅਕਾਲ ਪੁਰਖ ਜੋ ਰਾਮ ਰਮਿਆ ਹੋਇਆ ਅਤੇ ਦੋਵਾਂ ਜਹਾਨਾਂ 'ਚ ਸਹਾਇਤਾ ਕਰਨ ਵਾਲਾ। ਰਹਾਉ ਦੂਜਾ ਇਹ ਉੱਤਰ ਦੇ ਦਿੱਤਾ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਪਹਿਲੀ ਰਹਾਉ ਦੀਆਂ ਪੰਕਤੀਆਂ 'ਚ ਪ੍ਰਸ਼ਨ ਕੀਤਾ ਸੀ, ਵਿਆਖਿਆ ਕਰਕੇ ਹੁਣ ਉੱਤਰ ਦੇ ਕੇ ਸਮਾਪਤੀ ਕੀਤੀ ਹੈ। ਰਹਾਉ ਦੂਜਾ, ਇਹ ਦੂਜਾ ਰਹਾਉ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੁਆਰੇਰੀ ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਫਰਮਾਉਂਦੇ ਨੇ, ਕਿਉਂ ਭਰਮੀ ਹੈ, ਭਰਮ ਕਿਸ ਕਾ ਹੋਈ। ਮਹਾਰਾਜ ਕਹਿੰਦੇ ਭਾਈ ਕਿਉਂ ਭਟਕਣਾ 'ਚ ਪੈ ਰਹਿਣਾ, ਕਿਉਂ ਸੰਦੇਹ ਕਰਨਾ, ਭਰਮ ਕਿਸ ਕਾ ਹੋਈ। ਕਿਸ ਦਾ ਭਰਮ, ਕਿਸ ਦਾ ਸੰਦੇਹ? ਕਿਉਂਕਿ ਸਹਿੰਸਾ, ਸੰਦੇਹ, ਭਰਮ, ਭ੍ਰਾਂਤੀ, ਭਟਕਣਾ। ਕਿਉਂ ਭਟਕਣਾ ਵਿੱਚ ਪਏ ਰਹਿਣਾ, ਕਿਸ ਚੀਜ਼ ਦੀ ਭਟਕਣਾ ਕਰਨੀ। ਜਾਂ ਜਲ ਥਲ ਮਹੀਲ ਰਵਿਆ ਸੋਈ। ਜਦੋਂ ਅਕਾਲ ਪੁਰਖ ਪਰਮਾਤਮਾ ਜਿਹਦੇ ਅਸੀਂ ਪੈਦਾ ਕੀਤੇ ਹਾਂ, ਜਿਸ ਬਾਰੇ ਸਾਨੂੰ ਗਿਆਨ ਹੈ ਕਿ ਹਰ ਥਾਂ ਸਮਾਇਆ ਹੋਇਆ, ਜਦੋਂ ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਮਹੀ, ਧਰਤੀ, ਅਲ, ਆਕਾਸ਼, ਪੁਲਾੜ, ਸਭ ਥਾਵਾਂ 'ਤੇ ਵਾਹਿਗੁਰੂ ਆਕਾਸ਼ ਵਿੱਚ ਵੀ ਸਮਾਇਆ ਹੋਇਆ, ਰਵਿਆ ਸੋਈ ਭੇਦ ਹੋ ਰਿਹਾ। ਗੁਰਮੁਖ ਉਭਰੇ ਮਨਮੁਖ ਪਤ ਖੋਏ। ਜਿਹੜੇ ਗੁਰਾਂ ਦੇ ਸਨਮੁਖ ਹੋ ਕੇ ਚੱਲੇ ਉਹ ਉੱਭਰੇ ਇਸ ਭਰਮ ਤੋਂ ਬਚ ਗਏ, ਮਨਮੁਖ ਪਤ ਖੋਈ। ਅਤੇ ਮਨ ਦੇ ਪਿੱਛੇ ਲੱਗਣ ਵਾਲੇ ਆਪ ਹੁਦਰੇ ਲੋਕਾਂ ਨੇ ਆਪਣੀ ਪਤ ਇੱਜ਼ਤ ਖੋਈ, ਬਰਬਾਦ ਕਰ ਲਈ। ਜਿਸ ਰਾਖੈ ਆਪ ਰਾਮ ਦਇਆਰਾ। ਜਿਸ ਜੀਵ ਨੂੰ ਆਪ ਰਾਮ ਰਮਿਆ ਹੋਇਆ ਪਰਮਾਤਮਾ ਜੋ ਦਇਆਲੂ ਸਰੂਪ ਹੈ, ਜਿਸ ਨੂੰ ਰੱਖ ਲੈਂਦਾ ਹੈ, ਜਿਸ ਦੀ ਰੱਖਿਆ ਆਪ ਕਰਦਾ ਹੈ, ਤਿਸ ਨਹੀਂ ਦੂਜਾ ਕੋ ਪਹੁੰਚਨਹਾਰਾ। ਉਸ ਦੇ ਬਰਾਬਰ ਹੋਰ ਕੋਈ ਦੂਜਾ ਪੁੱਜਣ ਵਾਲਾ ਨਹੀਂ ਹੈ। ਰਹਾਓ ਸਭ ਮਹਿ ਵਰਤੈ ਏਕ ਅਨੰਤਾ। ਤਾਂ ਹਜ਼ੂਰ ਕਹਿੰਦੇ ਜਦੋਂ ਭਾਈ ਤੈਨੂੰ ਪਤਾ ਲੱਗ ਗਿਆ, ਜਦੋਂ ਇਹ ਸਮਝ ਹੈ, ਜਦੋਂ ਗੁਰੂ ਸਾਹਿਬ ਇਹ ਸਿੱਖਿਆ ਦੇ ਰਹੇ ਨੇ ਕਿ ਸਾਰਿਆਂ ਜੀਆਂ ਵਿੱਚ ਇੱਕੋ ਹੀ ਅਨੰਤ, ਜਿਹਦਾ ਅੰਤ ਕੋਈ ਨਹੀਂ, ਬੇਅੰਤ ਪਰਮਾਤਮਾ ਹੀ ਵਰਤ ਰਿਹਾ, ਉਸੇ ਦੀ ਜੋਤ ਵਰਤ ਰਹੀ ਹੈ। ਤਾਂ ਤੂੰ ਸੁਖ ਸੌ ਹੋਏ ਅਚਿੰਤਾ। ਤਾਂ ਫਿਰ ਤੂੰ ਅਚਿੰਤ ਹੋ ਕੇ, ਸਾਰੀਆਂ ਚਿੰਤਾ ਛੱਡ ਕੇ, ਕਿਉਂਕਿ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਜਿਸ ਨੇ ਸਾਰਾ ਜਗਤ ਪੈਦਾ ਕੀਤਾ ਉਹ ਚਿੰਤਾ ਕਰੇ, ਅਸੀਂ ਕਿਉਂ ਕਰੀਏ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੈਂ ਜੰਤੂ ਪਾਇਨ ਤਨਾ ਬਿਰੋਜੀ ਦੇ। ਉੱਥੇ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ। ਸੌਦਾ ਮੂਲ ਨਾ ਹੋਵਈ, ਨਾ ਕੋ ਲਏ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਵਿੱਚ ਉਪਾਏ ਸਾਇਰਾ ਤਨਾ ਵਿਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਸੋਏ ਚਿੰਤਾ ਜਾਗ ਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਬਚਨ। ਸੋ ਹਜ਼ੂਰ ਕਹਿੰਦੇ ਨੇ ਇਸ ਵਾਸਤੇ ਤੂੰ ਭਾਈ ਫਿਰ ਅਚਿੰਤ ਹੋ ਕੇ ਸੁੱਖ ਦੇ ਵਿੱਚ ਸੌਂ, ਸੁੱਖ ਵਿੱਚ ਲੀਨ ਹੋ। ਕਿਉਂ ਐ ਭਟਕਣਾ 'ਚ ਪਿਆ ਹੋਇਆ। ਉਹ ਸਭ ਕੁਛ ਜਾਣੈ ਜੋ ਵਰਤੰਤਾ। ਜੋ ਵਰਤਾਰਾ ਸੰਸਾਰ 'ਚ ਵਰਤ ਰਿਹਾ, ਜੋ ਜੋ ਜੀਵ ਜਿਹੜਾ ਕਰ ਰਿਹਾ, ਉਹ ਪਰਮਾਤਮਾ ਸਭ ਕੁਛ ਹੀ ਜਾਣਦਾ ਹੈ। ਤੈਨੂੰ ਚਿੰਤਾ ਫਿਕਰ ਕਰਨ ਦੀ ਲੋੜ ਨਹੀਂ। ਮਨਮੁਖ ਮੋਏ ਜਿਹਨੂੰ ਦੂਜੀ ਪਿਆਸਾ। ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਨਾ, ਆਪ ਹੁਦਰੇ ਲੋਕ, ਜਿਨ੍ਹਾਂ ਗੁਰਾਂ ਦਾ ਬਚਨ ਸੁਣਿਆ ਨਹੀਂ, ਮੰਨਿਆ ਨਹੀਂ, ਉਹ ਆਤਮਿਕ ਜੀਵਨ ਵਿੱਚੋਂ ਮਰ ਗਏ, ਆਤਮਿਕ ਤੌਰ 'ਤੇ ਮਰ ਗਏ। ਜਿਨ੍ਹਾਂ ਨੂੰ
ਪਰਮਾਤਮਾ ਨੂੰ ਛੱਡ ਕੇ ਤੇ ਹੋਰ ਦੂਜੀ ਸੰਸਾਰ ਦੀ ਪਿਆਸਾ ਇੱਛਾ ਤੀਬਰ ਤਾਂ ਅੰਦਰ ਹੈ ਪਦਾਰਥਾਂ ਨੂੰ ਜਮ੍ਹਾਂ ਕਰਨ ਦੀ। ਬਹੁਤ ਜੋਨੀ ਭਵ ਹੈ ਧੁਰ ਕਿਰਤ ਲਿਖਿਆਸਾ। ਹਜ਼ੂਰ ਕਹਿੰਦੇ ਬਹੁਤੀਆਂ ਜੂਨਾਂ ਵਿੱਚ ਪੈ ਕੇ ਪਾਉਂਦੇ ਫਿਰਦੇ ਨੇ, ਪਰ ਉਹਨਾਂ ਦੇ ਵੀ ਕੀ ਵਸ ਹੈ। ਕਿਸ ਦੋਸ਼ ਨਾ ਦੀਜੈ ਕਿਰਤ ਭਵਾਈ। ਪੂਰਬਲੇ ਜਨਮਾਂ ਦੇ ਅੰਦਰ ਜੋ ਕਰਮ ਕਮਾਏ ਨੇ ਨਾ, ਉਹ ਕਿਰਤ ਹੈ ਜਿਹੜੀ ਕਰਮ ਕਿਰਤ ਕੀ ਰੇਖ, ਉਹ ਮਸਤਕ 'ਤੇ ਲੇਖ ਲਿਖਿਆ ਹੋਇਆ। ਧੁਰੋਂ ਹੀ ਪਰਮਾਤਮਾ ਨੇ ਉਸ ਕਿਰਤ ਦਾ ਲਿਖਿਆਸਾ ਲੇਖ ਲਿਖਿਆ ਹੋਇਆ ਹੈ, ਲਿਖਤਾਕਾਰ ਕੀਤੀ ਹੋਈ, ਲਿਖਤ ਪਾਈ ਹੋਈ ਹੈ। ਅਤੇ ਉਹਦੇ ਅਨੁਸਾਰ ਉਹ ਜੂਨਾਂ 'ਚ ਪਾਉਂਦੇ ਨੇ, ਕਿਉਂਕਿ ਕਰਮ ਚੰਗੇ ਨਹੀਂ ਹਨ। ਜੈਸਾ ਬੀਜੈ ਤੈਸਾ ਖਾਸਾ। ਜੈਸਾ ਬੀਜ ਉਹ ਬੀਜਦੇ ਹਨ ਕਰਮਾਂ ਦਾ, ਕਰਮਾਂ ਸੰਧੜਾ ਖੇਤ ਹਨ, ਤੈਸਾ ਖਾਸਾ ਤੈਸਾ ਹੀ ਖਾਂਦੇ ਹਨ। ਭਾਵ ਜੋ ਬੀਜਿਆ ਹੈ ਉਹ ਵੱਢਣਾ ਪੈਂਦਾ, ਉਹਦਾ ਹੀ ਫਲ ਮਿਲਦਾ ਹੈ। ਜੈਸਾ ਕਰਮ ਕੀਤਾ ਹੈ। ਕਰਮ ਧਰਤੀ ਸਰੀਰ ਜੋਗ ਅੰਤਰ ਜੋ ਬੋਵੈ ਸੋ ਖਾਤ। ਦੇਖ ਦਰਸ ਮਨ ਭਇਆ ਵਿਗਾਸਾ। ਜਿਨ੍ਹਾਂ ਨੇ ਵਾਹਿਗੁਰੂ ਦਾ ਦਰਸ਼ਨ ਕੀਤਾ ਪ੍ਰਾਪਤ, ਉਹਨਾਂ ਦੇ ਮਨ ਅੰਦਰ ਵਿਗਾਸ ਖੇੜਾ ਆਨੰਦ ਪ੍ਰਾਪਤ ਹੋਇਆ। ਸਭ ਨਜ਼ਰੀ ਆਇਆ ਬ੍ਰਹਮ ਪ੍ਰਗਾਸਾ। ਉਹਨਾਂ ਨੂੰ ਸਭ ਪਾਸੇ ਨਜ਼ਰੀ ਆ ਗਿਆ ਹੈ ਬ੍ਰਹਮ ਦਾ ਹੀ ਪ੍ਰਕਾਸ਼। ਇੱਕੋ ਜੋਤ ਪਰਮਾਤਮਾ ਦੀ ਪ੍ਰਕਾਸ਼ੀ ਉਹਨਾਂ ਦੇ ਸਾਹਮਣੇ ਕਿ ਵਾਹਿਗੁਰੂ ਤੋਂ ਬਗੈਰ ਤੇ ਹੋਰ ਕੁਛ ਹੈ ਹੀ ਨਹੀਂ। ਜਨ ਨਾਨਕ ਕੀ ਹਰ ਪੂਰਨ ਆਸਾ। ਉਸ ਜਨ ਦੀ ਜਿਹਨੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕੀਤਾ, ਵਿਗਾਸ ਖੇੜਾ ਪ੍ਰਾਪਤ ਕੀਤਾ, ਜਿਹਨੂੰ ਬ੍ਰਹਮ ਦਾ ਪ੍ਰਕਾਸ਼ ਨਜ਼ਰੀ ਆ ਰਿਹਾ। ਜਨ ਨਾਨਕ ਕੀ ਹਰ ਪੂਰਨ ਆਸਾ। ਉਸ ਜਨ ਦੀ ਹਰੀ ਪਰਮਾਤਮਾ ਨੇ ਗੁਰੂ ਅਰਜਨ ਦੇਵ ਜੀ ਬਾਰੇ ਕਹਿੰਦੇ ਨੇ ਆਸਾ ਪੂਰਨ ਕਰ ਦਿੱਤੀ ਹੈ, ਉਹਦੀ ਕੋਈ ਆਸਾ ਅਧੂਰੀ ਨਹੀਂ ਰਹਿ ਗਈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੁਆਰੇਰੀ ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਬਚਨ ਫਰਮਾਉਂਦੇ ਨੇ, ਕਈ ਜਨਮ ਭਏ ਕੀਟ ਪਤੰਗਾ। ਸਾਨੂੰ ਦੱਸ ਰਹੇ ਨੇ ਹਜ਼ੂਰ ਕਿ ਇਹ ਜੀਵ ਤੁਸੀਂ ਕਈ ਜਨਮਾਂ ਵਿੱਚ ਕੀੜੇ ਤੇ ਪਤੰਗੇ ਤੋਂ ਬਣਿਆ। ਕਈ ਜਨਮ ਗਜ ਮੀਨ ਕੁਰੰਗਾ। ਕਈ ਜਨਮਾਂ ਵਿੱਚ ਗਜ ਹਾਥੀ, ਮੀਨ ਮੱਛ, ਕੁਰੰਗਾ ਹਿਰਨ ਆਦਿਕ ਬਣ ਕੇ ਫਿਰਦਾ ਰਿਹਾ। ਕਈ ਜਨਮ ਪੰਖੀ ਸਰਪ ਹੋਇਓ। ਕਈ ਜਨਮਾਂ ਵਿੱਚ ਪੰਖੀ ਖੰਭਾਂ ਨਾਲ ਉੱਡਣ ਵਾਲਾ, ਪੰਖਾਂ ਨਾਲ ਉੱਡਣ ਵਾਲਾ ਪੰਛੀ ਬਣਿਆ। ਸਰਪ ਸੱਪ ਦੀਆਂ ਜੂਨਾਂ 'ਚ ਪੈਂਦਾ ਰਿਹਾ, ਸੱਪ ਬਣਿਆ ਜ਼ਹਿਰ ਵਿੱਚ ਹੀ ਘੁਲਦਾ ਰਿਹਾ। ਕਈ ਜਨਮ ਹੈਵਰ ਬ੍ਰਿਖ ਜੋਇਓ। ਕਈ ਜਨਮਾਂ ਤੱਕ ਹੈਵਰ ਦਾ ਅਰਥ ਹੈ ਘੋੜੇ ਤੇ ਬ੍ਰਿਖ ਬਲਦ। ਘੋੜੇ ਵੀ ਜੋਏ ਜਾਂਦੇ, ਜੁੱਤਣਾ। ਜੋਇਓ ਦਾ ਮਤਲਬ ਜੁੱਤਾ, ਤੂੰ ਜੋਇਆ ਗਿਆ, ਜੋੜਿਆ ਗਿਆ, ਜੋਤਿਆ ਗਿਆ। ਘੋੜਿਆਂ ਨੂੰ ਵੀ ਰਥਾਂ ਅੱਗੇ ਅਨੇਕਾਂ ਥਾਵਾਂ 'ਤੇ ਜੋੜਿਆ ਜਾਂਦਾ, ਅਤੇ ਬਲਦਾਂ ਨੂੰ ਵੀ ਗੱਡੀਆਂ ਅੱਗੇ ਹਲ ਵਾਹੁਣ ਵਾਸਤੇ ਜੋੜਿਆ ਜਾਂਦਾ। ਇਹ ਵੀ ਜੂਨਾਂ ਹੰਡਾਈਆਂ ਨੇ। ਕਈ ਜਨਮ ਗਜ ਮੀਨ ਕੁਰੰਗਾ। ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ। ਇੱਥੇ ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ। ਕਈ ਸੱਜਣ ਇਹ ਕਹਿ ਗਏ ਕਿ ਅਸੀਂ ਗੁਰਮਤਿ ਦਾ ਪ੍ਰਚਾਰ ਕਰਦੇ ਹਾਂ, ਆਹ ਜਿਹੜੇ ਸਤਿਗੁਰੂ ਮਹਾਰਾਜ ਦੇ ਬਚਨ ਨੇ ਇਹਨਾਂ ਦੇ ਅਰਥ ਗਲਤ ਕਰਦੇ ਨੇ। ਕਾਇਆ ਸੀ ਇੱਕ ਵਾਰੀ ਕੈਨੇਡਾ ਸੱਜਣ, ਅਤੇ ਉਹ ਨਾਮ ਤਾਂ ਪ੍ਰਿੰਸੀਪਲ ਹੈ ਉਹਨਾਂ ਦਾ, ਅਤੇ ਉਹ ਪ੍ਰਚਾਰ ਐਸਾ ਕਰ ਰਹੇ ਸਨ ਕਿ ਇਹ ਜਨਮ ਅਗਲਾ ਪਿਛਲਾ ਜਨਮ ਕੋਈ ਨਹੀਂ। ਹੁਣ ਵੀ ਇੱਕ ਦਿਨ ਇੱਕ ਬੋਲ ਰਿਹਾ, ਮੈਂ ਸੁਣਿਆ ਸੀ ਵੀ ਇਹ ਅਗਲਾ ਪਿਛਲਾ ਜਨਮ ਕੋਈ ਨਹੀਂ, ਇਹ ਇੰਝ ਹੁੰਦਾ ਜੀ, ਇੰਝ ਜਨਮ ਹੁੰਦਾ ਜੀ, ਇੰਝ ਮਰ ਜਾਂਦਾ, ਦੁਬਾਰਾ ਕੋਈ ਨਹੀਂ ਆਉਂਦਾ। ਅਤੇ ਇਹ ਜਨਮ ਸ਼ਬਦ ਦਾ ਅਰਥ ਉਹ ਸੱਜਣ ਕਰ ਰਿਹਾ ਸੀ ਭਈ ਦਿਹਾੜੀ ਵਿੱਚ ਹੀ ਕਈ ਜਨਮ ਹੁੰਦੇ ਨੇ, ਯਾਨੀ ਇਹ ਮਨ ਦੇ ਜਨਮ ਨੇ। ਕਦੇ ਬੰਦਾ ਸੱਪ ਵਰਗਾ ਕਰਮ, ਉਹਦਾ ਮਨ ਦੀ ਅਵਸਥਾ ਹੋ ਜਾਂਦੀ, ਕਦੇ ਕੀੜਿਆਂ ਵਰਗੀ, ਕਦੇ ਪਤੰਗਿਆਂ ਵਰਗੀ, ਕਦੇ ਹਾਥੀਆਂ ਵਰਗੀ, ਕਦੇ ਮੱਛ ਅਤੇ ਕਦੇ ਹਿਰਨਾਂ ਵਰਗੀ। ਇਹ ਮਨ ਦੀ ਅਵਸਥਾ ਨੂੰ ਜਨਮ ਕਿਹਾ। ਐਸਾ ਨਹੀਂ ਹੈ। ਪੁਨਰ ਜਨਮ ਬਾਰੇ ਅਤੇ ਪ੍ਰਲੋਕ ਬਾਰੇ ਕਾਫੀ ਸਬੂਤ ਮਿਲਦੇ ਨੇ। ਕਈ ਜੀਵ ਚੜ੍ਹਾਈ ਕਰਕੇ ਕਈ ਘੰਟਿਆਂ ਬਾਅਦ ਜਿਉਂਦੇ ਹੋਏ ਅਤੇ ਉਹਨਾਂ ਅਗਲਾ ਵਰਤਾਰਾ ਆ ਕੇ ਦੱਸਿਆ। ਇਹ ਪਰਮਾਤਮਾ ਦੀ ਖੇਡ ਹੈ ਕਿ ਦੁਨੀਆ ਨੂੰ ਸੋਝੀ ਦੇਣ ਵਾਸਤੇ ਵਾਹਿਗੁਰੂ ਜੀ ਐਸੀ ਖੇਡ ਵਰਤਾਉਂਦਾ। ਇੱਕ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਬਚਨ ਸੁਣਾਇਆ ਭਾਈ ਬੰਗਲੌਰ ਦੀ ਰਹਿਣ ਵਾਲੀ ਇੱਕ ਡਾਕਟਰ ਸਤਵੰਤ ਕੌਰ ਸਿੱਖ ਬੀਬੀ ਨੇ ਕਿਤਾਬ ਲਿਖੀ ਸੀ। ਉਦੋਂ ਉਸ ਕਿਤਾਬ ਦੀ ਕੀਮਤ 2200 ਰੁਪਈਆ ਸੀ, ਅਤੇ ਉਹ ਐਸੀ ਖੋਜ ਵਿੱਚ ਸੀ, ਯਾਨੀ ਸਾਰੇ ਕਈ ਦੇਸ਼ਾਂ ਦੇ ਵਿੱਚ ਜਿਹੜੇ ਲੋਕ ਅਜਿਹੀ ਖੋਜ ਵਿੱਚ ਲੱਗੇ, ਉਹਨਾਂ ਵਿੱਚੋਂ ਉਹ ਬੀਬੀ ਸੀ ਕਿ ਪਤਾ ਕਰੋ ਸਾਰੀਆਂ ਗੱਲਾਂ ਦਾ ਸਬੂਤਾਂ ਦੇ ਆਧਾਰ 'ਤੇ। ਉਹਨੇ ਉਹ ਕਿਤਾਬ ਲਿਖੀ ਅਤੇ ਉਦੋਂ 2200 ਰੁਪਈਆ ਕੀਮਤ ਉਹ ਕਿਤਾਬ ਛਪੀ, ਗਿਆਨੀ ਜੀ ਨੂੰ ਦਿੱਤੀ ਉਹਨਾਂ।
ਗਿਆਨੀ ਜੀ ਨੇ ਕਥਾ ਵਿੱਚ ਉਹਦਾ ਨਾਮ ਨਹੀਂ ਦੱਸਿਆ ਕਿਤਾਬ ਦਾ, ਅਤੇ ਅਜੇ ਤੱਕ ਮੈਨੂੰ ਪ੍ਰਾਪਤ ਨਹੀਂ ਹੋਈ, ਪਰ ਗਿਆਨੀ ਜੀ ਨੇ ਉਸ ਕਿਤਾਬ ਦੇ ਆਧਾਰ 'ਤੇ 2 ਬਚਨ ਵੀ ਸੁਣਾਏ। ਉਹਦੇ ਵਿੱਚ 105 ਘਟਨਾਵਾਂ ਦਾ ਜ਼ਿਕਰ ਸੀ। ਕੁਝ ਬੱਚੇ ਜੋ ਪਿਛਲੇ ਜਨਮਾਂ ਦੀ ਸਾਰੀ ਵਾਰਤਾ ਦੱਸਦੇ ਸੀ, ਅਤੇ ਉਹ ਸਬੂਤ ਜੋ ਉਹਨਾਂ ਦਿੱਤੇ ਉਹ ਸਾਹਮਣੇ ਪ੍ਰਗਟ ਹੋ ਗਏ। ਜੋ ਗੱਲਾਂ ਉਹ ਦੱਸਦੇ ਸੀ ਬਿਲਕੁਲ ਸੱਚੀਆਂ ਨਿਕਲੀਆਂ। ਅਤੇ ਕੁਝ ਚੜ੍ਹਾਈ ਕਰਕੇ ਲੋਕ ਦੁਬਾਰਾ ਜਿਉਂਦੇ ਹੋਏ, ਅਤੇ ਉਹਨਾਂ ਜੋ ਦੱਸਿਆ ਉਹ ਵੀ ਮਸਕੀਨ ਜੀ ਨੇ ਉਹ ਸਾਰੀ ਕਿਤਾਬ ਪੜ੍ਹੀ, ਅਤੇ ਉਹਨਾਂ ਵਿੱਚੋਂ 2 ਵਿਅਕਤੀਆਂ ਨੂੰ ਜਾ ਕੇ ਵੀ ਉਹ ਮਿਲੇ। ਇੱਕ ਤਾਂ ਬਾਬਾ ਬਿਸ਼ਨ ਸਿੰਘ ਉਹਦਾ ਨਾਂ ਸੀ, ਅਤੇ ਹਲਦਵਾਨੀ ਦਾ ਰਹਿਣ ਵਾਲਾ ਸੀ। ਮੇਰੇ ਖਿਆਲ ਰਾਜਸਥਾਨ 'ਚ ਹਲਦਵਾਨੀ ਉੱਥੋਂ ਦਾ ਸੀ, ਅਤੇ ਉੱਥੇ ਮਸਕੀਨ ਜੀ ਜਾ ਕੇ ਮਿਲੇ, ਅਤੇ ਉਹ ਹੁਣ ਦੱਸਦਾ ਸੀ ਕਿ ਮੈਂ ਜੋ ਕੁਝ ਮਸਕੀਨ ਜੀ ਵੇਖ ਆਇਆ, ਇਹਦੋਂ ਅੱਗੇ ਤਾਂ ਹੁਣ ਕੁਛ ਨਹੀਂ ਨਾ, ਮੈਂ ਤਾਂ ਸਾਰਾ ਕੁਝ ਵੇਖਿਆ। ਅਤੇ 8-9 ਘੰਟਿਆਂ ਬਾਅਦ ਮੈਂ ਵਾਪਸ ਮਰਨ ਤੋਂ ਬਾਅਦ ਜਿਉਂਦਾ ਹੋਇਆ, ਅਤੇ ਹੁਣ ਜਿੰਨਾ ਕੁ ਜੀਵਨ ਮਿਲਿਆ ਇਹਦੇ ਨਾਲ ਵਾਹਿਗੁਰੂ ਦਾ ਨਾਮ ਜਪ ਲਈ। ਅਤੇ 8-9 ਘੰਟੇ ਗੁਰਦੁਆਰਾ ਸਾਹਿਬ ਦੇ ਅੰਦਰ ਰਹਿੰਦਾ ਸੀ, ਆ ਕੇ ਰੋਜ਼ ਸੇਵਾ ਕਰਦਾ ਸੀ, ਸਿਮਰਨ ਕਰਦਾ ਸੀ, ਕਥਾ ਕੀਰਤਨ ਸੁਣਦਾ ਸੀ 8-9 ਘੰਟਿਆਂ 'ਚ। ਅਤੇ ਇੱਕ ਇਸੇ ਤਰ੍ਹਾਂ ਛੋਟੀ ਜਿਹੀ ਬੱਚੀ ਸੀ ਕੁਝ ਵਰ੍ਹਿਆਂ ਦੀ, ਉਹਨੇ ਆਪਣਾ ਪਿਛਲੇ ਜਨਮ ਦਾ ਦੱਸਿਆ। ਲਖਨਊ ਅਤੇ ਕਾਨਪੁਰ, ਯੂਪੀ ਦੇ ਵਿੱਚ ਜਿਹੜਾ ਲਖਨਊ ਅਤੇ ਕਾਨਪੁਰ 2 ਸ਼ਹਿਰ ਨੇ, ਉੱਥੋਂ ਦੀ ਘਟਨਾ ਕਿ ਪਿਛਲੇ ਜਨਮ ਵਿੱਚ ਮੈਂ ਫਲਾਣੇ ਸ਼ਹਿਰ ਵਿੱਚ ਸੀ, ਅਤੇ ਮੇਰਾ ਪਤੀ ਡਾਕਟਰ ਸੀ, ਉਹ ਭੋਲਾ ਸੀ, ਅਤੇ ਇੱਕ ਨਰਸ ਦੇ ਆਖੇ ਲੱਗ ਕੇ ਉਹਨੇ ਮੈਨੂੰ ਜ਼ਹਿਰ ਵਾਲਾ ਟੀਕਾ ਲਾ ਕੇ ਮਾਰਿਆ, ਅਤੇ ਇੱਕ ਲੱਕੜ ਦੇ ਟਰੰਕ ਵਿੱਚ ਬੰਦ ਕਰਕੇ ਟ੍ਰੇਨ 'ਤੇ ਚਲਾ ਗਿਆ, ਚੜ੍ਹ ਗਿਆ, ਅਤੇ ਮੈਨੂੰ ਉਹਨੇ ਇੱਕ ਨਦੀ ਦੇ ਕੰਢੇ ਸੁੱਟ ਦਿੱਤਾ ਸੀ ਮੇਰਾ ਟਰੰਕ। ਉੱਥੇ ਹੀ ਮੇਰੀ ਲਾਸ਼ ਗਲ ਸੜ ਗਈ, ਹੱਡੀਆਂ ਅਜੇ ਵੀ ਉਹ ਟਰੰਕ 'ਚ ਹੋਣਗੀਆਂ। ਅਤੇ ਇਸ ਘਟਨਾ ਦਾ ਪਤਾ ਕੀਤਾ ਉਸ ਸ਼ਹਿਰੋਂ ਜਾ ਕੇ, ਅਤੇ ਲੋਕਾਂ ਦੱਸਿਆ ਕਿ ਬਿਲਕੁਲ ਇਹ ਘਟਨਾ ਹੋਈ ਸੀ। ਸੋ ਇਸ ਪ੍ਰਕਾਰ ਅਜਿਹੀਆਂ ਕਈ ਮਿਸਾਲਾਂ ਨੇ। ਇਹ ਰੂਹ, ਇਹ ਆਤਮਾ ਜਾਮੇ ਕਈ ਧਾਰਨ ਕਰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਦੋਂ ਤੱਕ ਤੇਰਾ ਛੁਟਕਾਰਾ ਨਹੀਂ ਜਦੋਂ ਤੱਕ ਤੂੰ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ। ਮਿਲ ਜਗਦੀਸ਼ ਮਿਲਣ ਕੀ ਬਰੀਆ, ਜਗਦੀਸ਼ ਪਰਮਾਤਮਾ ਨੂੰ ਮਿਲ। ਇਹ ਮਨੁੱਖਾ ਜਨਮ ਪਰਮਾਤਮਾ ਨੂੰ ਮਿਲਣ ਵਾਸਤੇ ਵਾਰੀ ਮਿਲੀ ਹੈ, ਇਹ ਮੌਕਾ ਮਿਲਿਆ ਹੈ। ਇਹੀ ਤੇਰਾ ਅਵਸਰ, ਇਹ ਤੇਰੀ ਵਾਰ, ਇਹੀ ਤੇਰਾ ਅਵਸਰ ਮੌਕਾ, ਇਹੋ ਤੇਰੀ ਵਾਰੀ। ਚਿਰੰਕਾਲ ਇਹ ਦੇਹ ਸੰਜਰੀਆ, ਚਿਰ ਕਾਲ ਬਾਅਦ, ਲੰਮੇ ਸਮੇਂ ਤੋਂ ਬਾਅਦ ਇਹ ਦੇਹ ਸੰਜਰੀਆ, ਸੰਜਰੀਆ ਹੁੰਦੀ ਹੈ ਇਕੱਠੀ ਹੋਣੀ, ਮਤਲਬ ਮਿਲੀ। ਇਹ ਦੇਹ ਤੇਰੀ ਬਣਾਈ ਆ ਵਾਹਿਗੁਰੂ ਨੇ, 5 ਤੱਤਾਂ ਨੂੰ ਇਕੱਠਿਆਂ ਕਰਕੇ ਇਹ ਦੇਹ ਤੈਨੂੰ ਬਖਸ਼ ਦਿੱਤੀ ਹੈ ਬਣਾ ਕੇ ਵਾਹਿਗੁਰੂ ਨੇ। ਰਹਾਓ ਕਈ ਜਨਮ ਸੈਲ ਗਿਰ ਕਰਿਆ। ਹੋਰ ਖੁਲਾਸਾ ਕਰਦੇ ਨੇ, ਕਈ ਜਨਮਾਂ ਤੱਕ ਤੂੰ ਸੈਲ ਜਿਹੜੇ ਪੱਥਰ ਨੇ, ਅਤੇ ਗਿਰ ਪਹਾੜਾਂ ਵਿੱਚ ਪੱਥਰਾਂ ਰੂਪ ਵਿੱਚ ਵੀ ਤੂੰ ਰਿਹਾ। ਇੱਕ ਵਿਦਵਾਨ ਦਾ ਬਚਨ ਹੈ ਕਿ 20 ਲੱਖ ਅਸਥਾਵਰ ਜਨ, 20 ਲੱਖ ਤਾਂ ਪੱਥਰਾਂ ਆਦਿਕਾਂ ਦੀਆਂ ਜੂਨਾਂ ਨੇ। 9 ਲੱਖ ਜਲਚਰ ਸਭ ਮਨ, 9 ਲੱਖ ਜੂਨਾਂ ਜੋ ਪਾਣੀ ਵਿੱਚ ਹੀ ਵਿਚਰਦੀਆਂ ਨੇ। 9 ਲੱਖ ਜਲਚਰ ਸਭ ਮਨ, 11 ਲੱਖ ਕੂਰਮ ਕਵੀ ਗਾਏ। 11 ਲੱਖ ਉਹ ਜੀਵ ਨੇ ਜੋ ਪਾਣੀ ਵਿੱਚ ਵੀ ਅਤੇ ਬਾਹਰ ਵੀ ਜਿਉਂਦੇ ਰਹਿ ਸਕਦੇ ਨੇ, ਜਿਵੇਂ ਡੱਡੂ, ਕੱਛੂ ਆਦਿਕ। 11 ਲੱਖ ਕੂਰਮ ਕਵੀ ਗਾਏ, ਪੰਛੀ ਗਣ 10 ਲੱਖ ਬਤਾਏ। ਜਿਹੜੇ ਖੰਭਾਂ ਨਾਲ ਉੱਡਣ ਵਾਲੇ ਪੰਛੀ ਨੇ, 10 ਲੱਖ ਜੂਨਾਂ ਉਹਨਾਂ ਦੀਆਂ। ਅਤੇ ਇਸੇ ਪ੍ਰਕਾਰ 30 ਲੱਖ ਪਸ ਜਾਨੋਂ ਪਾਏ, 30 ਲੱਖ 4 ਪਾਏ ਜਾਨਵਰ ਅਤੇ ਪਸ਼ੂ ਆਦਿਕ ਜਿਹੜੇ ਨੇ। 4 ਲੱਖ ਬਾਨਰ ਦੁੱਖਦਾਈ, 4 ਲੱਖ ਜੂਨਾਂ ਬਾਂਦਰਾਂ, ਲੰਗੂਰਾਂ ਆਦਿਕਾਂ ਦੀਆਂ ਨੇ। 184 ਜੇ ਕੱਟ ਆਵੈ ਤਬ ਮਾਨਸ ਦੇ ਤਨ ਕੋ ਪਾਵੈ। ਇਹ 84 ਲੱਖ ਜੂਨਾਂ ਭੋਗ ਕੇ ਗਵਾਵੇ ਤਾਂ ਮਨੁੱਖਾ ਦੇਹ ਨੂੰ ਪ੍ਰਾਪਤ ਕਰਦਾ। ਹਜ਼ੂਰ ਕਹਿੰਦੇ ਨੇ, ਚਿਰੰਕਾਲ ਇਹ ਦੇ ਸੰਜਰੀਆ, ਕਈ ਜਨਮ ਸੈਲ ਗਿਰ ਕਰਿਆ। ਕਈ ਜਨਮ ਸਥਾਵਰ ਜਿਹੜੇ ਪੱਥਰ ਆਦਿਕ ਹਨ, ਸਿਲਾ ਹਨ, ਪਹਾੜ ਹਨ, ਉਹਨਾਂ ਵਿੱਚ ਤੂੰ ਰਿਹਾ। ਕਈ ਜਨਮ ਗਰਭ ਹਿਰਖ ਰਿਆ, ਕਈ ਜਨਮਾਂ 'ਚ ਇੰਜ ਤਰ੍ਹਾਂ ਨਾਲ ਵਾਪਰਿਆ ਭਈ ਮਾਂ ਦੇ ਗਰਭ ਵਿੱਚ ਸਰੀਰ ਮੁਕੰਮਲ ਨਹੀਂ ਸੀ ਅਜੇ ਹੋਇਆ, ਕੁਝ ਮਹੀਨਿਆਂ ਦਾ ਗਰਭ ਸੀ, ਅਤੇ ਹਿਰ ਗਿਆ, ਹਿਰ ਖਰਿਆ ਭਾਵ ਖਰ ਗਿਆ, ਡਿੱਗ ਪਿਆ, ਗਰਭ ਡਿੱਗ ਪਿਆ, ਛਣ ਗਿਆ। ਇਹ ਅਰਥ ਕੀਤੇ ਨੇ ਵਿਦਵਾਨਾਂ ਨੇ। ਕਈ ਜਨਮ ਸਾਖ ਕਰ ਉਪਾਇਆ, ਸ਼ਾਖਾ ਟਾਹਣੀਆਂ ਵਾਲਾ ਬਿਰਛ ਬੂਟਾ ਤੈਨੂੰ ਪਰਮਾਤਮਾ ਨੇ ਕਈ ਜਨਮਾਂ ਤੱਕ ਬਣਾਇਆ। 184 ਜੂਨ ਭਰਮਾਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ 84 ਲੱਖ ਜੂਨਾਂ 'ਚ ਪਾ ਕੇ ਭਟਕਾਇਆ ਤੈਨੂੰ, ਭਰਮਾਇਆ ਵਾਹਿਗੁਰੂ ਨੇ ਭਵਾਇਆ। ਸਾਧ ਸੰਗ ਭਇਓ ਜਨਮ ਪ੍ਰਾਪਤ,
ਦੋ ਤਰ੍ਹਾਂ ਨਾਲ ਅਰਥ ਕੀਤਾ ਵਿਦਵਾਨਾਂ ਨੇ। ਸਾਧ ਸੰਗਤ ਦੇ ਪ੍ਰਤਾਪ ਨਾਲ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ। ਸਾਧੂਆਂ ਸੰਤਾਂ ਦੀ ਨਜ਼ਰ ਪੈ ਜਾਏ ਪਸ਼ੂਆਂ ਪਰਿੰਦਿਆਂ 'ਤੇ ਵੀ, ਅਤੇ ਉਹਨਾਂ ਦੀ ਵੀ ਕਲਿਆਣ ਹੋ ਜਾਂਦੀ ਹੈ। ਇੱਕ ਬਚਨ ਸਾਡੇ ਪੰਥ ਵਿੱਚ ਸੰਤ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਹੋਏ ਨੇ। ਅਲੀ ਬੇਗ ਪੰਜਾਬ ਅਤੇ ਕਸ਼ਮੀਰ ਦੀ ਹੱਦ 'ਤੇ ਨਗਰ ਹੈ ਅਲੀ ਬੇਗ। ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਕਥਾ ਵਿੱਚ। ਅਤੇ ਕੋਈ 60 ਗਊਆਂ ਸੀ ਉਹਨਾਂ ਦੇ ਉਸ ਡੇਰੇ 'ਤੇ, ਅਤੇ ਉਹ ਜਦੋਂ ਤੱਕ ਆ ਕੇ ਗਊਆਂ 'ਤੇ ਹੱਥ ਨਾ ਫੇਰਨ, ਪੱਠੇ ਆਪ ਨਾ ਪਾਉਣ, ਅਤੇ ਉਹ ਗਊਆਂ ਪੱਠੇ ਨਹੀਂ ਸੀ ਖਾਂਦੀਆਂ। ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦਾ ਹੱਥ ਫਿਰੇ ਪਿੰਡੇ 'ਤੇ, ਤਾਂ ਉਹ ਪੱਠੇ ਖਾਂਦੀਆਂ ਸੀ। ਇੰਨਾ ਪ੍ਰੇਮ ਕਰਦੀਆਂ ਸੀ, ਪਤਾ ਨਹੀਂ ਕੀ ਖੇਡ ਸੀ। ਅਤੇ ਜਿਸ ਦਿਨ ਉਹਨਾਂ ਮਹਾਂਪੁਰਸ਼ਾਂ ਨੇ ਸਰੀਰ ਤਿਆਗਿਆ, ਅਤੇ ਉਹ 60 ਦੀਆਂ 60 ਗਊਆਂ ਚੜ੍ਹਾਈ ਕਰ ਗਈਆਂ ਸੀ। ਉਹਨਾਂ ਦੇ ਵੀ ਸਰੀਰ ਸ਼ਾਂਤ ਹੋ ਗਏ ਸੀ। ਸੋ ਇਸ ਪ੍ਰਕਾਰ ਰੱਬ ਦੇ ਪਿਆਰਿਆਂ ਦੀ ਨਜ਼ਰ ਵਿੱਚ ਵੀ ਬੜੀ ਤਾਸੀਰ ਹੈ। ਕਈ ਹੋਰ ਜੀਆਂ ਨੂੰ ਜਨਮਾਂ 'ਚੋਂ ਕੱਢਦੇ ਨੇ। ਸਾਧ ਸੰਗ ਭਇਓ ਜਨਮ ਪ੍ਰਾਪਤ, ਇੱਕ ਅਰਥ ਇਹ ਹੈ ਸਾਧਾਂ ਦੀ ਸੰਗਤ ਕਰਕੇ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ। ਉਹਨਾਂ ਨੇ ਜੂਨਾਂ 'ਚੋਂ ਕੱਢਿਆ, ਤੈਨੂੰ ਮਨੁੱਖਾ ਦੇਹੀ ਦਵਾ ਦਿੱਤੀ। ਉਹਨਾਂ ਦੇ ਪ੍ਰਤਾਪ ਨਾਲ ਰੱਬ ਨੇ ਦਿੱਤੀ, ਪਰ ਰੱਬ ਦੇ ਪਿਆਰਿਆਂ ਦੀ ਸੰਗਤ ਦੁਆਰਾ, ਸਾਧਾਂ ਦੀ ਸੰਗਤ ਦੁਆਰਾ ਤੈਨੂੰ ਪ੍ਰਾਪਤ ਹੋਇਆ ਮਨੁੱਖਾ ਜਨਮ। ਅਤੇ ਦੂਜਾ ਅਰਥ ਇੰਝ ਵੀ ਹੈ, ਸਾਧ ਸੰਗਤ ਕਰਨ ਵਾਸਤੇ ਭਇਓ ਪ੍ਰਾਪਤ ਜਨਮ ਪ੍ਰਾਪਤ। ਇਹ ਜਨਮ ਮਨੁੱਖਾ ਪ੍ਰਾਪਤ ਹੋਇਆ ਸਾਧ ਸੰਗਤ ਕਰਨ ਵਾਸਤੇ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਹੋਰਨਾਂ ਜੂਨਾਂ 'ਚ ਗੁਰਾਂ ਦੀ ਸੇਵਾ ਅਤੇ ਭਗਤੀ ਤਾਂ ਨਹੀਂ ਕਰ ਸਕਦਾ, ਅਤੇ ਉੱਥੇ ਅਰਥ ਇਹ ਹੈ ਕਿ ਗੁਰਾਂ ਦੀ ਸੇਵਾ ਅਤੇ ਵਾਹਿਗੁਰੂ ਦੀ ਭਗਤੀ ਦੀ ਕਮਾਈ ਕਰਨ ਵਾਸਤੇ, ਤਦੋਂ ਉਸ ਵਾਸਤੇ ਇਹ ਦੇਹੀ ਪ੍ਰਾਪਤ ਹੋਈ ਕਿ ਇਹ ਕਰ ਲਵੇ। ਗੁਰਾਂ ਦੀ ਸੇਵਾ ਅਤੇ ਵਾਹਿਗੁਰੂ ਦੀ ਭਗਤੀ ਕਮਾ ਲਵੇ ਤਾਂ ਇਹ ਦੇਹੀ ਮਾਨਸ ਦੇਹੀ ਮਨੁੱਖਾ ਪ੍ਰਾਪਤ ਹੋਈ ਹੈ। ਕਰ ਸੇਵਾ ਭਜ ਹਰ ਹਰ ਗੁਰਮਤ। ਇੱਕ ਇਤਿਹਾਸਕ ਵਚਨ ਯਾਦ ਆ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਵਸਾ ਰਹੇ ਸਨ, ਤਾਂ ਇੱਕ ਫਕੀਰ ਸੀ, ਉਹ ਅਨੰਦਪੁਰ ਸਾਹਿਬ ਦੇ ਨੇੜੇ ਨੂੰ ਲੰਘਿਆ, ਅਤੇ ਮਿਸਤਰੀ ਅਤੇ ਜਿਹੜੀ ਮਜ਼ਦੂਰੀ ਕਰ ਰਹੇ ਸੀ ਸਿੱਖ ਸੇਵਕ ਲੱਗੇ ਹੋਏ ਮਕਾਨ ਉਸਾਰਨ। ਉਹਨੇ ਕਿਹਾ ਵੀ ਇਹ ਕੌਣ ਮਕਾਨ ਪੌਣ ਨਗਰ ਵਸਾ ਰਿਹਾ, ਕੌਣ ਬਣਾ ਰਿਹਾ? ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ 9ਵੇਂ ਵਾਰਸ। ਤਾਂ ਉਹ ਕਹਿਣ ਲੱਗੇ, ਇਹ ਸਾਧੂਆਂ ਸੰਤਾਂ ਫਕੀਰਾਂ ਨੂੰ ਤਾਂ ਇਹ ਸੋਭਦਾ ਨਹੀਂ। ਮੇਰਾ ਪ੍ਰਸ਼ਨ ਉਹਨਾਂ ਨੂੰ ਤੁਸੀਂ ਪੁੱਛਿਓ, ਅਤੇ ਫਿਰ ਮੈਂ ਆਣ ਕੇ ਤੁਹਾਨੂੰ ਪੁੱਛ ਲਵਾਂਗਾ ਵੀ ਕੀ ਜਵਾਬ ਦਿੱਤਾ। ਕਹਿਣ ਲੱਗੇ ਠੀਕ। ਸਿੱਖਾਂ ਨੇ ਗੁਰੂ ਮਹਾਰਾਜ ਨੂੰ ਕਿਹਾ, ਤਾਂ ਗੁਰੂ ਮਹਾਰਾਜ ਨੇ ਬੇਨਤੀ ਸੁਣ ਕੇ ਕਿਹਾ ਵੀ ਫਕੀਰ ਨੂੰ ਵਾਪਸ ਆਉਣ ਦਿਓ, ਫਿਰ ਮਿਲ ਕੇ ਜਵਾਬ ਦੇ ਦਿਆਂਗੇ, ਮਿਲਾ ਦਿਓ। ਜਦੋਂ ਉਹ ਫਕੀਰ ਆਇਆ, ਮੇਰੇ ਖਿਆਲ ਸੈਯਦ ਰੋਪੜੀ ਉਹਦਾ ਨਾਂ ਸੀ ਸ਼ਾਇਦ, ਅਤੇ ਉਹ ਵਾਪਸ ਪਰਤਿਆ, ਅਤੇ ਸਤਿਗੁਰੂ ਮਹਾਰਾਜ ਕਹਿੰਦੇ ਪਹਿਲਾਂ ਪ੍ਰਸ਼ਾਦਾ ਪਾਣੀ ਛਕੋ, ਤੁਹਾਨੂੰ ਭੁੱਖ ਲੱਗੀ ਹੈ, ਜੋ ਛਕਣਾ ਛਕੋ, ਅਤੇ ਕੁਝ ਸਮਾਂ ਆਰਾਮ ਵੀ ਕਰ ਲਓ, ਥੱਕੇ ਹੋਏ ਹੋ, ਫਿਰ ਤੁਹਾਨੂੰ ਅਸੀਂ ਦੱਸਾਂਗੇ ਵੀ ਇਹ ਕਿਉਂ ਬਣਾ ਰਹੇ ਹਾਂ ਸਾਰਾ ਕੁਝ, ਪ੍ਰਸ਼ਨ ਦਾ ਜਵਾਬ ਫਿਰ ਦਿਆਂਗੇ। ਉਹ ਸੌਂ ਗਿਆ, ਅਤੇ ਫਿਰ ਕੀ ਹੋਇਆ ਕਿ ਉਹਦੀ ਸੁਰਤ ਉੱਪਰ ਗਈ। ਸੁੱਤੇ ਪਏ ਨੂੰ ਦਿਸਿਆ ਕੁਛ, ਭਈ ਇੱਕ ਸੁਰਗ ਦੇ ਵਿੱਚ, ਪਰਲੋਕ ਦੇ ਵਿੱਚ ਵਿਅਕਤੀ ਆ, ਬੜੇ ਸੋਨੇ ਦੇ ਸਿੰਘਾਸਣ 'ਤੇ ਬਿਰਾਜਮਾਨ, ਬੜੇ ਸੇਵਾਦਾਰ ਅੱਗੇ ਪਿੱਛੇ ਭੱਜੇ ਫਿਰਦੇ ਨੇ। ਇਹ ਉਹਦੇ ਨੇੜੇ ਜਾ ਖਲੋਤਾ, ਤੈਨੂੰ ਪੁੱਛਦਾ ਵੀ ਤੈਨੂੰ ਇਹ ਸੁਰਗ ਵਿੱਚ ਰਾਜ ਸੁੱਖ ਕਿਵੇਂ ਪ੍ਰਾਪਤ ਹੋਇਆ? ਕਹਿਣ ਲੱਗਾ ਕਿ ਮੈਂ ਤਾਮਸੀ ਜੂਨ ਵਿੱਚ ਸੀ, ਸ਼ੇਰ ਦੀ ਜੂਨ ਵਿੱਚ ਸੀ, ਅਤੇ ਜਦੋਂ ਮੈਂ ਸ਼ਾਮਾਂ ਦੇ ਵਕਤ ਆਪਣੇ ਘੁਰਨੇ ਵੱਲ ਨੂੰ ਆਇਆ, ਅਤੇ ਮੈਨੂੰ ਮਨੁੱਖ ਸਰੀਰ ਦੀ ਸਮੈਲ ਆਈ। ਮੈਂ ਵਿਚਾਰ ਲਿਆ ਵੀ ਮੇਰੇ ਘੁਰਨੇ ਦੇ ਵਿੱਚ ਕੋਈ ਬੰਦੇ ਵੜੇ ਹੋਏ ਨੇ, ਅਤੇ ਮੈਂ ਤਾਂ ਮਾਸ ਖਾ ਕੇ ਰੱਜਾ ਹੋਇਆ ਸੀ, ਅਤੇ ਮੈਂ ਵਿਚਾਰਿਆ ਵੀ ਉਹ ਮੈਨੂੰ ਵੇਖ ਕੇ ਡਰ ਜਾਣਗੇ, ਮਰ ਜਾਣਗੇ, ਕੁਛ ਐਸਾ ਵਾਪਰੇਗਾ, ਨਾਲੇ ਉਹ ਘੁਰਨੇ 'ਚੋਂ ਨਿਕਲ ਕੇ ਦੌੜਨਗੇ, ਅਤੇ ਹੁਣ ਮੀਂਹ ਪੈਂਦਾ ਅਤੇ ਹਵਾ ਵਗ ਰਹੀ ਆ, ਅਤੇ ਰੱਬ ਦੇ ਬੰਦੇ ਹਨ, ਮੈਂ ਕਾਹਨੂੰ ਤੰਗ ਕਰਨਾ। ਮੈਂ ਬਾਹਰ ਹੀ ਪੈ ਗਿਆ ਰੁੱਖ ਦੇ ਥੱਲੇ। ਉੱਥੇ ਹਵਾ ਅਤੇ ਮੀਂਹ ਦੇ ਨਾਲ ਮੇਰਾ ਸਰੀਰ ਮੂਰਛਿਤ ਹੋ ਗਿਆ, ਮੈਂ ਬੇਹੋਸ਼ ਹੋਇਆ ਪਿਆ ਸੀ। ਉਹ ਰੱਬ ਦੇ ਸੰਤ ਅੰਦਰੋਂ ਨਿਕਲੇ, ਉਹਨਾਂ ਅੰਤਰਜਾਮਤਾ ਨਾਲ ਵੇਖ ਲਿਆ ਅਤੇ ਇਹਨੇ ਸਾਡੀ ਖਾਤਰ ਪ੍ਰਾਣ ਦਿੱਤੇ ਨੇ। ਤਾਂ ਉਹ ਮੇਰੇ ਸਰੀਰ ਨਾਲ ਆਪਣਾ ਚਰਨ ਛੁਹਾਇਆ ਉਹਨਾਂ ਸੰਤ ਜਨਾਂ ਨੇ, ਅਤੇ ਉਹਦੀ ਬਦੌਲਤ ਮੈਂ ਉਸ ਸ਼ੇਰ ਦੀ ਜੂਨ 'ਚੋਂ ਮਰ ਕੇ ਅਤੇ ਇੱਥੇ ਸੁਰਗ ਦੇ ਵਿੱਚ ਮੈਨੂੰ ਰਾਜ ਪ੍ਰਾਪਤ ਹੋਇਆ।
ਇਉਂ ਸਤਿਗੁਰੂ ਤੇਗ ਬਹਾਦਰ ਜੀ ਨੇ ਉਹਨੂੰ ਇਹ ਕੌਤਕ ਵਿਖਾਇਆ। ਜਦੋਂ ਸੁੱਤਾ ਉੱਠਿਆ ਤਾਂ ਮਹਾਰਾਜ ਕਹਿਣ ਲੱਗੇ, ਪ੍ਰਸ਼ਨ ਦਾ ਜਵਾਬ ਮਿਲ ਗਿਆ। ਤੂੰ ਪੁੱਛਦਾ ਸੀ ਕਿ ਸੰਤ ਫਕੀਰ ਕੀ ਤੇ ਇਹ ਅਡੰਬਰ ਕੀ। ਭਗਤਾ ਇਹ ਆਪਣੇ ਵਾਸਤੇ ਨਹੀਂ ਹੈ। ਸਾਨੂੰ ਕੋਈ ਲਾਲਸਾ ਨਹੀਂ ਇਹਨਾਂ ਮਹਿਲ ਮਾੜੀਆਂ ਮਕਾਨਾਂ ਦੀ। ਇਹ ਰੱਬ ਦੇ ਬੰਦੇ ਜੀਵ ਸਾਰੇ ਇੱਥੇ ਆਉਂਦੇ ਨੇ, ਮਾਇਆ ਭੇਟਾ ਕਰਦੇ ਆ, ਉਹਨਾਂ ਦੀ ਮਾਇਆ ਇੱਥੇ ਸਫਲੀ ਕਰ ਰਹੇ ਆ। ਸਤਸੰਗਤ ਹੁੰਦੀ ਆ ਅਤੇ ਲੰਗਰ ਚੱਲਦਾ ਹੈ, ਉਹਨਾਂ ਦੀ ਰਿਹਾਇਸ਼, ਰਹਿਣ ਨੂੰ ਮਕਾਨ ਚਾਹੀਦਾ ਹੁੰਦਾ, ਛੱਤ ਚਾਹੀਦੀ ਆ, ਖਾਣ ਨੂੰ ਭੋਜਨ ਚਾਹੀਦਾ। ਸਤਸੰਗੀਆਂ ਵਾਸਤੇ ਵੀ ਸਾਰਾ ਕੁਝ ਚਾਹੀਦਾ ਹੀ ਹੈ। ਅਤੇ ਇੰਝ ਕੋਈ ਸੇਵਾ ਕਰਦਾ ਹੈ, ਕੋਈ ਛਕਦਾ ਹੈ, ਕੋਈ ਬਰਤਨ ਮਾਂਜਦਾ, ਕੋਈ ਕੁਛ ਕਰਦਾ। ਇਸ ਤਰ੍ਹਾਂ ਇਹ ਜਿਹੜੀ ਮਾਇਆ ਪਰਉਪਕਾਰ ਲਈ ਲਾਉਣੀ ਚਾਹੀਦੀ ਹੈ, ਇਹਦਾ ਫਾਇਦਾ ਹੁੰਦਾ, ਨੁਕਸਾਨ ਨਹੀਂ ਇਹਦਾ ਕੋਈ। ਇਸ ਪ੍ਰਕਾਰ ਗੁਰੂ ਮਹਾਰਾਜ ਨੇ ਤਸੱਲੀ ਕਰਾਈ। ਕਹਿਣ ਤੋਂ ਮੁਰਾਦ ਇੱਥੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਸਾਧ ਸੰਗ ਭਇਓ ਜਨਮ ਪ੍ਰਾਪਤ। ਸਾਧਾਂ ਦੀ ਸੰਗਤ ਜਾਨਵਰਾਂ ਨੂੰ ਵੀ ਮਿਲ ਜਾਏ ਤਾਂ ਉਹਨਾਂ ਦਾ ਵੀ ਭਲਾ ਹੋ ਜਾਂਦਾ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਕਰ ਸੇਵਾ ਭਜ ਹਰ ਹਰ ਗੁਰਮਤਿ। ਗੁਰਾਂ ਦੀ ਮੱਤ ਸਿੱਖਿਆ ਪ੍ਰਾਪਤ ਕਰ, ਮਨੁੱਖਾ ਦਈ ਤੈਨੂੰ ਮਿਲੀ। ਸੇਵਾ ਕਰ ਵਾਹਿਗੁਰੂ ਦੀ ਖਲਕਤ ਦੀ, ਸਤਸੰਗੀਆਂ ਦੀ, ਅਤੇ ਗੁਰਮਤਿ ਦੁਆਰਾ ਵਾਹਿਗੁਰੂ ਵਾਹਿਗੁਰੂ ਦਾ ਭਜਨ ਵੀ ਕਰ। ਤਿਆਗ ਮਾਨ ਝੂਠ ਅਭਿਮਾਨ। ਮਾਣ ਜਿਹੜਾ ਫੁਰਦਾ ਸਾਨੂੰ ਸਮੇਂ ਸਮੇਂ 'ਤੇ, ਅਤੇ ਅਭਿਮਾਨ, ਅਬ ਨਾਮ ਹਿਰਦੇ ਦਾ, ਹਿਰਦੇ 'ਚ ਬੈਠਾ ਹੋਇਆ ਮਾਣ ਪੱਕਾ ਹੀ, ਉਹ ਹਿਰਦੇ ਦਾ ਮਾਣ ਅਭਿਮਾਨ ਅਤੇ ਬਾਹਰੀ ਮਾਣ ਅਤੇ ਝੂਠ ਸਾਰਾ ਤਿਆਗ ਦੇ। ਜੀਵਤ ਮਰਹਿ ਦਰਗਹਿ ਪ੍ਰਵਾਨ। ਜਿਉਂਦਾ ਹੀ ਜੇ ਜੀਵਤ ਭਾਵ ਤੋਂ ਮਰ ਜਾਏ ਨਾ, ਹੰਕਾਰ ਵੱਲੋਂ, ਹੰਕਾਰ ਮਰ ਜਾਏ ਤੇਰੇ ਅੰਦਰੋਂ, ਤਾਂ ਤੂੰ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋਣਾ। ਪ੍ਰਵਾਨ ਦਾ ਮਤਲਬ ਸਫਲਾ ਹੋ ਜਾਏਗਾ ਜੀਵਨ। ਵਾਹਿਗੁਰੂ ਦੀ ਦਰਗਾਹ ਵਿੱਚ ਪਹੁੰਚ ਕੇ ਪਤਾ ਲੱਗੇਗਾ ਕਿ ਜੀਵਨ ਸਫਲਾ ਕਰਕੇ ਆਇਆ। ਜੋ ਕਿਛ ਹੋਵਾ ਸੋ ਤੁਝ ਤੇ ਹੋਗ, ਵਾਹਿਗੁਰੂ ਦੇ ਸਨਮੁਖ। ਹੇ ਵਾਹਿਗੁਰੂ ਜੀ, ਜੋ ਕੁਝ ਹੋਇਆ ਹੈ ਉਹ ਤੁਹਾਡੇ ਦੁਆਰਾ ਹੋਇਆ ਅਤੇ ਤੁਹਾਡੇ ਰਾਹੀਂ ਹੀ ਹੋਵੇਗਾ। ਹੁੰਦਾ ਹੈ, ਹੋਵੇਗਾ ਤੁਹਾਡੇ ਦੁਆਰਾ ਹੀ। ਅਵਰ ਨਾ ਦੂਜਾ ਕਰਨਾ ਜੋ, ਹੋਰ ਦੂਜਾ ਕੋਈ ਕਰਨ ਕਰਾਉਣ ਜੋਗਾ ਨਹੀਂ ਹੈ, ਕਰਨ ਦੇ ਯੋਗ ਲਾਇਕ ਨਹੀਂ ਹੈ ਕੋਈ ਦੂਜਾ ਹੋਰ। ਤਾਂ ਮਿਲੀਆ ਜਾਂ ਲਹਿ ਮਿਲਾਏ, ਤੈਨੂੰ ਤਾਂ ਹੀ ਮਿਲਿਆ ਜਾ ਸਕਦਾ ਵਾਹਿਗੁਰੂ ਜੀ, ਆਪ ਜੀ ਨਾਲ ਤਾਂ ਹੀ ਅਭੇਦ ਹੋਇਆ ਜਾ ਸਕਦਾ ਜਦੋਂ ਤੁਸੀਂ ਬਖਸ਼ਿਸ਼ ਕਰਕੇ ਮਿਲਾ ਲੈਂਦੇ ਹੋ। ਕਹੋ ਨਾਨਕ ਹਰ ਹਰ ਗੁਣ ਗਾਏ, ਅਤੇ ਉਹਨਾਂ ਨੂੰ ਤੁਸੀਂ ਮਿਲਾਉਂਦੇ ਹੋ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਇਹ ਬਚਨ ਵੀ ਕਹੋ ਭਾਈ ਕਿ ਹਰੀ ਹਰੀ ਦੇ ਗੁਣ ਗਾ ਕੇ ਹੀ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ। ਮਿਲਾਵੇਗਾ ਵਾਹਿਗੁਰੂ ਹੀ, ਪਰ ਸਾਡਾ ਫਰਜ਼ ਹੈ ਕਿ ਹਰੀ ਹਰੀ ਅਕਾਲ ਪੁਰਖ ਜਪੋ ਅਤੇ ਉਸ ਦੇ ਗੁਣਾਂ ਨੂੰ ਗਾਓ। ਵਾਹਿਗੁਰੂ ਦੇ ਗੁਣ ਗਾ ਗਾ ਕੇ, ਵਾਹਿਗੁਰੂ ਦਾ ਨਾਮ ਜਪ ਜਪ ਕੇ ਫਿਰ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਦਾ। ਜਦੋਂ ਉਹ ਬਖਸ਼ਿਸ਼ ਕਰੇਗਾ ਉਦੋਂ ਮਿਲਾ ਲੈਂਦਾ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸ੍ਰੇਸ਼ਟ ਸੋਝੀ ਅਤੇ ਸੁਮਤ ਬਖਸ਼ਣੀ, ਤਾਂ ਕਿ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਸਹੀ ਢੰਗ ਨਾਲ ਵਿਚਾਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।